ਹਾਂਜੀ, 61ਵੀਂ ਪੰਜਾਬੀ ਅਦਬੀ ਸੰਗਤ ਦਾ 61ਵੀਂ ਇਕੱਠ ਲੈ ਕੇ ਮੈਂ ਹਾਜ਼ਰ ਹਾਂ ਤੇ ਸਾਰਿਆਂ ਨੂੰ, ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ ਜੀ ਆਇਆਂ ਨੂੰ ਕਹਿ ਰਹੀ ਹਾਂ। ਤੇ ਮੈਂ ਆਪਣੇ ਨਵੇਂ ਆਉਣ ਵਾਲੇ ਕੁਝ ਸਾਡੇ ਜਿਹੜੇ ਮਿੱਤਰ ਨੇ, ਜਿਹੜੇ ਇਸ ਰਲਤ ਕਰ ਰਹੇ ਨੇ ਇਸ ਪੰਜਾਬੀ ਅਦਬੀ ਸੰਗਤ ਦੀ, ਉਹਨਾਂ ਨੂੰ ਦੱਸਦੀ ਜਾਵਾਂ ਕਿ ਪੰਜਾਬੀ ਅਦਬੀ ਸੰਗਤ ਇਹ ਤਕਰੀਬਨ 3 ਸਾਲ ਤੋਂ ਸਾਡੀ ਚੱਲ ਰਹੀ ਹੈ ਔਰ ਇਹ ਪੰਜਾਬੀ ਮਲੋਹਾ ਯੂਨੀਵਰਸਿਟੀ ਦੀ ਛਤਰ ਛਾਵੇਂ, ਜਿਹਦੇ ਕਿ ਮੋਢੀ ਨੇ ਡਾਕਟਰ ਮਨਜ਼ੂਰ ਇਜਾਜ਼, ਤੇ ਉਹਦੀ ਛਤਰ ਛਾਵੇਂ ਇਹ ਚੱਲ ਰਹੀ ਹੈ ਔਰ ਇਹਦੇ ਸਦਰ ਡਾਕਟਰ ਮਨਜ਼ੂਰ ਇਜਾਜ਼ ਨੇ। ਤੇ ਆਪਣੇ ਦੋਸਤਾਂ ਦਾ, ਆਪਣੇ ਮਿੱਤਰਾਂ ਦਾ ਬਹੁਤ ਸ਼ੁਕਰੀਆ ਤੇ ਆਪਣੇ ਜਿਹੜੇ ਸਾਡੇ ਅੱਜ ਦੇ ਪ੍ਰਾਹੁਣੇ ਨੇ ਉਹਨਾਂ ਦਾ ਬੜਾ ਸ਼ੁਕਰੀਆ। ਸਾਡੇ ਪ੍ਰਾਹੁਣੇ ਜਿਹੜੇ ਨੇ ਅੱਜ ਕਹਾਣੀ ਪੇਸ਼ ਕਰਨਗੇ ਵਿਪਨ ਗਿੱਲ ਜੀ। ਤੇ ਵਿਪਨ ਗਿੱਲ ਜੀ ਦੇ ਬਾਰੇ 'ਚ ਮੈਂ ਦੱਸ ਦੇਵਾਂ ਕਿ ਵਿਪਨ ਗਿੱਲ ਜੀ ਅੰਮ੍ਰਿਤਸਰ ਰਹਿੰਦੇ ਨੇ ਔਰ ਐਮਫਿਲ ਇਹਨਾਂ ਨੇ ਕੀਤਾ ਹੋਇਆ ਹੈ ਔਰ ਇਹਦੇ ਇਲਾਵਾ ਉਹ 8 ਕਿਤਾਬਾਂ ਉਹਨਾਂ ਦੀਆਂ ਆ ਚੁੱਕੀਆਂ ਨੇ। ਕਹਾਣੀਕਾਰ ਨੇ, ਟਰਾਂਸਲੇਟਰ ਨੇ ਔਰ ਇਹਦੇ ਇਲਾਵਾ ਉਹ ਮੈਥ ਹਿਸਾਬ ਦੇ ਯਾਨੀ ਉਸਤਾਦ ਨੇ। ਤੇ ਮੈਨੂੰ ਬੜੀ ਹੈਰਾਨਗੀ ਹੋ ਰਹੀ ਹੈ ਵਿਪਨ ਜੀ ਕਿ ਤੁਸੀਂ ਮੈਥ ਪੜ੍ਹਾਉਂਦੇ ਹੋ ਤੇ ਯਕੀਨਨ ਤੁਹਾਡੇ ਸਟੂਡੈਂਟ ਜਿਹੜੇ ਹੋਣਗੇ, ਤੁਹਾਡੇ ਸ਼ਾਗਿਰਦ ਜਿਹੜੇ ਹੋਣਗੇ, ਉਹ ਬੜੇ ਸੋਹਣੇ ਤਰੀਕੇ ਨਾਲ ਮੈਥ ਸਮਝਦੇ ਹੋਣਗੇ। ਸਾਨੂੰ ਤੇ ਸਾਰੀ ਉਮਰ ਸਮਝ ਨਹੀਂ ਆਇਆ ਤੇ ਤੁਸੀਂ ਕਿਉਂਕਿ ਲਿਟਰੇਚਰ ਦੇ ਵਿੱਚ ਉਹ ਤੁਹਾਡਾ ਜਿਹੜਾ ਲਿਟਰੇਚਰ ਰਾਹੀਂ ਮਨ ਲੱਗਦਾ, ਤੁਸੀਂ ਉਹਨਾਂ ਨੂੰ ਮੈਥ ਲਾਜ਼ਮੀ ਸਿਖਾਉਂਦੇ ਹੋਏਗੇ ਤੇ ਦਿਲਚਸਪੀ ਵੀ ਬੜੀ ਹੋਏਗੀ ਬੱਚਿਆਂ ਦੀ ਉਹਦੇ ਵਿੱਚ। ਤੇ ਮੈਂ ਹੁਣ ਆਪਣੇ ਪ੍ਰਾਹੁਣੇ ਜਿਹੜੇ ਵਿਪਨ ਜੀ ਨੇ ਉਹਨਾਂ ਦੇ ਨੂੰ ਕਵਾਂਗੀ, ਉਹਨਾਂ ਦੀ ਬੇਨਤੀ ਕਰਾਂਗੀ ਕਿ ਉਹ ਪੇਸ਼ ਕਰਨ ਆਪਣੀ ਕਹਾਣੀ। ਤੇ ਕਹਾਣੀ ਦੇ ਦੌਰਾਨ ਤੁਸੀਂ ਕਹਾਣੀ ਜਦੋਂ ਪੜ੍ਹ ਚੁੱਕੋਗੇ ਉਹਦੇ ਬਾਅਦ ਸਾਡੇ ਸਾਰੇ ਮਿੱਤਰ ਜਿਹੜੇ ਨੇ ਇਸ ਕਹਾਣੀ ਤੇ ਗੱਲਬਾਤ ਕਰਨਗੇ ਔਰ ਤੁਸੀਂ ਜ਼ਰਾ ਖਾਮੋਸ਼ ਰਹੋਗੇ। ਅਗਰ ਕੋਈ ਜਵਾਬ ਦੇਣਾ ਹੋਏ ਤਾਂ ਉਹ ਫਿਰ ਤੁਸੀਂ ਬਾਅਦ 'ਚ ਉਹਦਾ ਜਵਾਬ ਦੇ ਸਕਦੇ ਹੋ ਤੇ ਇਹਦੇ ਤੇ ਫਿਰ ਗੱਲਬਾਤ ਹੋਏਗੀ। ਸਾਰੇ ਮਿੱਤਰ ਵਾਰੋ ਵਾਰੀ ਗੱਲਬਾਤ ਕਰਨਗੇ ਤੇ ਮੈਂ ਬੜੀ ਸ਼ੁਕਰਗੁਜ਼ਾਰ ਹਾਂ ਤੁਹਾਡੀ ਵਿਪਨ ਜੀ ਕਿ ਤੁਸੀਂ ਸਾਡੀ ਪੰਜਾਬੀ ਅਦਬੀ ਸੰਗਤ ਦੇ ਵਿੱਚ ਤੁਸੀਂ ਰਲਤ ਕੀਤੀ ਹੈ ਤੇ ਅੱਜ ਤੁਸੀਂ ਸਾਡੇ ਨਾਲ ਮੌਜੂਦ ਹੋ। ਤੁਹਾਡਾ ਬਹੁਤ ਸ਼ੁਕਰੀਆ ਤੇ ਤੁਸੀਂ ਹੁਣ ਆਪਣੀ ਕਹਾਣੀ ਜਿਹੜੀ ਹੈ ਉਹ ਸਾਡੇ ਮਿੱਤਰਾਂ ਦੇ ਨਾਲ, ਦੋਸਤਾਂ ਦੇ ਨਾਲ ਸਾਂਝੀ ਕਰੋਗੇ। ਜੀ ਵਿਪਨ ਜੀ। ਹਾਂਜੀ ਦੋਸਤੋ, ਕਹਾਣੀ ਦਾ ਨਾਮ ਹੈ ਦੋਸਤੋ ਕਹਾਣੀ। ਮਿਰਗਸ਼ਾਲ। ਬੈਂਕ ਮੈਨੇਜਰ ਦੇ ਹਾਂਜੀ, ਪਾਰਦਰਸ਼ੀ ਕੈਬਨ 'ਚ ਦੁਬਾਰਾ ਬੈਠੇ ਆ। ਦੁਬਾਰਾ ਪਲੀਜ਼ ਜ਼ਰਾ ਦੁਬਾਰਾ ਨਾਂ ਜਿਹੜਾ ਨਾ ਤੁਸੀਂ ਦੁਬਾਰਾ ਜ਼ਰਾ ਨਾਂ ਰਿਪੀਟ ਕਰ ਦਿਓ। ਹਾਂਜੀ ਦੋਸਤੋ, ਕਹਾਣੀ ਦਾ ਨਾਮ ਹੈ ਮਿਰਗਸ਼ਾਲ। ਬੈਂਕ ਇਹਦਾ ਮਤਲਬ ਮੈਨੇਜਰ ਦੇ ਕੀ ਹੈ? ਪਾਰਦਰਸ਼ ਮਿਰਗਸ਼ਾਲ ਮਿਰਾਜ ਜਿਹਨੂੰ ਕਹਿੰਦੇ ਆ, ਜਿਹਨੂੰ ਭਰਮ ਵੀ ਕਹਿ ਸਕਦੇ ਆ। ਜਿਵੇਂ ਠੀਕ ਹੈ, ਰੇਗਿਸਤਾਨ ਦੇ ਠੀਕ ਵਿੱਚ ਪਾਣੀ ਵਰਗਾ ਅਹਿਸਾਸ ਹੋਣਾ ਜਾਂ ਇਸ ਤਰ੍ਹਾਂ ਦਾ ਕੋਈ ਠੀਕ ਹੈ, ਭਰਮ। ਠੀਕ ਹੈ, ਠੀਕ ਹਾਂਜੀ ਹਾਂਜੀ ਹੈ ਜੀ। ਬੈਂਕ ਮੈਨੇਜਰ ਦੇ ਹਾਂਜੀ, ਪਾਰਦਰਸ਼ੀ ਕੈਬਨ 'ਚ ਬੈਠਿਆ, ਤਿਲਕਦੀ ਤਿਲਕਦੀ ਮੇਰੀ ਨਜ਼ਰ ਕੈਸ਼ ਕਾਊਂਟਰ ਤੇ ਖੜੇ ਇੱਕ ਚਿਹਰੇ ਤੇ ਜਾ ਟਿਕੀ। ਦਿਲ ਪਰਿੰਦੇ ਵਾਂਗ ਫੜਫੜਾਇਆ। ਬਰਿਆਂ ਤੋਂ ਠਹਿਰੀ ਝੀਲ 'ਚ ਜਿਵੇਂ ਕਿਸੇ ਨੇ ਅਚਾਨਕ ਪੱਥਰ ਮਾਰਿਆ ਹੋਵੇ। ਇਹ ਤਾਂ ਉਹੀ ਲੱਗਦੀ ਹੈ। ਮੇਰੇ ਮਨ 'ਚ ਸੰਸਾ ਉੱਠਿਆ। ਮੈਂ ਝੱਟ ਮੂੰਹ ਘੁਮਾ ਲਿਆ। ਕਿਤੇ ਮੇਰਾ ਭਰਮ ਤਾਂ ਨਹੀਂ। ਇਹ ਸੋਚ ਕੇ ਕੁਝ ਚਿਰ ਬਾਅਦ ਦੁਬਾਰਾ ਦੇਖਿਆ, ਉਹੀ ਸੀ। ਮੈਂ ਝਟਪਟ ਫਿਰ ਮੂੰਹ ਘੁਮਾ ਲਿਆ ਤੇ ਉਹਦੀਆਂ ਨਜ਼ਰਾਂ ਤੋਂ ਬਚਣ ਲਈ ਖੁਦ 'ਚ ਸੁੰਗੜਨ ਜਿਹਾ ਲੱਗ ਪਿਆ। 5 ਮਿੰਟ ਬਾਅਦ ਦੁਬਾਰਾ ਦੇਖਿਆ ਤਾਂ ਉਹ ਉੱਥੇ ਨਹੀਂ ਸੀ। ਐਨੇ ਨੂੰ ਮੈਨੇਜਰ ਨੇ ਮੇਰੇ ਹੱਥ 'ਚ ਫਾਈਲ ਫੜਾਈ ਤੇ ਮੈਂ ਵੀ ਉੱਠ ਕੇ ਤੁਰ ਪਿਆ। ਬੈਂਕ ਦੇ ਮੁੱਖ ਦਰਵਾਜ਼ੇ ਤੋਂ ਬਾਹਰ ਨਿਕਲਦਿਆਂ ਉਹ ਫਿਰ ਮੇਰੇ ਮੱਥੇ 'ਚ ਠਾਹ ਕਰਕੇ ਵੱਜੀ। ਇਹ ਵੜਾ ਇੰਝ ਹੀ ਵੱਜਦੀ ਹੈ। ਉਦੋਂ ਸਿੱਧਾ ਦਿਲ ਤੇ ਵੱਜੀ ਸੀ ਤੇ ਅੱਜ ਸਿੱਧਾ ਦਿਮਾਗ ਤੇ। ਇਸ ਅਚਾਨਕ ਹੋਏ ਮੌਕਾ ਮੇਲ ਕਰਕੇ ਮੇਰਾ ਜ਼ਿਹਨ ਇੱਕਦਮ ਸੁੰਨ ਹੋ ਗਿਆ ਸੀ। ਉਮਰ ਦੀ ਕਸ਼ੀਦ ਦੇ ਉਤਰਾਅ ਚੜਾਅ ਉਸਦੇ ਚਿਹਰੇ ਤੇ ਸਾਫ਼ ਨਜ਼ਰ ਆ ਰਹੇ ਸਨ, ਪਰ ਗੱਲ ਤੇ ਛੋਟਾ ਜਿਹਾ ਭੂਰੇ ਰੰਗ ਦਾ ਜਮਾਂਦਰੂ ਨਿਸ਼ਾਨ ਅੱਜ ਵੀ ਚੰਨ ਤੇ ਗ੍ਰਹਿਣ ਵਾਂਗੂ ਜਾਪਿਆ। ਮੇਰੇ ਸਿਰ ਉੱਪਰਲੀ ਭਰਵੀਂ ਫਸਲ ਭਾਵੇਂ ਉਮਰ ਦੀ ਗੜੇਮਾਰੀ ਦੀ ਸ਼ਿਕਾਰ ਹੋ ਚੁੱਕੀ ਸੀ, ਪਰ ਉਸਨੇ ਵੀ ਮੈਨੂੰ ਝੱਟ ਪਛਾਣ ਲਿਆ। ਓਮੀ ਤੂੰ? ਉਹਨੇ ਫੱਟ ਦੇਣੀ ਕਿਹਾ ਤਾਂ ਮੇਰੇ ਕੋਲ ਭੱਜਣ ਦੀ ਕੋਈ ਗੁੰਜਾਇਸ਼ ਨਹੀਂ ਬਚੀ। ਉਸਦੇ ਹੱਥ 'ਚ ਕੁਝ ਕਾਗਜ਼ ਸਨ, ਜਿਨ੍ਹਾਂ ਨੂੰ ਉਹ ਸ਼ਾਇਦ ਬਾਹਰੋਂ ਕਿਸੇ ਦੁਕਾਨ ਤੋਂ ਫੋਟੋਸਟੇਟ ਕਰਵਾ ਕੇ ਲਿਆਈ ਸੀ। ਹਾਲੇ ਮੈਂ ਮੂੰਹੋਂ ਕੁਝ ਫੁੱਟਦਾ, ਉਹਨੇ ਅਗਲਾ ਹੁਕਮ ਚੜ੍ਹਾੜਿਆ। ਤੂੰ 2 ਮਿੰਟ ਰੁਕੀ ਬਾਹਰ, ਮੈਂ ਹੁਣੇ ਆਈ। ਭਲਾ ਮੈਂ ਕਿਉਂ ਰੁਕਦਾ?
ਅਸੂਲਨ ਮੈਨੂੰ ਰੁਕਣਾ ਵੀ ਨਹੀਂ ਚਾਹੀਦਾ ਸੀ, ਪਰ ਮੈਂ ਬਾਹਰ ਆ ਕੇ ਇੱਕ ਤੂਤ ਦੇ ਰੁੱਖ ਹੇਠ ਆਣ ਖਲੋਤਾ। ਬਹਾਰ ਰੁੱਤ ਦੀ ਮੱਠੀ ਮੱਠੀ ਉਕਸਾਉਂਦੀ ਧੁੱਪ 'ਚ ਤੂਤ ਦੀਆਂ ਨਵੀਆਂ ਨਕੋਰ ਲਮਕਦੀਆਂ ਸੁਰਖ ਤੂਤੀਆਂ ਨਾਲ ਲੱਦੀਆਂ ਹੋਈਆਂ ਲਗਰਾਂ ਆਪਣੇ ਜੋਬਨ ਦੀ ਭਰਪੂਰਤਾ ਦਾ ਪ੍ਰਦਰਸ਼ਨ ਕਰ ਰਹੀਆਂ ਸਨ। ਕੁਦਰਤ ਦੀ ਖੂਬਸੂਰਤੀ ਦੇਖ ਕੇ ਮੈਨੂੰ ਸੁਖਦ ਜਿਹਾ ਅਹਿਸਾਸ ਹੋਇਆ, ਪਰ ਅਗਲੇ ਹੀ ਪਲ ਪਹਿਲਾਂ ਆਈ ਅਚਾਨਕ ਵਿਪਤਾ ਬਾਰੇ ਸੋਚ ਕੇ ਤਲਖੀ ਜਿਹੀ ਮਹਿਸੂਸ ਹੋਣ ਲੱਗ ਪਈ। 7 ਕੁ ਮਿੰਟਾਂ ਬਾਅਦ ਉਹ ਬੈਂਕ ਚੋਂ ਬਾਹਰ ਆਉਂਦੀ ਦਿਸੀ। ਉਹਦਾ ਚਿਹਰਾ ਮੈਨੂੰ ਉਜੜੀ ਹੋਈ ਬਹਾਰ ਵਰਗਾ ਜਾਪਿਆ, ਉੱਡਿਆ ਉੱਡਿਆ ਬੇਰੌਣਕਾ ਜਿਹਾ। ਲੰਮੀ ਗੁੱਤ ਦੀ ਥਾਂ ਚੱਪਾ ਕੁ ਜਿੰਨੀ ਪੂੰਜੀ ਜਿਹੀ। ਉਫ, ਇਹਦੀ ਲੰਬੀ ਗੁੱਤ ਦਾ ਮੈਂ ਕਿੰਨਾ ਸ਼ਦਾਈ ਸਾਂ। ਜਦੋਂ ਇਸ ਕਮਬਖਤ ਨੇ ਮੈਨੂੰ ਝਟਕ ਕੇ ਗਲੋਂ ਲਾਇਆ ਸੀ, ਉਦੋਂ ਵੀ ਦਿਲ ਕੀਤਾ ਸੀ ਕਿ ਇਹਦੀ ਲੰਮੀ ਗੁੱਤ ਨਾਲ ਲਮਕ ਕੇ ਫਾਹਾ ਲੈ ਲਵਾਂ। ਮੈਨੂੰ ਮੁਆਇਨਾ ਕਰਦਿਆਂ ਦੇਖ ਉਹ ਛਿੱਥੀ ਜਿਹੀ ਹੋ ਗਈ। ਮੇਰੇ ਕੋਲ ਆ ਕੇ ਬੋਲੀ, ਕਿੱਥੇ ਲੁਕਿਆ ਰਿਹਾ ਇੰਨਾ ਚਿਰ? ਮਸਾਂ ਕਾਬੂ ਆਇਆ। ਉਹਦੇ ਬੋਲਾਂ 'ਚ ਅਤੀਤ ਦੀ ਮਾਸਾ ਜਿੰਨੀ ਵੀ ਚੜੀ ਲੱਥੀ ਨਹੀਂ ਸੀ, ਪਰ ਮੇਰੀ ਬੇਚੈਨੀ ਦੀ ਤੀਬਰਤਾ ਇੱਕਦਮ ਇੰਨੀ ਵੱਧ ਗਈ ਕਿ ਮੈਂ ਤੜਫ ਉੱਠਿਆ। ਇਸ ਲਈ ਉਸਦਾ ਸਵਾਲ ਅਣਸੁਣਿਆ ਕਰ ਦਿੱਤਾ। ਜਿੰਨੇ ਚਿਰ ਨੂੰ ਉਸਨੂੰ ਚੰਗਾ ਕਹਿ ਕੇ ਫਿਰ ਤੁਰਦਾ ਬਣਦਾ, ਉਸਨੇ ਅਗਲਾ ਸਵਾਲ ਦਾਗਿਆ, ਇੱਥੇ ਕਿਵੇਂ? ਬਦਲੀ ਹੋ ਗਈ ਤੇਰੀ? ਮੈਂ ਸੁਣਿਆ ਸੀ ਕਿਤੇ ਤੂੰ ਇੱਥੇ ਆ ਗਿਆ। ਕਿਵੇਂ ਨਾਮੀ ਜਸੂਸ ਬਣੀ ਫਿਰਦੀ ਐ। ਇਹਨੇ ਭਲਾ ਮੇਰੇ ਤੋਂ ਕੀ ਲੈਣਾ? ਐਵੇਂ ਤੀਵੀਆਂ ਵਾਲੀਆਂ ਸੂਹਾਂ ਕੱਢਣ ਦੀ ਬਿਮਾਰੀ। ਇਹ ਸੋਚ ਕੇ ਮੈਨੂੰ ਖਿਝ ਜਿਹੀ ਚੜੀ, ਪਰ ਮੈਂ ਇੱਕ ਸੱਭਿਅਕ ਬੰਦੇ ਵਾਂਗ ਜਵਾਬ ਦਿੰਦਿਆਂ ਕਿਹਾ, ਹਾਂ 15 ਕੁ ਦਿਨ ਪਹਿਲਾਂ ਹੀ ਜੁਆਇਨ ਕੀਤਾ, ਇਸੇ ਬੈਂਕ ਦੀ ਮਾਡਲ ਟਾਊਨ ਵਾਲੀ ਬ੍ਰਾਂਚ। ਅਗਲੇ ਹੀ ਪਲ ਮੈਂ ਖੁਦ ਨੂੰ ਕੋਸਣ ਲੱਗਾ, ਭਲਾ ਮੈਨੂੰ ਕੀ ਲੋੜ ਸੀ ਇਹਨੂੰ ਇੰਨਾ ਕੁਝ ਦੱਸਣ ਦੀ। ਪਰ ਗੱਲ ਜ਼ਬਾਨੋਂ ਨਿਕਲ ਚੁੱਕੀ ਸੀ ਤੇ ਹੁਣ ਕੀ ਹੋ ਸਕਦਾ ਸੀ। ਉਸਨੇ 16 ਸਾਲ ਪਹਿਲਾਂ ਵਰਗੀ ਸੁਲ੍ਹਾ ਮਾਰੀ, ਜਿੱਥੇ ਮੇਰੇ ਜਵਾਬ ਦੀ ਰਤਾ ਜਿੰਨੀ ਵੀ ਗੁੰਜਾਇਸ਼ ਨਹੀਂ ਹੁੰਦੀ ਸੀ। ਚੱਲ ਫਿਰ ਚਾਹ ਪੀਂਦੇ ਆ। ਮੈਂ ਤਾਂ ਇਸ ਕੋਲੋਂ ਛੇਤੀ ਤੋਂ ਛੇਤੀ ਖਹਿੜਾ ਛਡਾਉਣਾ ਚਾਹੁੰਦਾ ਸੀ, ਪਰ ਇਹਨੇ ਆ ਚਾਹ ਵਾਲੀ ਨਵੀਂ ਸਾਖੀ ਛੇੜ ਦਿੱਤੀ। ਜੀ ਕੀਤਾ ਠੋਕ ਕੇ ਨਾ ਕਰ ਦੇਵਾਂ। ਤੇਰੀ ਸਾਡੀ ਕਾਹਦੀ ਚਾਹ? ਤੂੰ ਉਦੋਂ ਘੱਟ ਕੀਤੀ ਸੀ ਮੇਰੇ ਨਾਲ। ਫਿਰ ਮੈਂ ਆਪਣੇ ਸੁਭਾਅ ਦੀ ਕਮਜ਼ੋਰੀ ਕਾਰਨ ਕਿਹਾ ਨਾ ਗਿਆ। ਜਿਸ ਬੰਦੇ ਨੂੰ ਸਹਿਣ ਦੀ ਆਦਤ ਪੈ ਚੁੱਕੀ ਹੋਵੇ, ਉਹ ਜਾਬਰ ਦੇ ਚਾਬੁਕ ਚੁੱਕਣ ਤੋਂ ਪਹਿਲਾਂ ਹੀ ਜ਼ੁਲਮ ਸਹਿਣ ਲਈ ਆਪਣੀ ਪਿੱਠ ਨੰਗੀ ਕਰਕੇ ਖੜਾ ਹੋ ਜਾਂਦਾ ਹੈ। ਨੰਜੀ ਦੀ ਦੁਕਾਨ ਤੇ ਆ ਜਾ, ਉਹਨੇ ਐਕਟਿਵਾ ਦਾ ਸਟੈਂਡ ਲਾਉਂਦਿਆਂ ਕਿਹਾ। ਉਹ ਐਕਟਿਵਾ ਸਟਾਰਟ ਕਰਕੇ ਤੁਰ ਪਈ ਤੇ ਮੈਂ ਓਨਾ ਚਿਰ ਉਹਦੀ ਪਿੱਠ ਤੱਕਦਾ ਰਿਹਾ, ਜਿੰਨਾ ਚਿਰ ਉਹ ਮੇਰੀਆਂ ਨਜ਼ਰਾਂ ਤੋਂ ਓਝਲ ਨਹੀਂ ਹੋ ਗਈ। ਉਹਨੇ ਪੀਲੇ ਰੰਗ ਦਾ ਬੂਟੀਆਂ ਵਾਲਾ ਸੂਟ ਪਾਇਆ ਹੋਇਆ ਸੀ। ਵਰ੍ਹਿਆਂ ਦੇ ਵਕਫੇ ਦੇ ਲੇਫ ਉਹਦੀ ਅਕਹਿਰੀ ਦੇਹ ਤੇ ਚੜ ਚੁੱਕੇ ਸਨ, ਪਰ ਪੀਲਾ ਰੰਗ ਤਾਂ ਇਹਨੂੰ ਬਿਲਕੁਲ ਪਸੰਦ ਨਹੀਂ ਸੀ। ਅਚਾਨਕ ਮੈਨੂੰ ਯਾਦ ਆਇਆ, ਮੈਂ ਦੁਚਿੱਤੀ ਦੀ ਹਾਲਤ 'ਚ ਕਾਰ 'ਚ ਬੈਠ ਤਾਂ ਗਿਆ, ਪਰ ਮੇਰੇ ਹੱਥ ਸੈਲਫ ਮਾਰਨ ਤੋਂ ਇਨਕਾਰੀ ਹੁੰਦੇ ਜਾਪੇ। ਆਪਣੀ ਦੁਚਿੱਤੀ ਨੂੰ ਮਿਟਾਉਣ ਲਈ ਮੈਂ ਸਿਗਰਟ ਬਾਲ ਲਈ ਤੇ ਆਰਾਮ ਨਾਲ ਬੈਠ ਕੇ ਕਸ਼ ਮਾਰਨ ਲੱਗਾ। ਤੀਵੀਆਂ ਨੂੰ ਸਮਝਣਾ ਕਿੰਨਾ ਔਖਾ। ਸਮਝ ਤਾਂ ਮੈਨੂੰ ਉਦੋਂ ਵੀ ਨਹੀਂ ਸਕਿਆ ਸਾਂ ਜਦੋਂ 16 ਵਰ੍ਹੇ ਪਹਿਲਾਂ ਇਹ ਠਾਹ ਦੇਣੀ ਪ੍ਰਪੋਜ਼ ਮਾਰ ਕੇ ਮੇਰੀ ਜ਼ਿੰਦਗੀ 'ਚ ਧੱਕੇ ਨਾਲ ਆਣ ਵੜੀ ਸੀ। ਉਦੋਂ ਮੈਂ ਫਸਟ ਈਅਰ 'ਚ ਪੜ੍ਹਦਾ ਡਰੂ ਤੇ ਛਲਾਰੂ ਜਿਹਾ ਕਿਤਾਬੀ ਕੀੜਾ ਸਾਂ, ਤੇ ਇਹ ਵਾਲੀਬਾਲ ਦੀ ਮਸ਼ਹੂਰ ਧਾਕੜ ਖਿਡਾਰਨ ਮੇਰੇ ਨਾਲੋਂ ਇੱਕ ਜਮਾਤ ਅੱਗੇ ਸੈਕਿੰਡ ਈਅਰ 'ਚ ਸੀ। ਉਦੋਂ ਭਾਵੇਂ ਮੈਂ ਇਸ ਦੀਆਂ ਮੇਰੇ ਪ੍ਰਤੀ ਮਿਹਰਬਾਨ ਹੋਈਆਂ ਨਜ਼ਰਾਂ ਨੂੰ ਪਛਾਣ ਤਾਂ ਲਿਆ ਸੀ, ਪਰ ਚੁੱਪ ਰਿਹਾ। ਤੇ ਫਿਰ ਇੱਕ ਦਿਨ ਜਦੋਂ ਇਸਨੇ ਆਪ ਹੀ ਮੇਰੀ ਮੁਹੱਬਤ ਲਈ ਸਵਾਲ ਪਾਇਆ, ਤਾਂ ਮੇਰੇ ਮੂੰਹੋਂ ਨਿਕਲਿਆ ਸੀ, ਦੇਖੇ ਕਿਤੇ ਜੱਟਾਂ ਦੇ ਭੇਡ 'ਚ ਵਿਚਾਰਾ ਬਾਹਮਣ ਨਾ ਮਾਰਿਆ ਜਾਵੇ। ਉਦੋਂ ਇਸਨੇ ਤਿੜ ਕੇ ਆਖਿਆ ਸੀ, ਐਵੇਂ ਕਿਵੇਂ ਨਾ ਸਮਝੀ ਮੈਨੂੰ, ਸਿਆਲਾਂ ਦੀ ਹੀਰ ਆ, ਤੋੜ ਨਿਭਾਉਂਗੀ ਇੱਕ ਦਿਨ, ਇੱਕ ਵਾਰ ਅਜਮਾ ਕੇ ਤਾਂ ਦੇਖ। ਉਸ ਵੇਲੇ ਇੰਨਾ ਕੁ ਯਕੀਨ ਤਾਂ ਮੈਨੂੰ ਇਸ ਤੇ ਹੈ ਸੀ, ਜੱਟਾਂ ਦੀਆਂ ਕੁੜੀਆਂ ਉਂਝ ਵੀ ਧਾਕੜ ਹੁੰਦੀਆਂ, ਇੰਨੀ ਛੇਤੀ ਹਾਰ ਨਹੀਂ ਮੰਨਦੀਆਂ। ਉਂਝ ਵੀ ਹਾਰਮੋਨਾਂ ਦੀ ਉਤਰਾਅ ਚੜਾਅ ਦੀ ਉਮਰੇ ਅਕਹਿਰੀ ਦੇਹ ਤੇ ਤਿੱਖੇ ਨੈਣ ਨਕਸ਼ਾਂ ਵਾਲੀ ਇਹ ਹੀਰ ਮੇਰੇ ਕਾਲਜੇ ਦਾ ਰੁੱਗ ਭਰ ਕੇ ਲੈ ਗਈ। ਹਾਂ ਤਾਂ ਮੈਨੂੰ ਕਰਨੀ ਹੀ ਪੈਣੀ ਸੀ। ਇੰਜ ਪੰਡਤਾਂ ਦਾ ਇਕਲੌਤਾ ਜਿਹਾ ਮੁੰਡਾ ਇਸ਼ਕ ਦੇ ਅਵਲੜੇ ਰਾਹ ਪੈ ਗਿਆ, ਜਿਸ ਦੀ ਮਾਂ ਤੇ ਦਾਦੀ ਉਸਨੂੰ ਚੱਤੇ ਪਹਿਰ ਆਪਣੇ ਖਿਆਲਾਂ ਦੀ ਛਾਂ ਹੇਠ ਰੱਖ ਕੇ ਸੰਭਲ ਕੇ ਪਾਲ ਰਹੀਆਂ ਸਨ। ਉਹਨਾਂ ਦੋਵਾਂ ਨੂੰ ਹਮੇਸ਼ਾ ਮੇਰੀ ਫਿਕਰ ਲੱਗੀ ਰਹਿੰਦੀ। ਹਰ ਦੂਜੇ ਚੌਥੇ ਮਿਰਚਾਂ ਵਾਰ ਕੇ ਮੇਰੀ ਨਜ਼ਰ ਉਤਾਰਦੀਆਂ ਰਹਿੰਦੀਆਂ। ਮੈਨੂੰ ਮਾਸਾ ਕੁ ਖੰਘ ਆਉਂਦੀ ਤਾਂ ਝੱਟ ਜੜੀਆਂ ਬੂਟੀਆਂ ਘੋਟਣ ਲੱਗ ਪੈਂਦੀਆਂ। ਮੇਰਾ ਰਤਾ ਕੁ ਚਿਹਰਾ ਭਖਦਾ ਤਾਂ ਦੋਵੇਂ ਬਾਰੋ ਵਾਰੀ ਮੇਰੇ ਮੱਥੇ ਤੇ ਹੱਥ ਧਰ ਕੇ ਦੇਖਦੀਆਂ ਕਿ ਕਿਤੇ ਤਾਪ ਤਾਂ ਨਹੀਂ ਚੜ ਗਿਆ। ਡੈਡੀ ਫੌਜ 'ਚ ਸੀ। ਉਹ ਸਾਲ 6 ਮਹੀਨੇ ਛੁੱਟੀ ਤੇ ਆਉਂਦਾ।
ਪਰ ਮਾਂ ਤੇ ਦਾਦੀ ਦੀ ਮੇਰੇ ਪ੍ਰਤੀ ਡਿਊਟੀ ਵੀ ਇੱਕ ਮਹਾਜ ਵਾਂਗੂ ਹੀ ਸੀ। ਸ਼ਹਿਰ ਦੀ ਇੱਕ ਦਰਮਿਆਨੀ ਜਿਹੀ ਗਲੀ ਦੇ ਮੋੜ ਤੇ ਸਾਡਾ 2 ਮੰਜ਼ਿਲਾ ਘਰ ਹੈ, ਜਿੱਥੇ ਕੁਝ ਦਿਨ ਪਹਿਲਾਂ 13 ਵਰ੍ਹਿਆਂ ਬਾਅਦ ਅਸੀਂ ਮੁੜ ਵਸੇਬਾ ਕੀਤਾ ਹੈ। ਮੇਰੀ ਨੌਕਰੀ ਕਾਰਨ ਲੰਮਾ ਸਮਾਂ ਪ੍ਰਵਾਸ ਹੰਢਾਉਣਾ ਪਿਆ। ਉਦੋਂ ਸਾਡੀ ਗਲੀ ਦੇ ਮੋੜ ਤੇ ਉੱਪਰਲੀ ਮੰਜ਼ਲ ਵੱਲ ਮੇਰੇ ਕਮਰੇ ਦੀ ਖਿੜਕੀ ਦੇ ਐਨ ਸਾਹਮਣੇ ਸ਼ਾਮ ਵੇਲੇ ਚਟੋਰਿਆਂ ਦੇ ਚਸਕੇ ਮਟਾਉਣ ਲਈ 2-3 ਰੇਹੜੀਆਂ ਵਾਲੇ ਆਣ ਖਲੋਂਦੇ ਸਨ, ਤੇ ਇਹ ਹੀਰ ਸਲੇਟੀ ਆਪਣੀਆਂ ਸਹੇਲੀਆਂ ਸੰਗ ਗਰਾਊਂਡ 'ਚੋਂ ਸਿੱਧਾ ਇਹਨਾਂ ਰੇਹੜੀਆਂ ਤੇ ਗੇੜਾ ਮਾਰਦੀ। ਇਹਨਾਂ ਦੇ ਆਉਣ ਦੀ ਕਨਸੋ ਸੁਣ ਕੇ ਮੈਂ ਵੀ ਆਪਣੇ ਕਮਰੇ 'ਚੋਂ ਬਾਹਰ ਨਿਕਲ ਆਉਂਦਾ ਤੇ ਬਾਹਰ ਬਰਾਂਡੇ 'ਚ ਖੜਾ ਹੋ ਜਾਂਦਾ। ਇੰਜ ਨੈਣਾਂ ਦੇ ਇਸ਼ਾਰਿਆਂ ਨਾਲ ਗੁਫ਼ਤਗੂ ਹੁੰਦੀ। ਪੂਰੇ 8 ਮਹੀਨੇ ਇਸਨੇ ਮੈਨੂੰ ਇੱਕ ਮਨ ਭਾਉਂਦੇ ਪਰਿੰਦੇ ਵਾਂਗ ਆਪਣੇ ਸੁਪਨਿਆਂ ਦੇ ਅੰਬਰ ਤੇ ਉਡਾਰੀਆਂ ਮਰਵਾਈਆਂ, ਤੇ ਫਿਰ ਸਮੇਂ ਦੇ ਤੇਜ਼ ਰਫ਼ਤਾਰ ਨਾਲ ਇਸ ਦੇ ਮੋਹ ਦੀ ਚਾਸ ਘਟਦੀ ਗਈ, ਕਿਉਂਕਿ ਇਸ ਦੇ ਅੰਦਰ ਇੱਕ ਨਵੀਂ ਲਿਲਕ ਜਨੂੰਨ ਦੀ ਹੱਦ ਤੱਕ ਜਾਗ ਚੁੱਕੀ ਸੀ। ਇਸਨੇ ਬੜੀ ਚਲਾਕੀ ਨਾਲ ਮੇਰੇ ਦੁਆਲਿਓਂ ਆਪਣਾ ਸੁਪਨੀਲਾ ਅੰਬਰ ਖਿਸਕਾ ਲਿਆ, ਤੇ ਇੱਕ ਦਿਨ ਮੈਂ ਇੱਕ ਜ਼ਖਮੀ ਪਰਿੰਦੇ ਵਾਂਗ ਭੋਇੰ ਤੇ ਡਿੱਗਿਆ ਪਿਆ ਕਰਾ ਰਿਹਾ ਸਾਂ, ਮੈਂ ਮਰ ਜਾਊਂਗਾ ਤੇਰੇ ਬਗੈਰ। ਕੀ ਬਣੂਗਾ ਮੇਰਾ? ਗੋਰੀ ਇੰਜ ਨਾ ਕਰ, ਮੈਨੂੰ ਛੱਡ ਕੇ ਨਾ ਜਾ। ਉਦੋਂ ਮੈਂ ਤਰਲੇ ਮਾਰਦਿਆਂ ਕਿਹਾ ਸੀ, ਪਰ ਓਮੀ, ਮੇਰਾ ਇੱਥੇ ਕੁਝ ਨਹੀਂ ਬਣਨਾ। ਮੇਰੇ ਸੁਪਨੇ, ਮੇਰੀਆਂ ਸੱਧਰਾਂ, ਮੈਂ ਆਪਣੀਆਂ ਮਾਵਾਂ ਮਾਸੀਆਂ ਵਾਂਗ ਨਿੱਕੀਆਂ ਨਿੱਕੀਆਂ ਸੱਧਰਾਂ ਲਈ ਨਹੀਂ ਤਰਸ ਸਕਦੀ। ਦੇਖ, ਬੰਦਾ ਸਿਰਫ ਆਪਣੇ ਬਾਰੇ ਹੀ ਨਹੀਂ ਸੋਚ ਸਕਦਾ। ਮੇਰੇ ਛੋਟੇ ਭੈਣ ਭਰਾ, ਜੇ ਬਾਹਰ ਚਲੀ ਜਾਵਾਂ ਤਾਂ ਉਹਨਾਂ ਦੀ ਜ਼ਿੰਦਗੀ ਵੀ ਬਣ ਜਾਊਗੀ, ਉਸਨੇ ਮੇਰੇ ਕੋਲੋਂ ਹੱਥ ਛਡਾਉਂਦਿਆਂ ਕਿਹਾ ਸੀ। ਮੈਂ ਚਲਾ ਜਾਣਾ ਵਿਦੇਸ਼, ਫਿਰ ਤੈਨੂੰ ਬੁਲਾ ਲਵਾਂਗਾ। ਮੈਂ ਉਸ ਵੇਲੇ ਇਹਦੇ ਲਈ ਕੁਝ ਵੀ ਕਰਨ ਲਈ ਤਿਆਰ ਸੀ। ਪਰ ਇਹਦਾ ਕੀ ਫਾਇਦਾ? ਤੂੰ ਜਾਵੇਂਗਾ, ਫਿਰ ਪੱਕਾ ਹੋਵੇਂਗਾ ਜਾਂ ਨਹੀਂ, ਇਹ ਵੀ ਨਹੀਂ ਪਤਾ। ਇੱਕ ਗੱਲ ਦੱਸਾਂ ਮੰਮੀ, ਮੇਰੇ ਘਰਦਿਆਂ ਨੇ ਨਹੀਂ ਮੰਨਣਾ। ਜਾਤਾਂ ਦੇ ਮਸਲੇ ਆ, ਕੋਈ ਫਾਇਦਾ ਨਹੀਂ। ਉਸਨੇ ਮੇਰੇ ਕੋਲੋਂ ਜਾਨ ਛਡਾਉਂਦਿਆਂ ਕਈ ਬਹਾਨੇ ਮਾਰੇ ਸਨ। ਜਿੱਥੇ ਗੱਲ ਫਾਇਦੇ ਦੀ ਆ ਜਾਵੇ, ਉੱਥੇ ਭਲਾ ਮੁਹੱਬਤ ਟਿਕਦੀ ਕਦੇ? ਉਸਨੇ ਆਪਣੇ ਫਾਇਦੇ ਲਈ ਮੈਨੂੰ ਛੱਡ ਕੇ ਇੱਕ ਅਧਖੜ ਅਮਰੀਕਾ ਵਾਲਾ ਚੁਣ ਲਿਆ, ਤੇ ਮੈਂ ਛਟਪਟਾਉਂਦਾ ਹੋਇਆ ਉਦਾਸੀ ਦੇ ਖੂਹ 'ਚ ਜਾ ਡਿੱਗਿਆ। ਉਨੀ ਦਿਨੀ ਮੈਂ ਆਪਣੇ ਕਮਰੇ ਨੂੰ ਅੰਦਰੋਂ ਕੁੰਡੀ ਮਾਰ ਕੇ ਅਕਰਮ ਰਾਹੀ ਤੇ ਜਗਜੀਤ ਸਿੰਘ ਸੁਣਦਾ ਰਹਿੰਦਾ, ਤੇ ਮੇਰੀ ਹਾਲਤ ਦੇਖ ਕੇ ਫਿਕਰਾਂ 'ਚ ਡੁੱਬੀ ਮੇਰੀ ਮਾਂ ਟੇਵਾ ਚੁੱਕੀ ਜੋਤਸ਼ੀਆਂ ਕੋਲ ਉਪਾਅ ਕਰਾਉਂਦੀ ਫਿਰਦੀ। ਉਹ ਉਸਨੂੰ ਮੇਰੇ ਤੇ ਸਿਰ ਤੇ ਕਿਸੇ ਮਾੜੀ ਸ਼ੈ ਦੇ ਸਾਏ ਹੋਣ ਬਾਰੇ ਦੱਸਦੇ। ਪੂਰੇ 15 ਦਿਨ ਮੈਂ ਮਾਤਮੀ ਮਾਹੌਲ 'ਚ ਰਿਹਾ। ਭਲਾ ਹੋਵੇ ਮੇਰੇ ਮਿੱਤਰ ਕਰਮ ਸਿਉਂ ਦਾ, ਜਿਸ ਦੀ ਇੱਕੋ ਫਟਕਾਰ ਨੇ ਮੇਰੇ ਸਿਰ ਤੋਂ ਮਾੜੀ ਸ਼ੈ ਦਾ ਸਾਇਆ ਖਿੱਚ ਕੇ ਲਾਹ ਦਿੱਤਾ ਸੀ। ਅਸਲ 'ਚ ਕਰਮ ਸਿੰਘ ਦੀ ਇੱਕ ਕਿਤਾਬ ਮੇਰੇ ਕੋਲ ਸੀ। ਜਦੋਂ ਮੈਂ ਕਈ ਦਿਨ ਕਾਲਜ ਨਾ ਗਿਆ ਤਾਂ ਇੱਕ ਦਿਨ ਉਹ ਕਿਤਾਬ ਲੈਣ ਲਈ ਸਾਡੇ ਘਰ ਆਇਆ। ਉਹ ਬਹੁਤ ਗੁੱਸੇ 'ਚ ਸੀ। ਜਦੋਂ ਉਸਦੀ ਹਮਦਰਦੀ ਲੈਣ ਲਈ ਮੈਂ ਆਪਣੀ ਰਾਮ ਕਹਾਣੀ ਬਿਆਨ ਕੀਤੀ ਤਾਂ ਉਹ ਗੁੱਸੇ 'ਚ ਬੋਲਿਆ, ਯਾਰ, ਤੁਹਾਡੇ ਘਰ ਆਉਂਦੀ ਆ ਤੇਰੇ ਬਾਪੂ ਦੀ ਵੱਜਵੀਂ ਕਮਾਈ। ਤੇਰੇ ਵਰਗਾ ਮੁੰਡਾ ਆਪਣੇ ਇਸ਼ਕ ਨੂੰ ਪਾਲ ਸਕਦਾ, ਬਰਚਾ ਸਕਦਾ। ਸਾਡੇ ਵਰਗੇ ਦਿਹਾੜੀਦਾਰਾਂ ਦਾ ਇਸ਼ਕ ਤਾਂ ਰਿਜ਼ਕ ਹੈ। ਅਸੀਂ ਤਾਂ ਆਪਣੇ ਢਿੱਡ ਨੂੰ ਘੁੱਟ ਕੇ ਪੜ੍ਹਾਈ ਜੋਗੇ ਪੈਸੇ ਜੋੜਦੇ ਹਾਂ। ਸਾਨੂੰ ਰਿਜ਼ਕ ਕਮਾਉਣਾ ਪੈਂਦਾ ਹੈ, ਤੇ ਸਾਡਾ ਇਹ ਇਸ਼ਕ ਸਾਡੇ ਨਾਲ ਕਦੇ ਦਗਾ ਨਹੀਂ ਕਰਦਾ। ਮੈਨੂੰ ਫਟਕਾਰਾਂ ਦੇ ਕੇ ਉਹ ਤੁਰਦਾ ਬਣਿਆ। ਸਾਰੀ ਰਾਤ ਮੈਂ ਉਸ ਦੀਆਂ ਗੱਲਾਂ ਬਾਰੇ ਧਿਆਨ ਨਾਲ ਸੋਚਦਾ ਰਿਹਾ, ਤੇ ਅਗਲੇ ਦਿਨ ਮੈਂ ਕਾਲਜ ਚਲਾ ਗਿਆ। ਖੈਰ, ਅਗਲੇ ਕੁਝ ਦਿਨਾਂ 'ਚ ਮੇਰੇ ਅੰਦਰਲਾ ਕਿਤਾਬੀ ਕੀੜਾ ਮੁੜ ਜਾਗ ਪਿਆ। ਗ੍ਰੈਜੂਏਸ਼ਨ ਕੀਤੀ, ਬੈਂਕਿੰਗ ਦਾ ਟੈਸਟ ਦਿੱਤਾ, ਫਿਰ ਨੌਕਰੀ ਮਿਲੀ, ਤੇ ਪ੍ਰਿਆ ਵਰਗੀ ਸੁਹਿਰਦ ਜੀਵਨ ਸਾਥਣ, ਤੇ ਫਿਰ ਮਾਨਸ ਵਰਗਾ ਪਿਆਰਾ ਬੱਚਾ। ਉਫ, ਹਾਲੇ ਕੁਝ ਦਿਨ ਪਹਿਲਾਂ ਹੀ ਇੱਥੇ ਆਇਆ ਹਾਂ, ਤੇ ਅੱਜ ਇਹ ਬਲਾ ਮੈਨੂੰ ਫਿਰ ਟੱਕਰ ਗਈ ਸੀ। ਘੜੀ ਵੱਲ ਦੇਖਿਆ ਤਾਂ ਉਹਨੂੰ ਗਿਆ 55 ਮਿੰਟ ਹੋ ਚੁੱਕੇ ਸਨ। ਸ਼ਾਇਦ ਮੈਨੂੰ ਉਡੀਕ ਕੇ ਚਲੀ ਗਈ ਹੋਵੇਗੀ, ਮੈਂ ਸੋਚਿਆ, ਪਰ ਫਿਰ ਆਪਣੀ ਗੱਡੀ ਨੰਜੀ ਦੀ ਦੁਕਾਨ ਨੂੰ ਜਾਣ ਵਾਲੀ ਸੜਕ ਵੱਲ ਪਾ ਲਈ। ਇਸ ਸ਼ਹਿਰ 'ਚ ਆਉਣ ਤੋਂ ਬਾਅਦ ਅੱਜ ਪਹਿਲੀ ਵਾਰ ਇਸ ਸੜਕ ਤੇ ਨਿਕਲਿਆ ਸਾਂ। ਅਜੀਬ ਜਿਹੀ ਅਜਨਬੀਅਤ ਜਿਹਨ ਤੇ ਛਾਈ ਹੋਈ ਸੀ। ਕੰਕਰੀਟ ਦੀ ਸੜਕ ਤੇ ਤਾਜੀ ਤਾਜੀ ਟਾਕੀਨੁਮਾ ਮੁਰੰਮਤ ਉਸ ਕਚੱਜੀ ਵੇਸਵਾ ਦੇ ਚਿਹਰੇ ਵਰਗੀ ਜਾਪਦੀ ਸੀ, ਜਿਸਨੇ ਅਚਾਨਕ ਆਏ ਗਾਹਕ ਲਈ ਬੜੀ ਕਾਹਲੀ ਕਾਹਲੀ 'ਚ ਆਪਣੇ ਚਿਹਰੇ ਤੇ ਪਾਊਡਰ ਥੱਪ ਲਿਆ ਹੋਵੇ। ਖੈਰ, ਨੰਜੀ ਦੇ ਦੁਕਾਨ ਤੇ ਪਹੁੰਚੇ ਕੇ ਦੇਖਿਆ ਤਾਂ ਉਸਦਾ ਖੋਖਾ ਹੁਣ ਨਿਰੰਜਨ ਸਵੀਟ ਸ਼ਾਪ ਬਣ ਚੁੱਕਾ ਸੀ। ਕੱਚ ਦੇ ਮਰਤਵਾਨਾਂ 'ਚ ਰੱਖੀਆਂ ਮੱਠੀਆਂ ਦੀ ਥਾਂ ਹੁਣ ਸ਼ੀਸ਼ੇ ਦੇ ਸ਼ੋਕੇਸਾਂ 'ਚ ਸਜਾਈਆਂ ਮਠਿਆਈਆਂ ਤੇ ਪੱਛਮੀ ਤਰਜ਼ ਦੇ ਸਨੈਕਸ ਨੇ ਲੈ ਲਈ ਸੀ। ਮੈਨੂੰ ਦੇਖ ਕੇ ਗੋਰੀ ਨੇ ਬਿੱਲੀ ਵਾਂਗ ਉਬਾਸੀ ਲਈ। ਬੜਾ ਚਿਰ ਲਾ ਦਿੱਤਾ। 5 ਮਿੰਟਾਂ ਦਾ ਰਾਹ ਸੀ, ਉਸਨੇ ਮੈਨੂੰ ਬੈਠਣ ਦਾ ਇਸ਼ਾਰਾ ਕਰਦਿਆਂ ਕਿਹਾ। ਮੈਂ ਉਸਦਾ ਜਵਾਬ ਦੇਣ ਦੀ ਥਾਂ ਬਾਹਰ ਦੇਖਣ ਲੱਗ ਪਿਆ। ਸਾਹਮਣੇ ਫੁੱਟਪਾਥ ਤੇ ਸੁਖਚੈਨ ਦੇ ਰੁੱਖ ਹੇਠਾਂ ਇੱਕ ਮੋਚੀ ਜੁੱਤੀ ਗੰਢਣ 'ਚ ਰੁੱਝਾ ਹੋਇਆ ਸੀ।
ਉਸ ਕੋਲ ਇੱਕ ਨੌਜਵਾਨ ਜੋੜਾ ਖੜਾ ਸੀ। ਸ਼ਾਇਦ ਉਹ ਉਹਨਾਂ ਦੀ ਜੁੱਤੀ ਦੀ ਗੰਢ ਤੋਂ ਪੁਕਾਰ ਰਿਹਾ ਸੀ। ਨੌਜਵਾਨ ਜੋੜਾ ਉਸ ਤੋਂ ਬੇਖਬਰ ਆਪਣੀ ਗੱਲਬਾਤ 'ਚ ਰੁੱਝਾ ਹੋਇਆ ਸੀ। ਬਹੁਤੀਆਂ ਗੱਲਾਂ ਮੁੰਡਾ ਕਰ ਰਿਹਾ ਸੀ। ਕੁੜੀ ਉਸਦੀਆਂ ਗੱਲਾਂ ਸੁਣ ਕੇ ਹੱਸਦੀ ਜਾਂ ਫਿਰ ਸਿਰ ਹਿਲਾ ਕੇ ਹੁੰਗਾਰਾ ਭਰ ਰਹੀ ਸੀ। ਪਕੌੜੇ ਵੀ ਖਾਣੇ? ਗੋਰੀ ਦੀ ਆਵਾਜ਼ ਨੇ ਮੇਰੀ ਬਿਰਤੀ ਤੋੜ ਦਿੱਤੀ। ਨਹੀਂ, ਸਿਰਫ ਚਾਹ, ਮੈਂ ਜਵਾਬ ਦਿੱਤਾ। ਹਾਲੇ ਭਾਵੇਂ ਤਾਜ਼ੇ ਤਲ ਰਹੇ ਪਕੌੜਿਆਂ ਦੀ ਮਹਿਕ ਨੇ ਮੇਰਾ ਮਨ ਬੇਈਮਾਨ ਕਰ ਦਿੱਤਾ ਸੀ, ਪਰ ਮੈਂ ਜਲਦੀ ਤੋਂ ਜਲਦੀ ਚਾਹ ਦਾ ਕੰਮ ਨਿਬੇੜ ਕੇ ਉਸ ਕੋਲੋਂ ਖਹਿੜਾ ਛਡਾਉਣਾ ਚਾਹੁੰਦਾ ਸੀ। 2 ਕੱਪ ਚਾਹ, ਉਸਨੇ ਛਲਾਰੂ ਜਿਹੇ ਮੁੰਡੇ ਨੂੰ ਆਵਾਜ਼ ਮਾਰ ਕੇ ਕਿਹਾ। ਇੱਧਰ ਰਹਿੰਦੇ ਹੋ ਜਾਂ ਉੱਧਰ? ਮੈਂ ਜਵਾਬ ਦੇਣ ਦੀ ਥਾਂ ਉਸਨੂੰ ਸਵਾਲ ਪੁੱਛਿਆ। ਮੇਰਾ ਜਵਾਬ ਦੇਣ ਦੀ ਥਾਂ ਉਹ ਸੋਚੀ ਪੈ ਗਈ। ਉਸਦੇ ਚਿਹਰੇ ਤੇ ਅਜੀਬ ਜਿਹੀ ਉਦਾਸੀ ਛਾ ਗਈ। ਮੁੰਡਾ ਚਾਹ ਰੱਖ ਕੇ ਚਲਾ ਗਿਆ। ਚਾਹ ਦੀਆਂ ਆਖਰੀ ਘੁੱਟਾਂ ਪੀਣ ਤੱਕ ਅਸੀਂ ਦੋਵੇਂ ਚੁੱਪ-ਚਾਪ ਬੈਠੇ ਰਹੇ। ਉਸਨੇ ਖਾਲੀ ਕੱਪ ਮੇਜ਼ ਤੇ ਰੱਖਿਆ ਤੇ ਮੈਂ ਉਸਦੀਆਂ ਅੱਖਾਂ ਵੱਲ ਦੇਖਿਆ। 2 ਖਾਲੀ ਆਲ੍ਹਣੇ, ਜਿਨ੍ਹਾਂ 'ਚੋਂ ਸੁਪਨਿਆਂ ਦੇ ਪੰਛੀ ਖੌਰੇ ਕਦੋਂ ਦੇ ਉਡਾਰੀ ਮਾਰ ਗਏ ਸਨ। ਉਸਨੇ ਲੰਮਾ ਸਾਹ ਲੈਂਦਿਆਂ ਕਿਹਾ, ਓਮੀ, ਅਮਰੀਕਾ ਤਾਂ ਮੈਂ ਜਾ ਹੀ ਨਹੀਂ ਸਕੀ। ਉਸਨੇ ਉੱਧਰ ਪੱਕਾ ਹੋਣ ਲਈ ਪਹਿਲਾਂ ਹੀ ਕਿਸੇ ਮੇਮ ਨਾਲ ਵਿਆਹ ਕਰਾਇਆ ਹੋਇਆ ਸੀ। ਉਹਨੇ ਤਾਂ ਹਾਲੇ ਤੱਕ ਵੀ ਮੇਰੇ ਘਰ ਵਾਲੇ ਨੂੰ ਤਲਾਕ ਨਹੀਂ ਦਿੱਤਾ। ਉਸਨੇ ਕਿ ਇਸਨੇ? ਮੈਂ ਵਿਅੰਗ ਨਾਲ ਪੁੱਛਿਆ। ਮੈਨੂੰ ਵੀ ਹੁਣ ਉਸਨੂੰ ਕਰੇਦਣ ਦਾ ਮਜ਼ਾ ਆਉਣ ਲੱਗ ਪਿਆ ਸੀ। ਕੀ ਪਤਾ ਕਿਹਨੇ, ਰੱਬ ਜਾਣੇ। ਉਹਦੇ ਨਾਲ ਤਲਾਕ ਹੁੰਦਾ ਤਾਂ ਮੇਰੇ ਨਾਲ ਕੋਰਟ ਮੈਚ ਹੁੰਦੀ। ਮੈਨੂੰ ਤਾਂ ਲਾਰੇ ਹੀ ਲਾਉਂਦਾ ਰਿਹਾ ਕਿ ਮੈਂ ਉਸਦੇ ਲਾਰਿਆਂ 'ਚ ਫਸੀ ਉਹਦੇ ਬੁੱਢੜੇ ਨੂੰ ਸਾਂਭਦੀ ਰਹੀ। ਵਿਆਹ ਤੋਂ ਬਾਅਦ ਉੱਪਰੋਂ ਥੜੀ 2 ਕੁੜੀਆਂ ਜੰਮ ਪਈਆਂ। ਉਹਨਾਂ ਨੂੰ ਪਾਲਦੀ ਪੋਸਦੀ ਰਹੀ। ਬਸ ਇੰਝ ਹੀ ਜ਼ਿੰਦਗੀ ਨੂੰ ਧੱਕਾ ਦੇ ਰਹੀ ਹਾਂ। ਗੋਰੀ ਦੀ ਬਿਥਿਆ ਮੇਰੇ ਤੇ ਨਸ਼ੇ ਵਰਗਾ ਅਸਰ ਕਰ ਰਹੀ ਸੀ ਤੇ ਮੈਂ ਅਨੋਖੇ ਸਰੂਰ 'ਚ ਆ ਗਿਆ ਸਾਂ। ਮੈਂ ਉਸਦੀ ਤੁਲਨਾ ਆਪਣੀ ਪਤਨੀ ਪ੍ਰਿਆ ਨਾਲ ਕਰਕੇ ਖੁਦ ਨੂੰ ਖੁਸ਼ਕਿਸਮਤ ਆਂਕਣ ਲੱਗ ਪਿਆ ਸਾਂ। ਅੱਜ ਮੈਨੂੰ ਕੁਦਰਤ ਦੀ ਉਸ ਬਰੀਕ ਪਿਸਣ ਵਾਲੀ ਚੱਕੀ ਤੇ ਵੀ ਯਕੀਨ ਕਰਨਾ ਪਿਆ, ਜਿਸ ਬਾਰੇ ਅੱਜ ਤੋਂ ਪਹਿਲਾਂ ਮੈਂ ਹਮੇਸ਼ਾ ਇਨਕਾਰੀ ਰਿਹਾ ਸਾਂ। ਪਰ ਕੁਝ ਚਿਰ ਬਾਅਦ ਮੈਂ ਉਦਾਸ ਹੋ ਗਿਆ। ਮੈਂ ਸਾਹਮਣੇ ਬੈਠੀ ਬੇਬਸ ਗੋਰੀ 'ਚ 16 ਸਾਲ ਪਹਿਲਾਂ ਵਾਲੀ ਉਸ ਦਲੇਰ ਜੱਟੀ ਨੂੰ ਲੱਭਣ ਲੱਗ ਪਿਆ, ਜੋ ਕਦੇ ਕਿਸੇ ਨੂੰ ਖੰਘਣ ਨਹੀਂ ਦਿੰਦੀ ਸੀ। ਕੀ ਲਾਲਸਾ ਬੰਦੇ ਨੂੰ ਇੰਨਾ ਖੋਖਲਾ ਤੇ ਨਿਤਾਣਾ ਕਰ ਦਿੰਦੀ ਹੈ? ਮੇਰੇ ਮਨ 'ਚ ਖਿਆਲ ਆਇਆ। ਫਿਰ ਮੈਨੂੰ ਇਸ ਦੇ 16 ਸਾਲ ਪਹਿਲਾਂ ਵਾਲੇ ਫਿਕਰ ਯਾਦ ਆ ਗਏ। ਤੇਰੇ ਭੈਣ ਤੇ ਭਰਾ ਦਾ ਕੀ ਬਣਿਆ ਫਿਰ? ਮੈਂ ਹਮਦਰਦੀ ਨਾਲ ਪੁੱਛਿਆ। ਲੈ, ਉਹ ਦੋਵੇਂ ਤਾਂ ਵਧੀਆ ਸੈੱਟ ਹੋ ਗਏ। ਮੇਰਾ ਬੰਦਾ ਇੰਨਾ ਵੀ ਮਾੜਾ ਨਹੀਂ। ਉਸਨੇ ਆਪਣੇ ਕੈਨੇਡਾ ਰਹਿੰਦੇ ਮਾਸੀ ਦੇ ਪੁੱਤ ਦਾ ਰਿਸ਼ਤਾ ਮੇਰੀ ਛੋਟੀ ਭੈਣ ਨਾਲ ਕਰਾ ਦਿੱਤਾ। ਤੇ ਤੇਰਾ ਭਰਾ, ਉਹ ਕੀ ਕਰਦਾ? ਮੈਂ ਪੁੱਛਿਆ। ਉਹ ਵੀ ਕੈਨੇਡਾ 'ਚ ਹੀ ਹੈ। ਉਹਦਾ ਵੀ ਮੇਰੇ ਬੰਦੇ ਨੇ ਆਪਣੇ ਰਿਸ਼ਤੇਦਾਰਾਂ 'ਚੋਂ ਇੱਕ ਕੁੜੀ ਨਾਲ ਸਾਕ ਕਰਾ ਦਿੱਤਾ। ਕੁੜੀ ਕੈਨੇਡਾ 'ਚ ਪੱਕੀ ਸੀ। ਉਂਝ ਤਲਾਕਸ਼ੁਦਾ ਸੀ ਤੇ ਉਸਦਾ ਪਹਿਲੇ ਪ੍ਰਾਹੁਣੇ ਤੋਂ ਇੱਕ ਮੁੰਡਾ ਵੀ ਸੀ। ਪਰ ਫਿਰ ਵੀ ਮੇਰਾ ਭਰਾ ਮੰਨ ਗਿਆ, ਉਸਨੇ ਹੁੱਬ ਕੇ ਦੱਸਿਆ। ਉਸਦੇ ਚਿਹਰੇ ਤੇ ਅਨੋਖੀ ਚਮਕ ਆ ਗਈ ਸੀ। ਆਹੋ, ਸਾਕ ਬੰਦਿਆਂ ਨੂੰ ਥੋੜ੍ਹੀ, ਕੈਨੇਡਾ ਨੂੰ ਹੁੰਦੇ ਐ, ਮੈਂ ਹੱਸ ਕੇ ਕਿਹਾ। ਮੇਰੀ ਗੱਲ ਸੁਣ ਕੇ ਉਹ ਵੀ ਹੱਸ ਪਈ ਤੇ ਕਹਿਣ ਲੱਗੀ, ਉਹ ਦੋਵੇਂ ਹੀ ਬੇਈਮਾਨ ਨਿਕਲੇ, ਮੇਰੇ ਕਿਸੇ ਕੰਮ ਨਹੀਂ ਆਏ। ਮੇਰੇ ਦਿਲ 'ਚ ਆਇਆ ਕਿ ਕਹਿ ਦੇਵਾਂ, ਬੇਈਮਾਨੀ ਤਾਂ ਤੁਹਾਡੇ ਖੂਨ 'ਚ ਜਾਪਦੀ ਹੈ। ਖੈਰ, ਮੈਂ ਉਹਦੇ ਨਾਲ ਹਮਦਰਦੀ ਦਿਖਾਉਂਦਿਆਂ ਕਿਹਾ, ਕਿਵੇਂ? ਦੋਵਾਂ ਦੀਆਂ 1000 ਮਿੰਨਤਾਂ ਕੀਤੀਆਂ ਵੀ ਮੈਨੂੰ ਵੀ ਇੱਕ ਵਾਰ ਕੈਨੇਡਾ ਦਿਖਾ ਦਿਓ। ਬਸ ਦੋਵੇਂ ਬਹਾਨੇ ਮਾਰਦੇ ਰਹਿੰਦੇ ਐ। ਭੈਣ ਆਪਣੇ ਖਸਮ ਦਾ ਬਹਾਨਾ ਬਣਾ ਛੱਡਦੀ ਹੈ ਤੇ ਭਰਾ ਆਪਣੀ ਤੀਵੀਂ ਦਾ। ਮੈਂ ਤਾਂ ਹੁਣ ਉਹਨਾਂ ਦਾ ਖਹਿੜਾ ਛੱਡਤਾ। ਤੂੰ ਦੱਸ, ਭਲਾ ਮੈਨੂੰ ਕੀ ਫਾਇਦਾ ਹੋਇਆ ਇਹਨਾਂ ਲਈ ਜ਼ਫਰ ਚੱਲਣ ਦਾ? ਉਸਨੇ ਪੁੱਛਿਆ। ਮੈਂ ਹੈਰਾਨ ਹੋਇਆ। ਉਹ ਹਾਲੇ ਵੀ ਫਾਇਦੇ ਤੇ ਖੜੀ ਸੀ। ਵਰ੍ਹਿਆਂ ਦੇ ਵਕਫੇ ਦਰਮਿਆਨ ਉਹ ਮੈਨੂੰ ਇੱਕ ਕਠਪੁਤਲੀ ਵਾਂਗ ਝੂਲਦੀ ਡੋਲਦੀ ਨਜ਼ਰ ਆਈ। ਖੂਨ ਮਿੱਝ ਹੱਡ ਮੈਸ ਤੋਂ ਬਗਾਰ, ਮਹਿਜ ਲੀਰਾਂ ਤੋਂ ਬਣੀ ਇੱਕ ਕਠਪੁਤਲੀ। ਉਂਝ ਮੇਰਾ ਘਰ ਵਾਲਾ ਚੰਗਾ, ਪੈਸਾ ਧੇਲਾ ਵਾਧੂ ਭੇਜ ਛੱਡਦਾ। ਹਰ ਮਹੀਨੇ ਵੱਜਵੀਂ ਰਕਮ ਭੇਜ ਦਿੰਦਾ। ਕੁੜੀਆਂ ਦਾ ਵੀ ਮਾਸਾ ਵਸਾ ਨਹੀਂ ਕਰਦਾ। ਘਰ 'ਚ ਐਸ਼ੋ ਆਰਾਮ ਵਾਲੀਆਂ ਸਾਰੀਆਂ ਸ਼ੈਆਂ ਨਾਲ ਭਰਿਆ ਹੋਇਆ। ਪਰ ਪਰ ਪੈਸਾ ਹੀ ਸਭ ਕੁਝ ਨਹੀਂ ਹੁੰਦਾ, ਬੰਦੇ ਦੀਆਂ ਸੱਧਰਾਂ। ਇਹ ਸਵਾਲ ਸ਼ਾਇਦ ਉਹ ਆਪਣੇ ਆਪ ਤੋਂ ਪੁੱਛ ਰਹੀ ਸੀ। ਚੱਲ ਕੋਈ ਨਾ, ਕੁੜੀਆਂ ਪੜ੍ਹ ਲਿਖ ਜਾਣਗੀਆਂ। ਤੇਰੀ ਮਿਹਨਤ ਵੀ ਵਾਰ ਆ ਜਾਊ, ਮੈਂ ਉਸਨੂੰ ਹੌਸਲਾ ਦਿੰਦਿਆਂ ਕਿਹਾ। ਕੁੜੀਆਂ ਬਾਰੇ ਸੁਣ ਕੇ ਉਸਦਾ ਚਿਹਰਾ ਇੱਕ ਵਾਰ ਫਿਰ ਚਮਕ ਉੱਠਿਆ। ਤੇ ਹੋਰ ਕੀ, 12ਵੀਂ ਤੋਂ ਬਾਅਦ ਆਈਲਟ ਕਰਾ ਕੇ ਦੋਵਾਂ ਨੂੰ ਕੈਨੇਡਾ ਭੇਜ ਦੇਣਾ, ਤੇ ਜੇ ਕਿਸਮਤ 'ਚ ਹੋਇਆ ਤਾਂ ਮੈਂ ਵੀ ਬਾਹਰਲੇ ਮੁਲਕ ਦਾ ਦਾਣਾ ਪਾਣੀ ਚੁਗਾਊਂਗੀ। ਮੈਂ ਇੱਕ ਵਾਰ ਫਿਰ ਉਸਦੀਆਂ ਅੱਖਾਂ 'ਚ ਦੇਖਿਆ।
ਖਾਲੀ ਆਲਣਿਆਂ 'ਚ ਸੁਪਨਿਆਂ ਦੇ ਪੰਛੀ ਪਰਤ ਆਏ ਸਨ। ਮੈਂ ਉੱਠ ਕੇ ਖੜਾ ਹੋ ਗਿਆ ਕਿਉਂਕਿ ਲੰਚ ਬ੍ਰੇਕ ਤੋਂ ਬਾਅਦ ਮੈਂ ਆਪਣੀ ਬੈਂਕ ਵੀ ਪਹੁੰਚਣਾ ਸੀ। ਆਪਣੇ ਬਾਰੇ ਤਾਂ ਤੂੰ ਕੁਝ ਦੱਸਿਆ ਹੀ ਨਹੀਂ। ਆਪਣਾ ਮੋਬਾਈਲ ਨੰਬਰ ਤਾਂ ਦੇ ਜਾ, ਉਸਨੇ ਨਿਹੋਰਾ ਮਾਰਦਿਆਂ ਕਿਹਾ। ਫੇਰ ਕਦੇ ਸਹੀ, ਮੈਂ ਕਿਹਾ। ਅਸਲ 'ਚ ਮੈਂ ਉਸਨੂੰ ਕਹਿਣਾ ਚਾਹੁੰਦਾ ਸੀ, ਝੱਲੀਏ, ਕਦੇ ਅਸਲ 'ਚ ਵੀ ਜੀ ਲੈ। ਪਤਾ ਨਹੀਂ ਕਿਹੜੇ ਸੁਪਨਿਆਂ ਦੇ ਸਾਗਰ 'ਚ ਡੁੱਬਦੀ ਤੈਰਦੀ ਰਹਿੰਦੀ ਹੈ। ਦੁਕਾਨ 'ਚੋਂ ਬਾਹਰ ਆ ਕੇ ਮੈਂ ਉੱਪਰ ਅੰਬਰ ਵੱਲ ਤੱਕਿਆ। ਨਿੱਤਰੇ ਅੰਬਰ 'ਚ ਟਾਵੀਆਂ ਟਾਵੀਆਂ ਬਦਲੀਆਂ ਤੈਰ ਰਹੀਆਂ ਸਨ। ਅੰਬਰ ਮੈਨੂੰ ਸਮੁੰਦਰ ਵਾਂਗ ਜਾਪਿਆ ਤੇ ਤਿੱਤਰ ਮਿੱਤਰੀਆਂ ਬਦਲੀਆਂ ਲਾਲਸਾਵਾਂ। ਸੱਚਮੁੱਚ ਬੰਦੇ ਦਾ ਲਾਲਸਾਵਾਂ ਤੋਂ ਮੁਕਤ ਹੋਣਾ ਕਿੰਨਾ ਔਖਾ। ਸਾਹਮਣੇ ਫੁੱਟਪਾਥ ਤੇ ਬੈਠਾ ਮੋਚੀ ਹਾਲੇ ਵੀ ਜੁੱਤੀਆਂ ਗੰਢਣ 'ਚ ਰੁੱਝਾ ਹੋਇਆ ਸੀ। ਪਤਾ ਨਹੀਂ ਕਿਉਂ ਉਹ ਮੋਚੀ ਮੈਨੂੰ ਬੁੱਧ ਵਰਗਾ ਜਾਪਿਆ। बहुत ਬਹੁਤ अच्छे ਅੱਛੀ, जी। ਬਹੁਤ ਵਧੀਆ। हाँ, बहुत अच्छे, ਹਾਂਜੀ, बड़ी वेरी अच्छी नाइस, कहानी और नाइस। वेरी वेल डिलीवर्ड। थैंक यू। ਹਾਂਜੀ ਜੀ। ਹੁਣ ਸਾਡੇ ਦੋਸਤ ਇਹਦੇ ਤੇ ਗੱਲ ਕਰਨਗੇ ਇਸ ਕਹਾਣੀ ਬਾਰੇ, ਇਹਦੀ हाँ जी, ਗੁਣਕ ਬਾਰੇ। ਜੀ 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 ਤਲਤ ਜੀ। हाँ जी समीना जी, हाँ जी, मैं शुरू कर देनी है। ਹਾਂਜੀ ਬਿਲਕੁਲ हाँ ਕਰੋ। जी, विपिन गिल जी दी कहानी जड़ी है ना, अज दी कहानी है। कहानी है विसरी ख्वाहिशात ते हसरतां दी कहानी, जड़ी अजकल दे बच्चे नौजवान अपनी जागदी अखियां नाल वेखदे ने ते उन्हां सुपनियां नूं पूरा करन लई आसां उम्मीदां दे भंवर च लोटियां लैंदे रहिंदे ने। ਅੱਜ ਨੂੰ ਭੁੱਲ ਕੇ ਆਉਣ ਵਾਲੇ ਕੱਲ ਦੀਆਂ ਘੁੰਮਣ ਘੇਰੀਆਂ 'ਚ ਰੁੱਝੇ ਰਹਿੰਦੇ ਨੇ। ਬੜੀ ਰੀਅਲਿਸਟਿਕ ਅਪਰੋਚ ਇਹਨਾਂ ਦੀ ਹੈ ਵੈ। ਕ੍ਰਾਫਟਿੰਗ ਬਹੁਤ ਅੱਛੀ ਹੈ। ਮੈਟਾਫਰਸ ਜਿਨ੍ਹਾਂ ਨੇ ਜਾ ਬਜਾ ਬਹੁਤ ਅੱਛੇ ਇਸਤੇਮਾਲ ਕੀਤੇ ਨੇ ਤੇ ਉਹਦਾ ਡਿਸਕ੍ਰਿਪਸ਼ਨ ਹੈ। ਬਲਕਿ ਮੈਨੂੰ ਇਹਨਾਂ ਦੀ ਜਿਹੜੀ ਕਹਾਣੀ ਹੈ ਉਹ ਇੱਕ ਪਲੇ ਰਾਈਟ ਵਗਰਾ ਲੱਗੀ ਹੈ। ਜਿਸ ਤਰ੍ਹਾਂ ਪਲੇ ਰਾਈਟ ਲਫ਼ਜ਼ਾਂ ਨੂੰ ਜੋੜ ਕੇ ਉਹਦਾ ਤਾਲਮੇਲ ਦੇ ਨਾਲ ਇਰਦ ਗਿਰਦ ਦੇ ਮਾਹੌਲ ਨੂੰ ਐਕਸਪਲੋਰ ਕਰਦਾ ਹੈ ਲਫ਼ਜ਼ਾਂ ਦੇ ਤਾਲਮੇਲ ਨਾਲ। ਤੇ ਪਾਤਰ ਜਿਹੜੇ ਉਹ ਕਿਵੇਂ, ਕਿੱਥੇ ਤੇ ਕਿਸ ਤਰ੍ਹਾਂ ਮੂਵ ਕਰ ਰਹੇ ਨੇ, ਇਹਨਾਂ ਨੇ ਬਹੁਤ ਖੂਬਸੂਰਤੀ ਨਾਲ ਉਹਨੂੰ ਡਿਸਕ੍ਰਾਈਬ ਕੀਤਾ। ਅੱਛਾ, ਹੁਣ ਇਹ ਕਹਾਣੀ ਮੇਰਾ ਖਿਆਲ ਹੈ 3 ਪਾਤਰ ਜਿਹੜੇ ਨੇ ਮੇਨ ਨੇ। ਸਭ ਤੋਂ ਪਹਿਲੇ ਗੌਰੀ ਜਿਹੜੀ ਹੈ ਉਹ ਸਭ ਤੋਂ ਪਹਿਲੇ ਨੁਮਾਇੰਦਾ ਹੈ ਮੇਰੇ ਖਿਆਲ ਦੇ ਵਿੱਚ ख्वाहिशात, विसरी ख्वाहिशात ਦਾ, ਹਸਰਤਾਂ ਦਾ, ਇੱਕ ਕਲਾਸ ਤੋਂ ਦੂਜੀ ਕਲਾਸ ਤੱਕ ਅਪੜਨ ਦਾ, ਜਿਹਦੇ ਲਈ ਉਹ ਮੁਹੱਬਤ ਦੇ ਨਾਂ ਨੂੰ ਇਸਤੇਮਾਲ ਕਰਦੀ ਹੈ। ਅੱਛਾ, ਉਹਦੀ ਮੁਹੱਬਤ ਜਿਹੜੀ ਹੈ ਨਾ ਸਿਰਫ ਆਪਣੀ ख्वाहिशात ਨੂੰ ਪੂਰਾ ਕਰਨਾ ਹੈ, ਜਿਹਦੇ ਲਈ ਉਹ ਕਦੀ ਉਮੀ ਦਾ ਸਹਾਰਾ ਲੈਂਦੀ ਹੈ। ਮੇਰਾ ਖਿਆਲ ਹੈ ਉਮੀ ਹੀ ਨਾ ਹੈ, ਦੂਸਰੇ ਉਮੀ ਦਾ ਸਹਾਰਾ ਲੈਂਦੀ ਹੈ, ਕਦੀ ਉਹ ਆਪਣੇ ਜੀਵਨ ਸਾਥੀ ਦਾ ਲੈਂਦੀ ਹੈ, ਕਦੀ ਭੈਣ ਭਰਾਵਾਂ ਦਾ। ਤੇ ਪਿਆਰ, ਮੁਹੱਬਤ, ਉਨਸੀਅਤ ਜਾਂ ਇਸ਼ਕ ਦਾ ਉਹਦੇ ਨਾਲ ਕੋਈ ਵਾਸਤਾ ਨਹੀਂ ਹੈ, ਕੋਈ ਤਾਲੁਕ ਨਹੀਂ। ਭਾਵੇਂ ਉਹ ਮਹਿਬੂਬਾ ਹੋਏ, ਬੀਵੀ ਹੋਏ ਜਾਂ ਮਾਂ, ਸਿਰਫ ਪੋਜੈਸਿਵ ਹੈ ਤੇ ਆਪਣੇ ਲਈ ਇੱਕ ਮੁਫਾਦ ਪ੍ਰਸਤ ਹਿਊਮਨ ਬੀਇੰਗ ਨੂੰ ਪੋਰਟਰੇ ਕਰ ਰਹੀ ਹੈ। ਉਹਦਾ ਜਿਹੜਾ ਪਾਤਰ ਹੈ ਉਹ ਇੱਕ ਮੁਫਾਦ ਪ੍ਰਸਤ ਹਿਊਮਨ ਬੀਇੰਗ ਦਾ ਹੈ। ਅੱਛਾ, ਇੱਥੇ ਉਹਨਾਂ ਨੇ ਇਸਤਾਰਾ ਲਿਆ ਹੀਰ ਸਿਆਲ ਦਾ। ਉਹ ਜੱਟੀ ਦਿਖਾਈ ਗਈ ਹੈ, ਜੱਟੀ ਤੇ ਹੈ ਪਰ ਹੀਰ ਸਿਆਲ ਤੇ ਨਹੀਂ ਨਜ਼ਰ ਆਉਂਦੀ, ਕਿਉਂਕਿ ਹੀਰ ਸਿਆਲ ਜਿਹੜੀ ਹੈ ਨਾ ਉਹਦਾ ਸਾਡੇ ਇੱਥੇ ਜਿਹੜਾ ਕਨਸੈਪਟ ਹੈ ਨਾ ਉਹ ਸਿਰਫ ਇੱਕ ਮਹਿਬੂਬਾ ਦਾ ਨਹੀਂ ਹੈ, ਉਹ ਇੱਕ ਸਿੰਬਲ ਹੈ ਵਫਾ ਦਾ, ਮੁਹੱਬਤ ਦਾ। ਤੇ ਗੋਰੀ ਦਾ ਤੇ ਹੀਰ ਸਿਆਲ ਦੇ ਨਾਲ ਉਹ ਪ੍ਰੀਟੈਂਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੈਂ ਹੀਰ ਹਾਂ, ਲੇਕਿਨ ਉਹਦਾ ਐਕਚੁਅਲ ਹੀਰ ਸਿਆਲ ਦਾ ਉਹਦੇ ਨਾਲ ਕੋਈ ਵਾਸਤਾ ਨਹੀਂ ਹੈ। ਅੱਛਾ, ਦੂਸਰਾ ਅਹਿਮ ਪਾਤਰ ਜਿਹੜਾ ਨਾ ਉਮੀ ਹੈ। ਅੱਛਾ, ਉਹ ਆਪਣੀ ਇੱਕ ਕਾਲਜ ਫੈਲੋ ਤੋਂ ਇਨਸਪਾਇਰ ਹੈ, ਬਲਕਿ ਇਨਸਪਾਇਰ ਦੀ ਬਜਾਏ ਮੈਂ ਐਡਮਾਇਰਰ ਦਾ ਲਫ਼ਜ਼ ਇਸਤੇਮਾਲ ਕਰਾਂਗੀ ਕਿ ਉਹ ਐਡਮਾਇਰਰ ਹੈ। ਔਰ ਐਡਮਾਇਰਰ ਕਿਉਂ ਹੈ? ਉਹ ਇੱਕ ਕੁੜੀ ਖੂਬਸੂਰਤ ਹੈ, ਬੋਲਡ ਹੈ, ਕੌਨਫੀਡੈਂਟ ਹੈ। ਔਰ ਆਮ ਤੌਰ ਤੇ ਲੜਕੇ ਜਿਹੜੇ ਹੁੰਦੇ ਨੇ, ਬਲਕਿ ਮਰਦ ਵੀ, ਉਹ ਐਡਮਾਇਰ ਔਰਤ ਕੋਲੋਂ ਖੂਬਸੂਰਤੀ ਦੇ ਬਾਅਦ ਅਗਰ ਕੋਈ ਦੂਸਰੀ ਚੀਜ਼ ਹੈ ਨਾ ਤਾਂ ਉਹ ਕੌਨਫੀਡੈਂਸ ਹੈ, ਬੋਲਡਨੈਸ ਤੋਂ ਇਨਸਪਾਇਰ ਹੁੰਦੇ ਨੇ ਜਾਂ ਐਡਮਾਇਰ ਉਹਨੂੰ ਕਰਦੇ ਨੇ। ਤੇ ਉਹਨੂੰ ਉਮੀ ਨੂੰ
ਉਹਦੀ ਪਰਸਨੈਲਿਟੀ ਤੋਂ, ਕਿਉਂਕਿ ਉਹ ਐਡਮਾਇਰਰ ਹੈ ਉਹਦਾ, ਤੇ ਉਹ ਉਹਨੂੰ ਸਮਝਦਾ ਕਿ ਮੁਹੱਬਤ ਹੈ। ਮੇਰਾ ਖਿਆਲ ਹੈ ਉਹ ਮੁਹੱਬਤ ਨਹੀਂ ਹੈ, ਉਹ ਸਿਰਫ ਉਹਦੀ ਵਕਤੀ ਅਟਰੈਕਸ਼ਨ ਹੈ। ਔਰ ਉਹ ਉਸ ਵਕਤੀ ਅਟਰੈਕਸ਼ਨ ਨੂੰ ਔਰ ਉਸ ਸਰਾਬ ਜਿਹੜਾ ਹੈ ਨਾ, ਉਹ ਉਹਦੇ ਵਿੱਚੋਂ ਇਸੇ ਲਈ ਵਕਤੀ ਅਟਰੈਕਸ਼ਨ ਦੀ ਵਜ੍ਹਾ ਨਾਲ ਉਸ ਸਰਾਬ ਤੋਂ ਕਿ ਉਹ ਮੁਹੱਬਤ ਹੈ, ਉਹ ਬਾਹਰ ਜਲਦੀ ਆ ਜਾਂਦਾ ਹੈ। ਤੀਸਰਾ ਪਾਤਰ ਜਿਹੜਾ ਉਹ ਕਰਮਦਾਸ ਹੈ, ਉਹ ਇੱਕ ਰੀਅਲਿਸਟਿਕ ਅਪਰੋਚ ਦਾ ਹਾਮਿਲ ਬੰਦਾ ਹੈ, ਜਿਹੜਾ ਅੱਜ ਦੇ ਨਾਲ ਜੁੜਿਆ ਹੈ, ਤੇ ਉਹ ਹਕੀਕਤਾਂ ਨੂੰ ਬਹੁਤ ਅੱਛੀ ਤਰ੍ਹਾਂ ਨਾਲ ਉਹ ਸਮਝਦਾ ਹੈ, ਔਰ ਉਹਦੇ ਤੇ ਉਹ ਆਸ਼ਕਾਰ ਕਰਕੇ ਉਸ ਉਮੀ ਨੂੰ, ਉਸ ਮਤਲਬ ਕਿ ਸ਼ਰਾਬ ਤੋਂ ਬਹੁਤ ਜਲਦੀ ਉਹ ਬਾਹਰ ਲੈ ਆਇਆ। ਤੇ ਇੱਕ ਹੋਰ ਕਰੈਕਟਰ ਵੀ ਹੈ ਇੱਥੇ, ਮੋਚੀ ਦਾ ਕਰੈਕਟਰ ਹੈ, ਜਿਹੜਾ ਕਿ ਉਹ ਕਰੈਕਟਰ ਹੈ ਜਿਹੜਾ ਉਹ ਉਸ ਵੇਲੇ ਜੀ ਰਿਹਾ ਹੈ ਜਿਸ ਵੇਲੇ ਵਿੱਚ ਉਹ ਜੁੱਤੀਆਂ ਆਪਣੀਆਂ ਗੰਢ ਰਿਹਾ ਹੈ। ਮਤਲਬ ਕਿ ਉਹਨੂੰ ਹੋਰ ਕਿਸੇ ਵੇਲੇ ਦੀ ਫਿਕਰ ਨਹੀਂ ਹੈ। ਉਹ ਜਿਹੜਾ ਵੇਲਾ ਚੱਲ ਰਿਹਾ ਨਾ, ਉਹਨੂੰ ਸਿਰਫ ਉਹਦੀ ਫਿਕਰ ਹੈ। ਅੱਛਾ, ਹਰ ਜਿਹੜਾ ਪਾਤਰ ਹੈ ਨਾ ਆਪਣੀ ਥਾਂ ਤੇ ਐਂਬੀਸ਼ੀਅਸ ਨਜ਼ਰ ਆ ਰਿਹਾ ਹੈ ਇਸ ਕਹਾਣੀ ਦੇ ਵਿੱਚ। ਔਰ ਜਿਹੜੀ ਐਂਬੀਸ਼ੀਅਸ ਜਿਹੜਾ ਬੰਦਾ ਹੁੰਦਾ ਹੈ ਨਾ, ਅਗਰ ਤੇ ਉਹ ਪੋਜ਼ਿਟਿਵ ਅਪਰੋਚ ਹੋਏ ਉਹਦਾ, ਤੇ ਉਹਨੂੰ ਅਸੀਂ ਐਂਬੀਸ਼ੀਅਸ ਕਹਿੰਦੇ ਹਾਂ, ਔਰ ਉਹ ਤੇ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ। ਲੇਕਿਨ ਓਵਰ ਐਂਬੀਸ਼ੀਅਸ ਹੋਣਾ ਜਿਹੜਾ ਨਾ, ਉਹ ਗਲਤ ਹੈ। ਜਿਹੜਾ ਗੌਰੀ ਦਾ ਕਰੈਕਟਰ ਹੈ ਨਾ, ਉਹ ਓਵਰ ਐਂਬੀਸ਼ੀਅਸ ਹੈ, ਔਰ ਬਾਈ ਹੁੱਕ ਬਾਈ ਕਰੁਕ ਉਹ ਜਿਹੜਾ ਹੈ ਨਾ, ਉਹ ਆਪਣੀ ਖਾਹਿਸ਼ਾਤ ਨੂੰ ਪੂਰਾ ਕਰਨਾ ਚਾਹੁੰਦਾ ਹੈ। ਤੇ ਮੇਰਾ ਖਿਆਲ ਹੈ ਇਹਦਾ ਅੰਤ ਵੀ ਜਿਹੜਾ ਹੈ ਨਾ, ਉਹ ਇਹੀ ਹੈ ਕਿ ਓਵਰ ਐਂਬੀਸ਼ੀਅਸ ਹੋਣਾ ਲਾਈਫ ਦੇ ਵਿੱਚ, ਉਹ ਜਿਹੜਾ ਹੈ ਨਾ, ਉਹ ਬਹੁਤ ਖਤਰਨਾਕ ਹੈ। ਉਹਦੇ ਵਿੱਚ ਫਿਰ ਤੁਹਾਡੀਆਂ ਅੱਖੀਆਂ ਜਿਹੜੀਆਂ ਨੇ ਨਾ, ਉਹ ਅੱਖੀਆਂ ਦੇ ਆਲ ਨੇ ਜਿਹੜੇ ਨੇ ਨਾ, ਉਹ ਖਾਲੀ ਰਹਿੰਦੇ ਨੇ, ਕਿਉਂਕਿ ਅੱਖੀਆਂ ਦੇ ਆਲ ਨੇ ਖਾਲੀ ਦਿਲ ਨਾਲ ਨਹੀਂ ਵਸਦੇ। ਉਹ ਭਾਵੇਂ ਕੈਨੇਡਾ ਹੋਵੇ, ਭਾਵੇਂ ਪਾਕਿਸਤਾਨ ਹੋਵੇ, ਭਾਵੇਂ ਇੰਡੀਆ ਹੋਵੇ, ਕੋਈ ਵੀ ਹੋਏ, ਉਹਦੇ ਲਈ ਦਿਲ ਨੂੰ ਆਬਾਦ ਕਰਨਾ ਬਹੁਤ ਜ਼ਰੂਰੀ ਹੈ। ਔਰ ਗੌਰੀ ਦਾ ਜਿਹੜਾ ਦਿਲ ਹੈ ਨਾ, ਉਹ ਇਸ ਵਕਤ ਬਿਲਕੁਲ ਵੀਰਾਨ ਹੈ, ਔਰ ਉਹ ਪ੍ਰੀਟੈਂਡ ਕਰ ਰਹੀ ਹੈ, ਫਿਰ ਵੀ ਪ੍ਰੀਟੈਂਡ ਕਰ ਰਹੀ ਹੈ, ਔਰ ਫਿਰ ਵੀ ਆਪਣੀ ਬੇਟੀਆਂ ਦਾ ਸਹਾਰਾ ਲੈਣਾ ਚਾਹੁੰਦੀ ਹੈ ਕਿ ਸ਼ਾਇਦ ਮੈਂ ਉਹਦੀ ਥਾਂ ਤੇ ਆਪਣੀ ਉਹਨਾਂ ਖਾਹਿਸ਼ਾਤ ਨੂੰ ਉਹਨਾਂ ਦੇ ਜ਼ਰੀਏ ਪੂਰਾ ਕਰ ਲਾਂ। ਮੈਨੂੰ ਕਹਾਣੀ ਬਹੁਤ ਅੱਛੀ ਲੱਗੀ ਹੈ। ਉਹ ਵੈਲ ਡਨ ਵਿਪਨ ਜੀ, ਤੁਸੀਂ ਇੱਕ ਉਮਦਾ ਕਹਾਣੀਕਾਰ ਹੋ, ਔਰ ਲਿਖਦੇ ਰਹੋ, ਔਰ ਆਪਣੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ। ਬਸ ਇੱਕ ਮੈਨੂੰ ਥੋੜਾ ਜਿਹਾ ਮੈਂ ਤੁਹਾਨੂੰ ਮੈਂ ਐਕਸਪ੍ਰੈਸ ਕਰਨਾ ਚਾਹਾਂਗੀ ਕਿ ਮੈਂ ਕੁਛ ਗੁਰਮੁਖੀ ਦੇ ਐਸੇ ਅਲਫਾਜ਼ ਨੇ ਜਿਹੜੇ ਤੁਹਾਡੇ ਮੈਨੂੰ ਉਹ ਥੋੜੀ ਸਮਝ ਤੋਂ ਮੈਂ ਆਸਾਨ ਨਹੀਂ ਸੀ, ਔਰ ਉਹਦੇ ਚੋਂ ਮੇਰਾ ਖਿਆਲ ਹੈ ਮੇਰੀ ਆਪਣੀ ਨਾਲਾਇਕੀ ਹੈ, ਲੇਕਿਨ ਤੁਸੀਂ ਤੇ ਉਹਨਾਂ ਨੂੰ ਬਹੁਤ ਖੂਬਸੂਰਤੀ ਨਾਲ ਇਸਤੇਮਾਲ ਕੀਤਾ ਹੈ। ਬਹੁਤ ਸ਼ੁਕਰੀਆ ਵਿਪਨ ਜੀ, ਤੁਸੀਂ ਇਸ ਸੰਗਤ ਵਿੱਚ ਆਏ ਤੇ ਆਂਦੇ ਰਿਹਾ ਕਰੋ। ਬਹੁਤ ਮੁਬਾਰਕਬਾਦ। ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਤਲਤ ਜੀ, ਬਹੁਤ ਸ਼ੁਕਰੀਆ ਤਲਤ ਜੀ, ਤੁਸੀਂ ਬੜਾ ਡਿਟੇਲ ਦੇ ਨਾਲ ਕਹਾਣੀ ਨੂੰ ਖੋਲਿਆ ਹੈ। ਤੇ ਹੁਣ ਅਸੀਂ ਹੋਰ ਅੱਗੇ ਵਧਦੇ ਹਾਂ। ਹਾਂਜੀ, ਕੋਈ ਸਾਡੇ ਹੋਰ ਦੋਸਤ ਗੱਲ ਕਰਨਾ ਚਾਹਣ? ਹਾਂਜੀ, ਕਿੱਥੇ ਚਲੇ ਗਏ ਬੀਬਾ ਜੀ? ਹਾਂਜੀ, ਮੈਂ ਤਾਂ ਹੈਗੀ ਆ। ਸ਼ਾਇਦ ਆਫਤਾਬ ਸਾਹਿਬ ਸ਼ੁਰੂ ਜੀ ਕਰਨ ਲੱਗੇ ਮੈਨੂੰ ਸੀਗੇ, ਪਹਿਲੇ ਤੇ ਪਤਾ ਨੀਚੇ ਸੀ ਰਹਿ ਗਏ। ਬੀਬਾ ਜੀ ਨੇ ਕਿ ਇਹੀ ਕਹਿਣਾ ਹੈ ਕਿ ਆ ਸ਼ੇਖ ਸਾਹਿਬ को ਮੈਂ मिल ਕਿਹਾ लेंगे। ਅੱਛਾ, ਜਿਹੜੇ ਮਾਹਿਰ ਨੇ ਉਹ ਮੁਕਾ ਅਸੀਂ ਲੈਣ, ਫਿਰ ਸਾਡੇ ਆਪ ਵਰਗੇ ਹਾਂਜੀ, ਜਿਹੜੇ ਬੀਬਾ ਜੀ ਵਿਚਾਰੇ ਨੇ ਛੁੱਟੀਆਂ ਉਹ ਕਰਦੇ ਨੇ, ਛੁੱਟੀਆਂ ਆਹੋ, ਕਰਦੇ ਨੇ, ਗਾਇਬ ਹੋ ਜਾਂਦੇ ਨੇ, ਤੇ ਆ, ਦੇਖੋ ਅਸੀਂ ਇਹਨਾਂ ਨੂੰ ਉਡੀਕਦੇ ਹੀ ਰਹਿੰਦੇ ਹਾਂ। ਹਜ਼ਰਤ ਹਾਂ, ਆਮ ਸੌਰੀ, ਪਰ ਤੁਸੀਂ ਪਲੀਜ਼ ਕਰੋ, ਫਿਰ ਉਹਦੇ ਬਾਅਦ ਸਾਡੇ ਵਰਗੇ ਜਿਹੜੇ ਅਨਪੜ੍ਹ ਚਲੋ ਬੰਦੇ ਨੇ ਮੈਂ ਉਹ ਕਰ ਬੋਲਣਗੇ। ਲੈਣਾ। ਵਿਪਨ ਜੀ ਜੀ ਦੀ ਜੀ ਇਹ ਸ਼ੇਖ ਕਹਾਣੀ ਜਿਹੜੀ ਅਫਤਾਬ ਹੈ, ਜੀ, ਹਾਂ ਜੀ, ਵਿਪਨ ਜੀ ਦੀ ਕਹਾਣੀ ਤੇ ਅੱਗੇ ਕਹਾਣੀ ਹੈ, ਲਫਾਜ਼ੀ ਬੜੀ ਸੋਹਣੀ ਹੈ ਨਾ, ਤੇ ਸਵਾਲ ਹਮ, ਕੀਤੀ ਹੈ ਟੌਪਿਕ ਵਾਈਜ਼ ਤੇ ਹੁਣ ਖੋਲ ਕੇ ਦੱਸਦਾ ਹੈ ਆਪਣਾ ਤਲਤ ਜੀ ਨੇ। ਤੇ ਅੱਜ ਦੇ ਮਾਹੌਲ ਅੰਦਰ ਵੇਖੀਏ, ਜਿਵੇਂ ਕਿ ਬੰਦਾ ਸਮਾਜ ਵਿਹਾਰ ਅੰਦਰ ਫਸਿਆ ਹੋਇਆ ਹੈ, ਇਨਸਾਨੀ ਰਿਸ਼ਤੇ ਜਿਹੜੇ ਨੇ ਉਹ ਸਾਡੇ ਜਜ਼ਬੇ, ਜਿਸ ਤਰ੍ਹਾਂ ਅਸੀਂ ਇੱਕ ਵਸਪਾਲ ਵਸੇਬ ਅੰਦਰ ਗਵਾਚ ਗਏ ਹਾਂ। ਬੰਦਾ ਹਰ ਰਿਸ਼ਤੇ ਨੂੰ ਇੱਕ ਮਟੀਰੀਅਲਿਸਟਿਕ ਅੱਖ ਨਾਲ ਵੇਖਦਾ ਹੈ, ਔਰ ਜਿਹਦੇ ਕਾਰਨ ਉਹ ਇਨਸਾਨ ਪਿਆਰ ਤੇ ਨਿੱਘ ਤੋਂ ਵਾਂਝਿਆ ਗਿਆ ਹੈ। ਇਹ ਕਹਾਣੀ ਇਸੇ ਮੁੱਦੇ ਨੂੰ ਮੁੱਖ ਰੱਖ ਕੇ ਲਿਖੀ ਗਈ ਹੈ, ਜਿਹਦੇ ਕਾਰਨ ਅਸੀਂ ਆਪਣੀ ਇਹ ਜਿਹੜਾ ਚੱਲਤ ਵਿਹਾਰ ਦੇ ਅੰਦਰ ਇਹ ਉਹ ਹਕੀਕਤ ਹੈ ਜਿਹਨੂੰ ਅਸੀਂ ਉਹਦੇ ਤੋਂ ਪਰਦਾ ਚੁੱਕਣਾ ਹੈ, ਔਰ ਜਿਹਦੇ ਕਾਰਨ ਅਸੀਂ ਆਪਣੀ ਰੂਹ ਨੂੰ ਖੁਸ਼ ਕਰਨ ਲਈ ਮਾਦੀ ਫਾਇਦਿਆਂ ਨੂੰ ਸਾਹਮਣੇ ਰੱਖਦੇ ਹਾਂ ਤੇ ਇਨਸਾਨੀ ਮੁਹੱਬਤ ਦੀ ਵੈਲਿਊਜ਼ ਤੇ ਨਿੱਘ ਤੋਂ ਦੂਰ ਹੁੰਦੇ ਜਾਂਦੇ ਹਾਂ। ਕਹਾਣੀ ਸੋਹਣੀ ਕਹਾਣੀ ਹੈ। ਕਹਾਣੀ ਦਾ ਜਿਹੜਾ ਮੇਨ ਕਰੈਕਟਰ ਹੈ, ਜਿਹੜੀ ਉਸ ਕੁੜੀ ਹੈ ਨਾ ਜਿਹਦਾ ਨਾਮ ਗੋਰੀ ਹੈ, ਔਰ ਉਹ ਲੜਕਾ ਜਾਂ ਮੁੰਡਾ
ਜਿਹੜਾ ਕਾਲਜ ਵਿੱਚ ਗੱਲ ਬਣੀ, ਇੱਕ ਫਸਟ ਈਅਰ ਤੇ ਇੱਕ ਸੈਕੰਡ ਈਅਰ ਦੇ ਪੜ੍ਹਾਰ ਨੇ, ਉਹਨਾਂ ਦੇ ਦਰਮਿਆਨ ਜਿਹੜੀ ਹੈ ਇੱਕ ਤਲਕ ਵਾਸਤਾ ਕੁਝ ਅਰਸੇ ਲਈ ਜਿਹੜਾ ਨਾ ਉਹ ਪੈਦਾ ਹੁੰਦਾ। ਸਭ ਤੋਂ ਪਹਿਲੇ ਤੇ ਇਸ ਸਟੇਜ ਤੇ ਸਾਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿ ਇੰਨੀ ਹੌਲੀ ਏਜ ਵਿੱਚ ਕੋਈ ਰਿਲੇਸ਼ਨ ਮੈਚਿਓਰ ਹੋ ਹੀ ਨਹੀਂ ਸਕਦਾ। ਉਹਦੇ ਲਈ ਇੱਕ ਵੇਲਾ ਚਾਹੀਦਾ, ਉਹ ਸਮਝਣ ਜਾਣ ਲਈ ਟਾਈਮ ਚਾਹੀਦਾ ਹੈ। ਇਸੇ ਤਰ੍ਹਾਂ ਇਸ ਤਰ੍ਹਾਂ ਦੇ ਕਿ ਜਿਹੜੇ ਰਿਸ਼ਤੇ ਹੁੰਦੇ ਨੇ ਜਾਂ ਇਸ ਤਰ੍ਹਾਂ ਦੇ ਤਲਕ ਵਾਸਤੇ ਹੁੰਦੇ ਨੇ, ਮੁੰਡੇ ਕੁੜੀਆਂ ਦਰਮਿਆਨ ਪੈਦਾ ਹੁੰਦੇ ਨੇ, ਉਹ ਥੋੜੇ ਅਰਸੇ ਬਾਅਦ ਖਤਮ ਵੀ ਹੋ ਜਾਂਦੇ ਨੇ। ਉਹਦੇ ਜਜ਼ਬਾਤੀਅਤ ਜ਼ਿਆਦਾ ਹੁੰਦੀ ਹੈ। ਇਹ ਗੱਲ ਤੇ ਬਿਲਕੁਲ ਦਰੁਸਤ ਹੈ ਕਿ ਇੱਕ ਦਲੇਰ ਲੜਕੀ ਹੈ ਔਰ ਇਸ ਰਿਸ਼ਤੇ ਦੇ ਵਿੱਚ ਪਹਿਲ ਵੀ ਹੋਣੇ की है, बड़ी इंपॉर्टेंट ਗੱਲ ਹੈ। ਔਰ ਇਸ ਕਿਸਮ ਦੇ ਰਿਲੇਸ਼ਨਸ਼ਿਪ ਵਿੱਚ ਫਿਰ ਦਾਅਵੇ ਵੀ ਹੁੰਦੇ ਨੇ। ਬਾਅਦ ਤਾਂ ਇਨਸਾਨ ਗਰਾਊਂਡ ਰਿਐਲਿਟੀ ਤੋਂ ਨਹੀਂ ਦੇਖ ਰਿਹਾ ਹੁੰਦਾ, ਲੇਕਿਨ ਇਹਨਾਂ ਦੇ ਅੰਦਰ ਜਿਹੜੇ ਮਤਲਬ ਕਿ ਦਾਅਵੇ ਹੁੰਦੇ ਨੇ, ਜਾਂ ਜਿਸ ਤਰ੍ਹਾਂ ਇੱਕ ਸਿੰਬਲ ਇਸਤੇਮਾਲ ਤਲਕ ਜਿਹਨੇ ਕਿਹਾ ਕਿ ਸੀਰ ਦਾ, ਉਹ ਇਸ ਤਰ੍ਹਾਂ ਇਸਤੇਮਾਲ ਕੀਤਾ ਗਿਆ ਜਜ਼ਬਾਤੀਅਤ ਦੀ ਆੜ ਦੇ ਵਿੱਚ। ਅਸਲ ਇਸ਼ੂ ਜਿਹੜਾ ਹੈ ਨਾ, ਉਹਦੇ ਅੰਦਰ ਇਹੀ ਹੈ ਕਿ ਇੱਕ ਜਿਹੜੀ ਉਹ ਲੜਕੀ ਹੈ ਨਾ, ਉਹਨੂੰ ਆਪਣਾ ਫਿਊਚਰ ਜਿਹੜਾ ਹੈ ਉਹ, ਕਿਉਂਕਿ ਐਂਬੀਸ਼ੀਅਸ ਕਰੈਕਟਰ ਹੈ, ਉਹ ਇਸ ਲੜਕੇ ਅੰਦਰ ਉਹ ਇੰਨਾ ਜ਼ਿਆਦਾ ਨਜ਼ਰ ਨਹੀਂ ਆ ਰਿਹਾ। ਉਹਦੇ ਵਿੱਚ ਉਹਦੀਆਂ ਮਜਬੂਰੀਆਂ ਨੇ, ਉਹਦੀਆਂ ਖਾਹਿਸ਼ਾਤ ਨੇ, ਉਹਨੂੰ ਪੂਰਾ ਕਰਨ ਲਈ ਉਹਦੀ ਜਿਹੜੀ ਚੋਇਸ ਹੈ ਉਹ ਬਦਲ ਜਾਂਦੀ। ਉਹ ਇੱਕ ਅਮਰੀਕਨ ਜਿਹੜਾ ਬੰਦਾ ਹੈ ਉਹਦੇ ਨਾਲ ਡਿਸਾਈਡ ਕਰਦੀ ਹੈ, ਔਰ ਉਸ ਲੜਕੇ ਤੋਂ ਆਪਣਾ ਤਲਕ ਜਿਹੜਾ ਹੈ, ਜਿਹੜਾ ਮੇਰੇ ਲਿਹਾਜ਼ ਨਾਲ ਕਿ ਕਮਜ਼ੋਰ ਰਿਲੇਸ਼ਨਸ਼ਿਪ ਨੂੰ ਜ਼ਾਹਿਰ ਕਰ ਰਿਹਾ ਸੀ, ਉਹ ਖਤਮ ਹੋ ਗਿਆ। ਅਸਲ ਕਹਾਣੀ ਜਿਹੜੀ ਸਟਾਰਟ ਹੋਈ ਹੈ ਨਾ, ਉਹ ਬੈਂਕ ਤੋਂ ਹੋਈ ਹੈ। ਬੈਂਕ ਦੇ ਵਿੱਚ ਜਦੋਂ ਦੋ ਉਹ ਪੁਰਾਣੇ ਜਿਹੜੇ ਸੀ ਨਾ ਆਪਣੇ ਤਲਕ ਰੱਖਣ ਵਾਲੇ ਔਰਤ ਤੇ ਬੰਦਾ ਜਿਹੜਾ ਸਾਹਮਣੇ ਦੇਖਦੇ ਨੇ, ਉਹ ਵੀ 16 ਸਾਲ ਬਾਅਦ ਉਹਦੇ ਦੋ ਕਰੈਕਟਰਸ ਜਿਹੜੇ ਨੇ ਉਹਦੇ ਵਿੱਚ ਬਹੁਤ ਵਾਜ਼ੇ ਫਰਕ ਦਿਖਾਇਆ ਹੈ ਕਹਾਣੀਕਾਰ ਨੇ। ਇੱਕ ਕਰੈਕਟਰ ਉਹ ਵੇ ਜਿਹੜਾ ਇੱਕ ਦਲੇਰ ਕਰੈਕਟਰ ਹੈ, ਉਹਦੇ ਦਿਲ ਦੇ ਅੰਦਰ ਕੁਝ ਨਹੀਂ ਹੈ ਕਿ ਪਿੱਛੇ ਕੀ ਹੋਇਆ। ਉਹਨੇ ਵੈਲਕਮ ਕਰਨ ਲਈ ਉਸੇ ਤਰ੍ਹਾਂ ਗਰਮਜੋਸ਼ੀ ਦਾ ਮੁਜ਼ਾਹਰਾ ਕੀਤਾ ਹੈ, ਲੇਕਿਨ ਜਿਹੜਾ ਇੱਕ ਮੇਲ ਕਰੈਕਟਰ ਹੈ ਨਾ, ਉਹ ਉਹਦੇ ਕੋਲੋਂ ਲੁਕ ਰਿਹਾ ਹੈ। ਉਹ ਇਸ ਤਰ੍ਹਾਂ ਜਿਸ ਤਰ੍ਹਾਂ ਉਹਦੇ ਅੰਦਰ ਕੋਈ ਖੌਫ ਹੈ। ਮੈਂ ਖੌਫ ਕੀ ਹੈ, ਉਹ ਖੌਫ ਹੈ ਕਿ ਉਹਦੀ ਦਲੇਰੀ ਦੇ ਅੰਦਰ ਉਹਨੇ ਇੱਕ ਇਨੀਸ਼ੀਏਟਿਵ ਲਿਆ, ਉਹਨੇ ਉਹਨੂੰ ਰਿਲੇਸ਼ਨਸ਼ਿਪ ਨੂੰ ਖਤਮ ਕਰਤਾ। ਹੁਣ ਉਹਨੂੰ ਇੱਥੇ ਦੇਖੋ, ਜਿਹੜਾ ਰਿਲੇਸ਼ਨਸ਼ਿਪ ਹੈ ਨਾ, ਉਹਦੇ ਵਿੱਚ ਉਹ ਅਲਫਾਜ਼ ਕੀ ਨੇ ਉਸ ਮੇਲ ਕਰੈਕਟਰ ਦੇ ਕਿ ਇਹ ਬਲਾ ਫੇਰ ਆ ਗਈ ਹੈ, ਮੱਥੇ ਵੱਜੀ ਹੈ। ਉਹਦੇ ਬਾਅਦ ਉਹ ਜਿਹੜੀ ਸਵਾਣੀ ਹੈ, ਉਹ ਉਹਨੂੰ ਕਹਿੰਦੀ ਕਿ ਤੂੰ ਬਾਹਰ ਖਲੋ ਤੇ ਮੈਂ ਤੈਨੂੰ ਮਿਲਣੀ ਹੈ, ਤੂੰ ਮੇਰਾ ਵੇਟ ਕਰ। ਅੱਛਾ, ਉਹ ਵੇਟ ਕਰਨ ਤੋਂ ਵੀ ਥੋੜਾ ਜਿਹਾ ਹਿਚਕਚਾਹਟ ਦਾ ਸ਼ਿਕਾਰ ਹੈ। ਬਹਰਹਾਲ ਉਹ ਬਾਹਰ ਨਿਕਲਦੀ ਹੈ। ਔਰ ਇੱਥੇ ਇੱਕ ਇੰਪੋਰਟੈਂਟ ਗੱਲ ਉਹ ਵੀ ਹੈ ਕਿ 2-4 ਡਾਇਲੌਗਸ ਦੇ ਅੰਦਰ ਉਹਨੂੰ ਕਹਿਣਾ ਕਿ ਬੈਠ ਕੇ ਰਲ ਕੇ ਚਾਹ। ਹੁਣ ਇਹਦੇ ਵਿੱਚ 3 ਚੀਜ਼ਾਂ ਆਉਂਦੀਆਂ ਸਾਰੀ ਕਹਾਣੀ, ਤੁਸੀਂ ਗੌਰ ਫਿਕਰ ਪਾਓ। ਚਾਹ ਦਾ ਜ਼ਿਕਰ ਵੀ ਆਉਂਦਾ ਹੈ, ਫਿਰ ਉਸ ਬੰਦੇ ਲਈ ਉਸ ਹੋਟਲ ਜਾਂ ਉਸ ਥਾਂ ਤੇ ਜਿੱਥੇ ਚਾਹ ਪੀਣੀ 55 ਮਿੰਟ ਵੇਟ ਕਰ ਰਹੀ ਹੈ। ਉਹਦੇ ਬਾਅਦ ਐਂਡ ਤੇ ਜਾਣ ਲੱਗਿਆ ਉਹਦਾ ਟੈਲੀਫੋਨ ਵੀ ਮੰਗ, ਜਦ ਕਿ ਜਿਹੜਾ ਕਿ ਦੂਸਰਾ ਕਰੈਕਟਰ ਹੈ ਨਾ, ਉਹ ਇੱਕ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਯਾਨੀ ਕਿ ਉਹਦੇ ਅੰਦਰ ਤੇ ਉਹ 16 ਸਾਲ ਪਹਿਲੇ ਵਾਲਾ ਕੋਈ ਨਿੱਘ ਹੈ ਹੀ ਨਹੀਂ। ਲੇਕਿਨ ਕਿਤੇ ਨਾ ਕਿਤੇ ਜੋ ਵੀ ਹੈ, ਜਿਹੜਾ ਸਾਡਾ ਮੇਨ ਕਰੈਕਟਰ ਹੈ, ਉਹਦੇ ਉਹ ਭਾਵੇਂ ਲੋਭ ਦਾ ਮਾਰਿਆ, ਉਹਦੇ ਅੰਦਰ ਸਟੇਟਸ ਕੌਨਸ਼ੀਅਸ ਹੈ ਉਹ, ਜਾਂ ਆਪਣੇ ਹਾਲਾਤ ਨੂੰ ਚੇਂਜ ਕਰਦਾ ਹੈ, ਲੇਕਿਨ ਉਹਦੇ ਅੰਦਰ ਕੋਈ ਨਾ ਕੋਈ ਉਹਦੀ ਤਾਂਗ ਰਮਕ ਮੌਜੂਦ ਹੈ। ਠੀਕ ਹੈ, ਉਹ ਪੂਰੀ ਤਰ੍ਹਾਂ ਕਾਮਯਾਬ ਤੇ ਨਹੀਂ ਹੁੰਦੀ, ਉਹਦੀਆਂ ਐਂਬੀਸ਼ੀਅਸ ਨਹੀਂ ਪੂਰੀਆਂ ਹੁੰਦੀਆਂ, ਲੇਕਿਨ ਕਿਸੇ ਹੱਦ ਤੱਕ ਉਹ ਉਹਨੂੰ ਹਾਸਲ ਵੀ ਕਰ ਲੈਂਦੀ ਹੈ। ਪੈਸੇ ਦੀ ਕੁੱਲ, ਫੈਮਿਲੀ ਦੀ ਜਿਹੜੀ ਆਪਣੀ ਉਹਨੂੰ ਸੈਟਲ ਕਰਨਾ, ਇਹ ਕਰਨਾ ਉਹ ਕਰਨਾ। ਮੇਰੇ ਕਹਿਣ ਦਾ ਮਤਲਬ ਹੈ ਕਿ ਇਹਦਾ ਤਲਕ ਵਾਸਤਾ ਬਿਲਕੁਲ ਉਸੇ ਹੀ ਸਾਡੀ ਕੈਫੀਅਤ ਦੇ ਨਾਲ ਹੈ, ਜਿਹੜੀ ਮਾਸ਼ੀ ਤੌਰ ਤੇ ਸਾਡੇ ਅੰਦਰ ਜਿਹੜੀ ਹੈ ਸਾਡੇ ਮਾਸ਼ਰੇ ਵਿੱਚ ਫੈਲੀ ਹੋਈ ਹੈ। ਔਰ ਅਸੀਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਐਡਮਾਇਰ ਕਰਨਾ ਸ਼ੁਰੂ ਕਰ ਦਿੰਦੇ ਨੇ, ਜਿਹਦੇ ਅੰਦਰ ਆ ਕੇ ਅਸੀਂ ਆਪਣੇ ਤਲਕ ਵਾਸਤੇ ਉਹ ਸਾਡੇ ਪਿੱਛੇ ਹੋ ਜਾਂਦੇ ਨੇ, ਔਰ ਸਾਡੇ ਰਿਲੇਸ਼ਨਸ਼ਿਪ 'ਚ ਨਿੱਘ ਨਹੀਂ ਰਹਿੰਦਾ। ਸਾਡੇ ਅੰਦਰ ਖੌਫ ਵੀ ਨੇ ਕੁਝ, ਸਾਡੇ ਅੰਦਰ ਸਭ ਮਤਲਬ ਕਿ ਜਿਹੜੇ ਘਾਟੇ ਨੇ ਮਾਸ਼ੀ ਵੀ, ਨਫਸਿਆਤੀ ਵੀ, ਉਹ ਸਾਰੇ ਮੌਜੂਦ ਹੋ ਰਹੇ ਹਨ। ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ
ਉਹ ਜਿਹੜੀ ਸਵਾਣੀ ਹੈ ਉਹਦਾ ਜਿਹੜੇ ਐਂਬੀਸ਼ੀਅਸ ਨੇ ਉਹਦੇ ਵਿੱਚ ਇੱਕ ਹੈ ਕਿ ਉਹ ਕਦੀ ਮੈਂ ਹੁਣ ਵੀ ਉਹਦੇ ਅੰਦਰ ਇੱਕ ਰਮਕ ਮੌਜੂਦ ਹੈ ਕਿ ਮੈਂ ਬਾਹਰ ਜਾਵਾਂ। ਬਾਹਰ ਜਾਣ ਦਾ ਮਤਲਬ ਕੀ ਹੈ? ਉਹ ਕਹਿੰਦਾ ਐਕਸਪਲੋਰ ਵੀ ਕਰਨਾ ਹੈ। ਜ਼ਰੂਰੀ ਨਹੀਂ ਹੈ ਕਿ ਉਹ ਐਂਬੀਸ਼ੀਅਸ ਵੀ ਹੋਵੇ, ਉਹਦੇ ਵਿੱਚ ਉਹ ਆਪਣੀ ਖੁੱਲ੍ਹ ਵੀ ਜਿਹੜੀ ਹੈ ਨਾ ਸ਼ੋਅ ਕਰ ਸਕਦੀ ਹੈ। ਆਜ਼ਾਦੀ ਦੀ ਵੀ ਚੀਜ਼ ਹੈ ਉਹਦੇ ਵਿੱਚ। ਠੀਕ ਹੈ, ਸਾਡੇ ਗਿਵਨ ਸਮਾਜ ਦੇ ਵਿੱਚ ਰਿਲੇਸ਼ਨਸ਼ਿਪ ਜਿਹੜੇ ਨੇ ਉਹ ਧੋਖਾ ਦਿੰਦੇ ਨੇ। ਮਸਲਾਂ ਕਿ ਉਹਦੇ ਜਿਹੜੇ ਭੈਣ ਭਰਾ ਨੇ ਉਹ ਬਾਹਰ ਸੈਟਲ ਹੋ ਕੇ ਨੇ, ਉਹ ਨਹੀਂ ਉਹਨੂੰ ਬੁਲਾਉਂਦੇ, ਲੇਕਿਨ ਉਹਦੀ ਉਹ ਤਾਂਘ ਹੈ ਨਾ ਬਾਹਰ ਜਾਣ ਦੀ ਜਿਹੜੀ, ਉਹ ਮੌਜੂਦ ਹੈ ਉੱਥੇ। ਕਿਉਂਕਿ ਉਹਨੇ ਹੁਣ ਉਹ ਆਸ ਜਿਹੜੀ ਹੈ ਨਾ ਉਹ ਆਪਣੀਆਂ ਧੀਆਂ ਤੇ ਲਾ ਦਿੱਤੀ ਕਿ ਹਾਂ ਜਦੋਂ 12ਵੀਂ ਪਾਸ ਕਰਨਗੀਆਂ ਤੇ ਆਇਟਸ ਕਰਾ ਕੇ ਤੇ ਮੈਂ ਉਹ ਬਾਹਰ ਭੇਜਾਂਗੀ, ਉਹ ਸੈਟਲ ਹੋਣਗੀਆਂ ਤੇ ਖਬਰੇ ਮੈਂ ਵੀ ਚਲੀ ਜਾ। ਬੋਚੀ ਦਾ ਕਰੈਕਟਰ ਜਿਹੜਾ ਉਹ ਤੇ ਤਲਤ ਜੀ ਨੇ ਸਭ ਦੱਸ ਹੀ ਦਿੱਤਾ ਹੈ ਕਿ ਉਹ ਇੱਕ ਐਸਾ ਕਰੈਕਟਰ ਹੈ ਕਿ ਐਸੀ ਕਲਾਸ ਤੋਂ ਤਾਲੁਕ ਰੱਖਦਾ ਹੈ ਕਿ ਜਿਹੜਾ ਠੀਕ ਹੈ ਉਹ ਉਹਨਾਂ ਦੇ ਜ਼ਿਹਨ ਦੇ ਅੰਦਰ ਹੁੰਦਾ ਹੈ ਕਿ ਅਸੀਂ ਇਹੀ ਕੰਮ ਕਰਨਾ ਹੈ, ਦੂਜੇ ਨਾਲ ਕੋਈ ਸਰੋਕਾਰ ਨਹੀਂ ਹੈ, ਪੇਟ ਪਾਲਣ ਲਈ ਰੋਜ਼ੀ ਕਮਾਣੀ ਹੈ, ਉਹਦਾ ਤਲਕ ਵਾਸਤਾ ਤੇ ਕੋਈ ਨਹੀਂ ਹੈ ਨਾ ਕਾਰੀਆਂ ਸਿਵਾਏ। ਲਫਾਜ਼ੀ ਬਹੁਤ ਅੱਛੀ ਸੀ ਕਹਾਣੀ ਦੀ ਵਿੱਚ ਇਸਤੇਮਾਲ ਕੀਤੀ ਉਹਨਾਂ ਨੇ, ਔਰ ਬਾਜ਼ ਜਿਹੜੇ ਐਸੇ ਫਿਕਰੇ ਨੇ ਨਾ ਉਹ ਵਾਕਈ ਰੂਹ ਖਿੱਚ ਤੇ ਟੌਪਿਕ ਵਾਈਜ਼ ਸਿੱਧੀ ਤਰ੍ਹਾਂ ਤੇ ਸਾਨੂੰ ਇਹੀ ਲੱਗ ਰਿਹਾ ਹੈ ਕਿ ਇਹ ਕਹਾਣੀ ਜਿਸ ਤਰ੍ਹਾਂ ਤਲਤ ਜੀ ਨੇ ਵੀ ਕਿਹਾ ਹੈ ਕਿ ਬਿਲਕੁਲ ਇਹਦੇ ਤੇ ਹੈ, ਲੇਕਿਨ ਇਹਦੇ ਕੁਝ ਹੋਰ ਪਹਿਲੂ ਜਿਹੜੇ ਖਾਸ ਤੌਰ ਤੇ ਉਹਦੀ ਜਿਹੜੀ ਉਹ ਕਰੈਕਟਰਾਈਜੇਸ਼ਨ ਕੀਤੀ ਹੈ ਨਾ ਇਹਦੇ ਵਿੱਚ ਜਿਹੜਾ ਮਰਕਰੀ ਕਿਰਦਾਰ ਹੈ ਉਹ ਬੜੀ ਯੂਨੀਕ ਔਰ ਮੈਨੂੰ ਪਸੰਦ ਆਈ ਹੈ ਔਰ ਅੱਛੀ ਕਹਾਣੀ ਲਿਖੀ ਵਿਪਨ ਜੀ। ਬਹੁਤ ਸ਼ੁਕਰੀਆ ਸ਼ੇਖ ਆਫਤਾਬ ਜੀ, ਬੜਾ ਅੱਛਾ ਤੁਸੀਂ ਖੋਲ ਕੇ ਐਨਾਲਿਸਿਸ ਕੀਤਾ ਕਹਾਣੀ ਦਾ। ਤੇ ਹੁਣ ਸਾਡੇ ਹੋਰ ਦੋਸਤ। ਮੈਂ ਕੁਝ ਬੋਲਾਂ ਜੀ? ਜੀ ਬੀਬਾ ਜੀ। ਮੇਰੇ ਥੋੜੇ ਡਿਸਜੋਇੰਟਡ ਹੋਣੇ ਕਿਉਂਕਿ ਮੈਂ ਹੁਣ ਸੁਣੀ ਹੈ ਤੇ ਆਈ ਹੈਵ ਰਿਟਨ ਡਾਊਨ ਸਮ ਨੋਟਸ, ਪਰ ਮੈਨੂੰ ਉਹਦੇ ਲਈ ਮਾਫੀ ਦੇਣਾ। ਪਹਿਲਾਂ ਤੇ ਮੈਂ ਵਿਪਿਨ ਜੀ ਨੂੰ ਅਗੇਨ ਬੜੀ ਵਧਾਈ ਦੇਵਾਂਗੀ ਕਿ ਵੀ ਇਹਨਾਂ ਨੇ ਬੜੀ ਖੂਬਸੂਰਤ ਕਹਾਣੀ ਲਿਖੀ ਹੈ, ਐਂਡ ਨਾਟ ਓਨਲੀ ਦੈਟ ਇਹਨਾਂ ਨੇ ਸੁਣਾਈ ਸਾਨੂੰ ਬੜੇ ਪਿਆਰੇ ਤਰੀਕੇ ਦੇ ਨਾਲ ਹੈ। ਲਫ਼ਜ਼ਾਲੀ ਤੇ ਬਹੁਤ ਹੀ ਸੋਹਣੀ ਹੈਗੀ ਹੈ, ਤੇ ਜਿਹੜੇ ਇਹਨਾਂ ਨੇ ਫਰੇਜ਼ਸ ਯੂਜ਼ ਕੀਤੇ ਨੇ, ਜਿਹੜੇ ਇਹਨਾਂ ਨੇ ਮੈਟਾਫਰਸ ਯੂਜ਼ ਕੀਤੇ ਨੇ ਬੜੇ ਬਿਹਤਰੀਨ ਨੇ, ਜਿਹੜੇ ਮੈਨੂੰ ਬੜੇ ਪਸੰਦ ਆਏ। ਜਿੱਦਾਂ ਉਹ ਜਾਬਰ ਦਾ ਜ਼ੁਲਮ ਦੀ ਗੱਲ ਇਹਨਾਂ ਨੇ ਕੀਤੀ, ਤੇ ਜਿੱਦਾਂ ਇਹਨਾਂ ਨੇ ਉਸ ਰੋਡ ਦੀ ਡਿਸਕ੍ਰਿਪਸ਼ਨ ਦਿੱਤੀ। ਸੋ ਮੈਨੂੰ ਇਹ 2-4 ਚੀਜ਼ਾਂ ਬਹੁਤ ਹੀ ਅੱਛੀਆਂ ਲੱਗੀਆਂ। ਮੈਨੂੰ ਸਭ ਤੋਂ ਵਧੀਆ ਗੱਲ, ਇੱਕ ਸਭ ਤੋਂ ਪਹਿਲੀ ਗੱਲ ਜਿਹੜੀ ਹੈਗੀ ਹੈ ਨਾ, ਜਿਹੜਾ ਇਹਨਾਂ ਨੇ ਟੌਪਿਕ ਪਿਕ ਕੀਤਾ, ਇਹ ਦਿਸ ਇਜ਼ ਅ ਵੈਰੀ ਬਿਗ ਸਮੱਸਿਆ ਸਾਡੇ ਪੰਜਾਬ ਦੇ ਵਿੱਚ। ਪਤਾ ਨਹੀਂ ਤੁਹਾਡੇ ਸਾਡੇ ਜਿਹੜਾ ਚੜ੍ਹਦਾ ਪੰਜਾਬ ਹੈ ਜਿਹੜਾ ਇਹ ਕਿ ਕਿਉਂਕਿ ਬਿਕੋਜ਼ ਆਫ ਰੋਜ਼ਗਾਰੀ ਇੰਨੀ ਨਹੀਂ ਹੈਗੀ ਅਵੇਲੇਬਲ, ਸੋ ਜਿਹੜਾ ਇਹ ਬਾਹਰ ਜਾਣ ਦਾ ਹੈਗਾ ਆ, ਔਰ ਸਪੈਸ਼ਲੀ ਜਿਹੜਾ ਕੁੜੀਆਂ ਨੂੰ ਬਾਹਰ ਭੇਜਣਾ, ਕਿਉਂਕਿ ਸਾਰਾ ਪਰਿਵਾਰ ਪਿੱਛੇ ਹੁੰਦਾ ਹੈ ਕਿ ਵੀ ਕੁੜੀ ਚਲੇ ਜਾਊਗੀ ਤਾਂ ਸਾਨੂੰ ਸਾਰਿਆਂ ਨੂੰ ਵੀ ਮਗਰੋਂ ਸੱਦ ਲੂਗੀ। ਸੋ ਦਿਸ ਇਜ਼ ਅ ਵੈਰੀ ਵਾਸਟ ਟੌਪਿਕ ਜਿਹੜਾ ਇਹਨਾਂ ਨੇ ਛੇੜਿਆ, ਔਰ ਇਹਨਾਂ ਨੇ ਬੜੀ ਖੂਬਸੂਰਤੀ ਨਾਲ ਉਹਨੂੰ ਦੱਸਿਆ। ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਲੱਗੀ ਹੈ ਇਸ ਕਿ ਇਹਨਾਂ ਦੀ ਜਿਹੜੀ ਇਹਨਾਂ ਨੇ ਸਾਰੇ ਕੈਰੈਕਟਰਸ ਨੂੰ ਬਿਲਕੁਲ ਜਾਂ ਬਲੈਕ ਤੇ ਜਾਂ ਵਾਈਟ ਨਹੀਂ ਕੀਤਾ। ਹਰ ਕੈਰੈਕਟਰ ਜਿਹੜਾ ਇਹਨਾਂ ਨੇ ਬਣਾਇਆ ਉਹ ਬਲੈਕ ਐਂਡ ਵਾਈਟ ਹੈ। ਯੂ ਨੋ, ਜਿਸ ਤਰ੍ਹਾਂ ਫॉर एग्जांपल ਮੈਂ ਪਿੱਛੋਂ ਸ਼ੁਰੂ ਕਰਦੇ ਹਾਂ ਵਿਦ ਓਮੀ ਜਿਹੜਾ ਹੈਗਾ ਆ, ਹਿਸ ਲਾਈਫ ਇਜ਼ ਵੈਰੀ ਈਜ਼ੀ। ਉਹ ਕੱਲਾ ਪੁੱਤਰ ਹੈਗਾ ਆ, ਉਹਦੇ ਜਿਹੜੇ ਉਹਦਾ ਪਿਓ ਜਿਹੜਾ ਹੈਗਾ ਆ ਉਹ ਆਰਮੀ 'ਚ ਹੈਗਾ ਹੈ, 2 ਉਹਦੀ ਮਾਂ ਤੇ ਉਹਦੀ ਦਾਦੀ ਜਿਹੜੀ ਹੈ ਦੇ ਡੋਟ ਔਨ ਹਿਮ, ਉਹਦੀ ਖਾਤਰ ਕਰਦੀਆਂ ਹੀ ਹੈ। ਉਹਨੂੰ ਕਿਸੇ ਕਿਸਮ ਦੀ ਕੋਈ ਮਜਬੂਰੀ ਨਹੀਂ, ਉਹਦੇ ਉੱਤੇ ਕੋਈ ਪ੍ਰੈਸ਼ਰ ਨਹੀਂ। ਇੱਕ ਤੇ ਇਹ ਕੈਰੈਕਟਰ ਹੈਗਾ, ਔਰ ਇਹ ਬੜਾ ਕਮਜ਼ੋਰ ਕੈਰੈਕਟਰ ਹੈਗਾ। ਸੋ ਸੈਕੰਡਲੀ ਜਿਹੜਾ ਮੈਨੂੰ ਜਿਹੜੀ ਇਹ ਕੁੜੀ ਹੈਗੀ ਆ ਗੋਰੀ, ਇਹਦਾ ਕੈਰੈਕਟਰ ਇਹ ਇਜ਼ ਅ ਵੈਰੀ ਸਟਰੋਂਗ ਕੈਰੈਕਟਰ। ਸਾਰੇ ਮਤਲਬ ਕਿ ਸੋਚ, ਅਸੀਂ ਜਿਹੜੀ ਪਹਿਲੀ ਸੋਚ ਹੁੰਦੀ ਹੈ ਕਿ ਬੜੀ ਸ਼ੀ ਇਜ਼ ਵੈਰੀ ਐਂਬਿਸ਼ੀਅਸ, ਸ਼ੀ ਵਾਂਟਸ ਟੂ ਗੈਟ ਆਊਟ, ਇਹ ਆਪਣੇ ਮਤਲਬ ਸੈਲਫਿਸ਼ ਹੈਗੀ ਹੈ। ਪਰ ਨਹੀਂ, ਜਦ ਉਹਨੇ ਤੁਸੀਂ ਸ਼ੁਰੂ ਕਰੋ, ਉਹਨੇ ਪਹਿਲਾਂ ਆਪਣੀ ਖੁਸ਼ੀ ਲਈ ਆਪਣਾ ਪਿਆਰ ਇੱਕ ਲੱਭਿਆ। ਉਹਨੂੰ ਮਜਬੂਰੀ ਤੇ ਨਹੀਂ ਸੀ ਨਾ ਕਿ ਵੀ ਇਹ ਓਮੀ ਨੂੰ ਲੱਭਦੀ। ਸ਼ੀ ਵਾਜ਼ ਅ ਵੈਰੀ ਪੋਪੂਲਰ ਗਰਲ, ਆਪਣੇ ਉਹ ਇਹਦੇ ਨਾਲੋਂ ਜ਼ਿਆਦਾ ਜਾਣਦੇ ਸੀ ਲੋਕ ਉਹਨੂੰ ਆਪਣੇ ਕਾਲਜ 'ਚ। ਉਹਨੂੰ ਪਿਆਰ ਹੋਇਆ, but then what happened was ਕਿ ਜਿਹੜੀ ਉਹਦੀ ਫੈਮਿਲੀ ਦੀ ਮਜਬੂਰੀ, ਜਿਹੜੀ ਇਸ ਮੁਆਸ਼ਰੇ ਦੀ ਮਜਬੂਰੀ, ਜਿਹੜੀ ਉਹ ਥੋੜੀ ਜਿਹੀ ਦੱਸੀ ਨਹੀਂ ਗਈ ਕਿ ਉਹਦੀ ਥੋੜਾ ਜਿਹਾ ਉੱਤੇ ਇਸ਼ਾਰਾ ਹੈਗਾ ਕਿ ਉਹਦੇ ਭਾਈ ਭੈਣ ਹੈਗੇ ਆ। ਸੋ ਇਸ ਤਰ੍ਹਾਂ ਜਿਹੜਾ ਉਹ ਲੱਗਦਾ, ਜਿਹੜੀ ਉਹ ਸੈਂਟੈਂਸ ਬੋਲਦੀ ਹੈ ਕਿ ਸਿਰਫ ਆਪਣੇ ਲਈ ਨਹੀਂ ਬੰਦਾ ਸੋਚਦਾ,
ਉੱਥੇ ਹੀ ਉਹਦੇ ਕੈਰੈਕਟਰ ਦਾ ਬੜਾ ਵੱਡਾ ਇੱਕ ਹੈਗਾ। ਇੱਕ ਤੇ ਪਾਸੇ ਖੁਆਇਸ਼ ਹੈਗੀ ਹੈ ਕਿ ਉਹਨੂੰ ਉਵੇਂ ਪਿਆਰਾ ਲੱਗਦਾ ਹੈ, ਚੰਗਾ ਲੱਗਦਾ ਹੈ, ਦੂਜੇ ਪਾਸੇ ਹੈਗੀ ਹੈ ਕਿ ਬਈ ਇਨਸਾਨ ਸਿਰਫ ਆਪਣੇ ਲਈ ਨਹੀਂ ਸੋਚਦਾ, ਹੈ ਨਾ। ਸੋ ਉਹਦੇ ਵਿਲ ਕਮ ਬੈਕ ਟੂ ਦੈਟ। ਅੱਛਾ, ਤੀਜਾ ਕੈਰੈਕਟਰ ਜਿਹੜਾ ਹੈਗਾ ਉਹਦਾ ਹਸਬੈਂਡ ਹੈਗਾ। ਸਾਡੇ ਹੁਣ ਪੰਜਾਬ ਦੇ ਵਿੱਚ ਇਹੀ ਹੁੰਦਾ ਕਿ ਕੁੜੀਆਂ ਨੂੰ ਏਦਾਂ ਕਰਕੇ ਚਲੇ ਜਾਂਦੇ ਨੇ, ਜਿਹੜੇ ਬੰਦੇ ਬਾਹਰ ਹੁੰਦੇ ਨੇ ਉਹ ਵਿਲਨ ਹੁੰਦੇ ਨੇ, ਉਹ ਸਿਰਫ ਆਪਣੀ ਆਪਣੇ ਐਸ਼ੋ ਆਰਾਮ ਲਈ ਇੱਥੇ ਜਨਾਨੀ ਨੂੰ ਵਿਆਹ ਕਰ ਲੈਂਦੇ ਨੇ, ਉਹ ਛੱਡ ਜਾਂਦੇ ਨੇ, ਕਰਦੇ ਨੇ। ਨਹੀਂ, ਉਹ ਕੈਰੈਕਟਰ ਵੀ ਬਲੈਕ ਨਹੀਂ ਹੈਗਾ, ਉਹ ਕੈਰੈਕਟਰ ਵੀ ਹੈਗਾ, ਉਹ ਮਜਬੂਰੀ ਚ ਉੱਥੇ ਫਸਿਆ ਪਿਆ। ਉਹਨੇ ਇਸ ਲੜਕੀ ਦੇ ਭੈਣ ਭਰਾ ਨੂੰ ਵੀ ਸੈਟਲ ਕੀਤਾ, ਉਹ ਇਹਨੂੰ ਵੀ ਸਾਰੀ ਜਿੰਨਾ ਹੋ ਸਕਦਾ ਹੈ ਇਹਨੂੰ ਵੀ ਸਾਰੀ ਸਹੂਲੀਅਤ ਦਿੰਦਾ ਹੈ, ਉਹ ਆਪਣੀਆਂ ਕੁੜੀਆਂ ਦੇ ਫਿਊਚਰ ਬਾਰੇ ਵੀ ਸੋਚ ਰਿਹਾ। ਸੋ ਦੇਰ ਇਜ਼ ਨੋ, ਐਂਡ ਦੈਟ ਇਜ਼ ਲਾਈਫ, ਦੇਰ ਇਜ਼ ਨਥਿੰਗ ਬਲੈਕ ਐਂਡ ਵਾਈਟ ਕਿ ਵੀ ਉਹ ਆਪਣੀ ਖੁਆਇਸ਼, ਉਹਦੀਆਂ ਕਾਹਦੀਆਂ ਖੁਆਇਸ਼ਾਂ। ਉਹਨੂੰ ਤਾਂ ਪਹਿਲੀ ਖੁਆਇਸ਼ ਤੇ ਉਹਦੀ ਇਹੀ ਸੀਗੀ ਕਿ ਮੈਂ ਬਾਹਰ ਚਲੀ ਜਾ, ਮੇਰੇ ਆਪਣੇ ਭੈਣ ਭਰਾ ਨੇ। ਛੋਟੀਆਂ ਛੋਟੀਆਂ ਸਦਰਾਂ ਦੀ ਗੱਲ ਕਰਦੀ, ਉਹਨੇ ਕੋਈ ਵੱਡੇ ਮਹਿਲ ਨਹੀਂ ਬਣਾਏ ਹੋਏ ਕਿ ਛੋਟੀ ਛੋਟੀ ਸਦਰਾਂ ਲਈ ਮੈਂ ਨਹੀਂ ਆਪਣੇ ਆਪ ਨੂੰ ਮਾਰਨਾ ਚਾਹੁੰਦੀ, ਐਂਡ ਮੇਰੇ ਭੈਣ ਭਰਾ ਵੀ ਹੈਗੇ ਨੇ। ਸੋ ਮੈਨੂੰ ਇਹ ਗੱਲ ਇਹਨਾਂ ਦੀ ਬੜੀ ਅੱਛੀ ਲੱਗੀ ਹੈ ਕਿ ਵੀ ਇਹਨਾਂ ਨੇ ਇੱਕ ਰਿਐਲਿਟੀ ਸ਼ੋਅ ਕੀਤੀ ਹੈ। ਸਾਡਾ ਇਹ ਹੁੰਦਾ ਕਿ ਅਸੀਂ ਕਹਿ ਦਿੰਦੇ ਆ ਹੀਰੋ, ਆ ਹੀਰੋਇਨ, ਆ ਵਿਲਨ ਹੈ। ਇਹਦੇ ਚ ਕੋਈ ਵੀ ਨਹੀਂ, ਇਹਦੇ ਚ ਜਿਹੜੇ ਹਾਲਾਤ ਨੇ, ਜਿਹੜੀ ਸਿਚੁਏਸ਼ਨ ਹੈ, ਉਹ ਵਿਲਨ ਹੈ। ਸੋ ਅੱਛਾ ਚਲੋ ਇਹ ਤੇ ਗੱਲ ਹੋਈ। ਹਾਂ, ਸੋ ਮੈਨੂੰ ਇਹ ਜਿਹੜਾ ਲੱਗਦਾ ਹੈ ਨਾ ਕਿ ਵੀ ਸਾਨੂੰ ਥੋੜਾ ਜਿਹਾ obvious ਤੋਂ ਨਿਕਲ ਕੇ ਇਸ ਕਹਾਣੀ ਨੂੰ ਬਾਹਰੋਂ ਖੜੇ ਹੋ ਕੇ ਦੇਖਣਾ ਚਾਹੀਦਾ ਆ। ਇਹ ਅੱਛਾ ਫਿਰ ਵੀ ਉਹ ਵੀ ਹਾਲੇ ਵੀ ਅੱਛਾ, ਇੱਕ ਹੋਰ ਗੱਲ ਜਿਹੜੀ ਸੀਗੀ ਕਿ ਵੀ ਸ਼ੀ ਇਜ਼ ਸਟਿਲ ਮਤਲਬ ਕਿ ਉਹ ਫਿਰ ਹਾਲੇ ਵੀ ਇਹ ਤਾਕੜ ਹੈਗੀ ਇਨ ਦਾ ਸੈਂਸ ਕਿ ਵੀ ਉਹਦੇ ਚ ਹਾਲੇ ਵੀ ਇੱਕ ਲੀਡਰਸ਼ਿਪ ਕੁਆਲਿਟੀ ਹੈਗੀ ਕਿ ਨਹੀਂ ਤੂੰ ਆ, ਤੂੰ ਕਰ ਇਹ ਵੋ। ਇਹ ਜਿਹੜਾ ਬੰਦਾ ਹੈਗਾ, ਹੀ ਇਜ਼ ਦਾ ਵੀਕੈਸਟ ਕੈਰੈਕਟਰ ਇਨ ਦਿਸ ਹੋਲ ਥਿੰਗ। ਔਰ ਜਿਹੜੀ ਉਹਦੇ ਦਾ ਜਿਹੜਾ ਇਸ ਕੈਰੈਕਟਰ ਦੇ ਜਿਹੜਾ ਕਹਿੰਦੇ ਨਾ ਬਲੈਕ ਝਲਕ ਹੈਗੀ ਹੈ ਕਿ ਉਹਦੀ ਮਜਬੂਰੀ, ਉਹਦੇ ਹਾਲਾਤ ਨੂੰ ਦੇਖ ਕੇ ਕਹਿੰਦਾ ਮੈਨੂੰ ਸਰੂਰ ਆ ਰਿਹਾ, ਮੈਨੂੰ ਖੁਸ਼ੀ ਹੋ ਰਹੀ ਹੈ। ਇਹ ਕਿੰਨਾ ਜ਼ਿਆਦਾ ਇਹ ਮੇਲ ਹੈਗਾ ਆ ਕਨਸੈਪਟ ਕਿ ਵੀ ਕਿਉਂਕਿ ਉਹ ਮਜਬੂਰ ਔਰਤ ਹੈਗੀ ਹੈ, ਕਿਉਂਕਿ ਉਹ ਸ਼ੀ ਇਜ਼ ਨਾਟ ਓਨਲੀ ਥਿੰਕਿੰਗ ਆਫ ਹਰਸੈਲਫ, ਹਾਲੇ ਵੀ ਆਪਣੀਆਂ ਬੇਟੀਆਂ ਲਈ ਸੋਚ ਰਹੀ ਹੈ ਕਿ ਚਲੋ ਮੇਰੀਆਂ ਬੇਟੀਆਂ। ਔਰ ਦੇਖੋ ਜਦੋਂ ਆਪਣੇ ਭਰਾ ਦੀ ਗੱਲ ਕਰਦੀ, ਜਿੱਦਾਂ ਉਹਨੂੰ ਸੈਟਲ ਕੀਤਾ, ਭੈਣ ਦੀ ਗੱਲ ਕਰਦੀ, ਜਿੱਦਾਂ ਉਹਨੂੰ ਸੈਟਲ, ਬੜੀ ਖੁਸ਼ ਹੋ ਕੇ ਦੱਸਦੀ ਹੈ ਕਿ ਦੈਟਸ ਹਰ ਅਕੰਪਲਿਸ਼ਮੈਂਟ, ਸ਼ੀ ਹੈਜ਼ ਅਟੇਨਡ ਕਿ ਵਾਟ ਸ਼ੀ ਵਾਸ ਸਟਾਰਟਿੰਗ, ਕਿ ਜਿਹੜੀ ਉਹਦੀ ਸੀਗੀ ਚਾਹਤ ਕਿ ਵੀ ਮੇਰੇ ਭੈਣ ਭਰਾ ਸੈਟਲ ਹੋ ਜਾਣ, ਇਹ। ਸੋ ਉਹ ਸਭ ਕੁਝ ਕਰ ਰਹੀ ਹੈ। ਸੋ ਆਈ ਥਿੰਕ ਵੀ ਹੈਵ ਟੂ ਲੁੱਕ ਬਿਯੋਂਡ ਕਿ ਵੀ ਨਹੀਂ ਜੀ ਉਹ ਵਿਲਨ ਸੀਗੀ, ਉਹ ਵਿਚਾਰਾ ਸੀਗਾ, ਵਿਚਾਰਾ ਕਿ ਹੀ ਇਜ਼ ਅ ਗਟਲੈਸ ਮੈਨ, ਕੋਈ ਉਹਦੀ ਬੈਕਬੋਨ ਨਹੀਂ ਬੰਦੇ ਦੀ। So I'm sorry, ਹੱਸ ਰਹੇ ਨੇ ਸਬੀਨਾ ਜੀ, she knows where I'm coming from. ਮੈਂ ਕਿਹਾ ਬੀਬਾ ਜੀ ਆ ਗਏ ਨੇ ਆਪਣੀ ਆਈ ਤੇ। ਸੋ ਵਿਪਨ ਜੀ, ਜਜ਼ਬਾਤੀ ਹੋ ਗਏ ਨੇ। ਵਿਪਨ ਜੀ ਹਾਂ ਬਾਗੀ ਹੋ ਗਈ ਜੀ, ਤੁਸੀਂ ਸਾਰਿਆਂ ਨੇ ਮੇਰੀ ਹੀਰੋਇਨ ਨੂੰ ਤੁਸੀਂ ਇੰਨਾ ਨੈਗੇਟਿਵ ਕਰਤਾ, ਆਈ ਡੋਂਟ ਲਾਈਕ ਇਟ। ਨਹੀਂ ਬੀਬਾ ਜੀ, ਮੈਂ ਤੇ ਆਪਣੀ ਹੀਰੋਇਨ ਜਿਹੜੀ ਹੈ ਨਾ, ਤੁਸੀਂ ਇਨ ਬਿਟਵੀਨ ਸੀਗੇ ਆਫਤਾਬ ਸਾਹਿਬ, ਤੁਸੀਂ ਇਨ ਬਿਟਵੀਨ ਸੀਗੇ। ਨਹੀਂ ਮੈਂ ਤੇ ਉਹਨੂੰ ਕਿਹਾ ਕਿ ਉਹਦੇ ਅੰਦਰ ਤੇ ਅਜੇ ਵੀ ਇੱਕ ਜਿਹੜੀ ਚਿਨਕ ਬਾਕੀ ਹੈ, ਲੇਕਿਨ ਸਹੀ ਗੱਲ ਹੈ ਤੁਹਾਡੀ, ਬਿਲਕੁਲ ਸਹੀ ਗੱਲ ਹੈ। I know, so I just elaborated on that. ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਬੀਬਾ ਜੀ, ਬੀਬਾ ਬਹੁਤ ਜੀ ਸ਼ੁਕਰੀਆ। ਇਹਦੇ ਤੇ ਬੜੀ ਲੰਬੀ ਟਾਕ ਹੋ ਸਕਦੀ ਹੈ, ਇਹਦੇ ਤੇ ਬੜੀ ਲੰਬੀ ਹੋ ਟਾਕ ਸਕਦੀ ਹੈ, ਅਸੀਂ ਹੋਰਾਂ ਨੂੰ ਵੀ ਮੌਕਾ ਦੇਣਾ ਹੈ। ਕੁਝ ਰਿਐਲਿਟੀਜ਼ ਐਸੀਆਂ ਨੇ ਜਿਹੜੀਆਂ ਉਹਦੇ ਤੇ ਨੈਗੇਟਿਵ ਪੁਆਇੰਟਸ ਜਾ ਰਹੇ ਨੇ, ਕੁਝ ਨੈਗੇਟਿਵ ਪੁਆਇੰਟਸ ਜਾ ਰਹੇ ਨੇ, ਲੇਕਿਨ ਆਪਣੀ ਆਪਣੀ ਹਾਂਜੀ ਨਹੀਂ ਥਿੰਕਿੰਗ। ਜੀ, ਸਾਨੂੰ ਹੁਣ ਮੌਕਾ ਸਾਨੂੰ ਦੇਣਾ ਚਾਹੀਦਾ ਹੈ। ਗੁਰਦਾਸ ਜੀ ਨੇ, ਅਮਰ ਜੀ ਨੇ, ਲੀਜ਼ਾ ਜੀ ਨੇ। ਹਾਂਜੀ ਹੁਣ ਜੀ ਹਾਂਜੀ ਅਮਰ ਜੀ ਗੱਲ ਕਰੋ। ਹਾਂਜੀ, ਮੈਂ ਤੇ ਮੇਰੇ ਲਈ ਇਹੀ ਚੰਗਾ ਕਿ ਜੋ ਬੀਬਾ ਜੀ ਨੇ ਕਿਹਾ ਉਸੇ ਪੁਆਇੰਟ ਨੂੰ ਅੱਗੇ ਇਲੈਬੋਰੇਟ ਕਰਾਂ। ਪਰ ਮੇਰਾ ਖਿਆਲ ਹੈ ਜਿੱਦਾਂ ਕਿ ਇਹ ਥੋੜਾ ਜਿਹਾ ਕਲਚਰਲ ਡਿਫਰੈਂਸਿਸ ਵੀ ਆ, ਉਹਨੇ ਖਾਸ ਬਾਰ-ਬਾਰ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਪਾਸੇ ਜੱਟ ਦਾ ਕਲਚਰ ਹੈ, ਦੂਸਰੇ ਪਾਸੇ ਪੰਡਤਾਂ ਦਾ, ਬਾਹਮਣਾਂ ਦਾ, ਕੰਜ਼ਰਵੇਟਿਵ, ਸਿਕਿਉਰ ਬ੍ਰਿੰਗਿੰਗ ਅਪ ਹੋ ਰਹੀ ਆ, ਵਿਦ ਐਵਰੀਥਿੰਗ ਆਲਮੋਸਟ ਪ੍ਰੋਵਾਈਡਡ ਹੋ ਰਹੀ ਆ। ਦੂਸਰੇ ਪਾਸੇ ਪਿੰਡਾਂ ਦਾ ਜਾਂ ਜੱਟਾਂ ਦਾ, ਜਿਨ੍ਹਾਂ ਦੇ ਜ਼ਮੀਨਾਂ ਦੇ ਉੱਤੇ, ਫਸਲਾਂ ਦੇ ਉੱਤੇ ਕੋਈ ਪਤਾ ਨਹੀਂ ਕਿਸ ਟਾਈਮ ਤੇ ਤਬਾਹੀ ਬਰਬਾਦੀ ਹੋ ਜਾਣੀ ਆ। ਇਹ ਪੰਜਾਬ ਦੀ ਹਿਸਟਰੀ ਵੀ ਇਹੀ ਆ ਇਹਦੇ 'ਚ ਕਿ ਤੁਸੀਂ ਈਅਰ ਟੂ ਈਅਰ, ਸਾਲ ਬਾਈ ਸਾਲ ਜਿਓ, ਖਾਣਾ ਪੀਣਾ ਲਾਹੇ ਦਾ, ਤੇ ਬੇਪਰਵਾਹ ਔਰ ਬੋਲਡ ਹਰ ਤਰੀਕੇ ਨਾਲ ਫਿਰ ਦੁਬਾਰਾ ਉੱਠਣ ਦੇ ਤਰੀਕੇ ਇਹਨਾਂ ਦੇ ਕੋਲ ਆਉਂਦੇ ਨੇ। ਮਟੀਰੀਅਲਿਸਟਿਕ ਚੀਜ਼ਾਂ ਦੀ ਐਂਬਿਸ਼ਨ ਹੁੰਦੀ ਆ
ਇਸ ਕਲਚਰ ਦੇ ਵਿੱਚ। ਦੂਸਰੇ ਪਾਸੇ ਜਿਹੜੀ ਸਿਕਿਉਰ ਹੈਗੇ ਉਹਨਾਂ ਨੂੰ ਇੰਨਾ ਕੋਈ ਰਿਸਕ ਲੈਣ ਦੀ ਲੋੜ ਨਹੀਂ। ਔਰ ਮੇਰਾ ਖਿਆਲ ਜਿਹੜਾ ਰਾਈਟਰ ਹੈ ਕਰਮ ਸਿੰਘ, ਉਹਨੇ ਗੱਲ ਐਕਚੁਅਲੀ ਦੱਸੀ ਆ ਕਿ ਗਰੀਬਾਂ ਦਾ ਪਿਆਰ ਔਰ ਅਮੀਰਾਂ ਦੇ ਪਿਆਰ ਦੇ ਵਿੱਚ ਬੜਾ ਫਰਕ ਹੁੰਦਾ। ਆਪਾਂ ਇੱਥੇ ਵੀ ਦੇਖੀਏ, ਜਿੱਦਾਂ ਹੁਣ ਬਾਹਰ ਲੋਕੀ ਜਾਂਦੇ ਨੇ, ਭੁੱਖਿਆਂ ਦੀ ਲਾਲਸਾ ਜਿਹੜੀ ਆ ਉਹ ਰੋਟੀ ਲਈ ਆ, ਬਾਹਰ ਜਾਂਦੇ ਨੇ, ਕੈਨੇਡਾ ਚਲ ਗਏ, ਕਿਤੇ ਚਲ ਗਏ। ਰੱਜੇ ਜਿਹੜੇ ਜੋ ਬਾਹਰ ਜਾਂਦੇ ਨੇ, ਆਪਣੀ ਖੁਸ਼ੀ ਨੂੰ ਜਿਹੜੀ ਆਲਰੇਡੀ ਉਹਨਾਂ ਕੋਲ ਹੈਗੀ ਉਹਨੂੰ ਵਧਾਉਣ ਲਈ ਅੱਗੇ ਜਾਂਦੇ ਨੇ। ਉਹਨਾਂ ਨੂੰ ਕੋਈ ਭੁੱਖ ਨਹੀਂ ਕਿਸੇ ਕਿਸਮ ਦੀ। ਸੋ ਇਹਦੇ ਵਿੱਚ ਮੇਰਾ ਖਿਆਲ ਹੈ ਦੋ ਕਲਚਰਲ ਬ੍ਰਿੰਗਿੰਗ ਅਪ ਜਾਂ ਡਿਫਰੈਂਸ ਜਿਹੜੇ ਪੰਜਾਬ ਦੇ ਵਿੱਚ ਨੇ, ਔਰ ਇਹ ਸਟੋਰੀ ਦੇ ਵਿੱਚ ਕਾਫੀ ਕਲੀਅਰਲੀ ਦੱਸਿਆ ਕਿ ਪਿੰਡਾਂ ਦਾ ਜਾਂ ਜੱਟਾਂ ਦਾ ਇਨਸਿਕਿਉਰ, ਅਨਸਰਟਨ, ਇਕਨੋਮਿਕਲੀ ਡਿਪਰਾਈਵਡ ਕਲਚਰ ਵਰਸਸ ਦੂਜੇ ਪਾਸੇ ਸਿਕਿਉਰ ਔਰ ਬੜਾ ਇੰਟਰੈਂਚਡ ਕਲਚਰ ਜਿਹੜਾ ਹੈਗਾ। ਤਨਖਾਹ ਆ ਰਹੀ ਆ ਸਾਲ ਦੇ ਮਹੀਨੇ ਦੇ ਮਹੀਨੇ, ਤੇ ਫਾਦਰ ਹੈ। ਔਰ ਹੁਣ ਵੀ ਇਹਦੀ ਇਹਨਾਂ 'ਚ ਡਿਫਰੈਂਸ ਮੇਰਾ ਖਿਆਲ ਇਹੀ ਹੈ ਕਿ ਇੱਕ ਪਾਸੇ ਐਜੂਕੇਸ਼ਨ ਹੈ, ਉਹ ਮੁੰਡਾ ਪੜ੍ਹ ਕੇ ਬੈਂਕ ਦੇ ਵਿੱਚ ਵੀ ਲੱਗ ਗਿਆ, ਸਿਕਿਉਰ ਹੋ ਗਿਆ। ਦੂਜੇ ਪਾਸੇ ਹਾਲੇ ਵੀ ਇਕਨੋਮਿਕ ਸਟਰਗਲ ਹੀ ਆ, ਨਾ ਉਹਨਾਂ ਨੇ ਪੜ੍ਹਿਆ, ਅੱਗੇ ਬਾਹਰ ਨੂੰ ਹੱਥ ਪੈਰ ਮਾਰ ਰਹੇ ਨੇ, ਕਿਤੇ ਹੋਰ ਪਾਸਿਓਂ ਮਤਲਬ ਸਿਕਿਉਰ ਹੋ ਜਾਈਏ। ਸੋ ਮੇਰੇ ਖਿਆਲ ਇਹ ਦੋ ਕਲਚਰਲ ਜਿਹੜੇ ਕਿ ਇਕਨੋਮਿਕ ਬੇਸ ਆ ਦੋਹਾਂ ਦਾ, ਉਸੇ ਵਿੱਚੋਂ ਵੀ ਉਭਰੀ ਸਟੋਰੀ। ਔਰ ਮੈਨੂੰ ਸਟੋਰੀ ਬੜੀ ਵਧੀਆ ਲੱਗੀ। ਔਰ ਇਹਨਾਂ ਨੇ ਗੋਰੀ ਦੇ ਬੋਲਣ ਦੇ ਅੰਦਾਜ਼ ਨੂੰ ਜਿੱਦਾਂ ਖੁਦ ਬੋਲ ਕੇ ਇਹਨਾਂ ਨੇ ਪੇਸ਼ ਕੀਤਾ, ਉਹਦੇ ਵਿੱਚ ਵੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਸ ਕਿਸਮ ਦਾ ਉਹ ਕੈਰੈਕਟਰ ਹੈ। ਔਰ ਬੜੀ ਸੋਹਣੀ ਸਟੋਰੀ, ਬੜੀ ਵਧੀਆ ਪ੍ਰੈਜ਼ੈਂਟ ਕੀਤੀ ਇਹਨਾਂ ਨੇ। ਬਹੁਤ ਸ਼ੁਕਰੀਆ ਅਮਰਜੀਤ ਜੀ, ਬਹੁਤ ਸ਼ੁਕਰੀਆ ਜੀ। ਹਾਂਜੀ ਗੁਰਦਾਸ ਜੀ। ਹੈਲੋ ਜੀ, ਮੇਰੀ ਤਾਂ ਮੈਂ ਛੇਤੀ ਗੱਲ ਕਰ ਦੇਣੇ ਕਰਕੇ ਸਾਰਿਆਂ ਨੇ ਬਹੁਤ ਗੱਲਾਂ ਕਰ ਲਈਆਂ ਹੈਗੀਆਂ। ਮੈਨੂੰ ਇਹ ਜਿਹੜੀ ਖਾਸੀਅਤ ਇਹਦੇ 'ਚ ਲੱਗੀ ਹੈ ਨਾ, ਜਿਹੜੀਆਂ ਕਹਾਣੀਆਂ ਹੁੰਦੀਆਂ ਉਹ ਕਾਸਟ ਬਾਰੇ ਘੱਟ ਕੋਈ ਜ਼ਿਕਰ ਕਰਦਾ, ਤੇ ਉਹਨੇ ਕਾਸਟ, ਜਿੱਦਾਂ ਅਮਰ ਨੇ ਕਿਹਾ ਹੀ ਆ, ਹਨਾ, ਕਾਸਟ ਕਲਚਰ, ਜਾਤ ਕਲਚਰ ਉਹਨੇ ਪੇਸ਼ ਕੀਤਾ ਵਿਦਆਊਟ ਇਨਹਿਬਿਸ਼ਨ, ਹਨਾ। ਕਿਉਂ ਹੁਣ ਏਦਾਂ ਹੋ ਗਿਆ ਖਾਸ ਕਰ ਪੰਜਾਬ 'ਚ ਕਿ ਖਾਸ ਬਾਰੇ ਗੱਲ ਕਰਨੀ ਜਾਂ ਜਾਤ ਬਾਰੇ, ਕਲਚਰ ਬਾਰੇ, ਰਸਮ ਰਿਵਾਜਾਂ ਬਾਰੇ ਗੱਲ ਕਰਨੀ, ਇਟਸ ਫਰਾਊਂਡ ਅਪਨ, ਹਨਾ। ਤੇ ਉਹਨੇ ਖੁੱਲ ਕੇ ਸਾਰੇ ਜੋ ਉਹਦੇ ਖਿਆਲ ਸੀਗੇ ਉਹਨੇ ਪੇਸ਼ ਕਰ ਦਿੱਤੇ। ਤੇ ਮੈਨੂੰ ਇਹ ਗੱਲ ਚੰਗੀ ਲੱਗੀ ਕਿ ਕੋਈ ਹਰਜ ਨਹੀਂ ਹੈਗਾ ਨਾ ਜਾਤ ਬਾਰੇ ਗੱਲ ਕਰਨ, ਜਾਂ ਪੰਡਤਾਂ ਦੀ ਖਾਸ ਬਾਰੇ ਗੱਲ ਕਰਨੀ, ਜਾਂ ਜੱਟਾਂ ਬਾਰੇ ਗੱਲ ਕਰਨੇ ਦਾ, ਹਨਾ। ਹਰ ਕੋਈ ਆਪਣੀ ਕਮਿਊਨਿਟੀ ਬਣੀਆਂ ਆ, ਚਾਹੇ ਕੋਈ ਚੰਗੀ ਹੋਵੇ ਚਾਹੇ ਨਾ ਹੋਵੇ, ਪਰ ਉਹਨਾਂ ਦੀ ਇਹ ਭਾਈਚਾਰਾ ਹੈਗਾ, ਤੇ ਉਹ ਉਹਨੇ ਪੇਸ਼ ਕੀਤਾ ਵਿਦਆਊਟ ਐਨੀ ਨੈਗੇਟਿਵਿਟੀ। ਤੇ ਮੈਨੂੰ ਇਹ ਗੱਲ ਚੰਗੀ ਲੱਗੀ ਸੀ। ਬਾਕੀ ਸਾਰਿਆਂ ਨੇ ਗੱਲਾਂ ਬਹੁਤ ਸੋਹਣੀਆਂ ਕਰ ਦਿੱਤੀਆਂ ਹੁਣ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਤਾਰਿਕ ਮਲਿਕ ਜੀ, ਜੀ ਆਇਆਂ ਨੂੰ। ਤੁਸੀਂ ਗੱਲ ਕਰਨਾ ਚਾਹੋਗੇ? ਸੌਰੀ, ਮੈਂ ਸੋਇਆ ਆ, ਉੱਠਿਆ ਬੇਹੋਸ਼ੀ ਵਿੱਚ ਮੈਂ ਲੱਗਾ ਆ, ਸੁਣਨਾ ਪਿਆ। ਥੈਂਕ ਯੂ ਸੋ ਮਚ, ਬਹੁਤ ਮਜ਼ਾ ਆਇਆ ਜਿੰਨੀ ਵੀ ਸੁਣੀ। ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ ਡਾਕਟਰ ਲੀਜੀਆ ਆਪਣਾ ਜੀ। ਲੇਜ਼ੀਆ ਜੀ ਦੀ ਸਟੂਡੈਂਟ ਨੂੰ ਵੀ ਹਾਂ, ਮੌਕਾ ਦਿਓ, ਪਹਿਲੀ ਦਫਾ ਅੱਛਾ ਆਏ ਠੀਕ ਹੈ, ਨੌਜਵਾਨਾਂ ਠੀਕ ਹੈ। ਨੇ। ਹਾਂ, ਰਮਨਦੀਪ ਜੀ, ਹਾਂਜੀ ਰਮਨਦੀਪ ਕੌਰ ਜੀ, ਜੀ ਆਇਆਂ ਨੂੰ। ਤੁਸੀਂ ਆਏ ਹੋ ਤੇ ਤੁਸੀਂ ਗੱਲ ਕਰਨਾ ਚਾਹੋਗੇ? ਜੀ ਰਮਨਦੀਪ ਜੀ, ਮੇਰੇ ਖਿਆਲ ਚ ਉਹ ਸੁਰਜੀਤ ਜੀ ਵੀ ਆਏ ਹੋਏ ਨੇ, ਸੁਰਜੀਤ ਕੌਰ ਜੀ ਵੀ ਆਏ ਹੋਏ ਨੇ, ਡਾਕਟਰ ਲੇਜ਼ੀਆ ਨੇ। ਹਾਂਜੀ ਜੀ ਜੀ ਹੈਲੋ ਜੀ ਜੀ ਸੁਰਜੀਤ ਜੀ, ਹੈਲੋ ਜੀ ਜੀ ਆ ਰਹੀ ਆਵਾਜ਼? ਹਾਂਜੀ ਤੁਹਾਡੀ ਹੈਲੋ ਗੱਲ ਹਾਂਜੀ ਕਰੋ ਮੈਮ, ਮੈਂ ਰਮਨਦੀਪ ਕੌਰ। ਜੀ, ਗੱਲ ਕਰੋ ਜ਼ਰੂਰ ਰਮਨਦੀਪ ਜੀ। ਹਾਂਜੀ ਮੈਮ, ਪਹਿਲਾਂ ਸਟੋਰੀ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੀ। ਇਹਦੇ 'ਚ ਮੈਨੂੰ ਮਤਲਬ ਕਿ ਮੇਰੇ ਪੁਆਇੰਟ ਆਫ ਵਿਊ ਅਕੋਰਡਿੰਗ ਜੋ ਮੈਨੂੰ ਗੱਲ, ਜੋ ਚੀਜ਼ ਮੈਂ ਕੈਚ ਕੀਤੀ, ਮੈਨੂੰ ਜੋ ਦੂਸਰੇ ਪ੍ਰੋਫੈਸਰਸ ਨੇ, ਟੀਚਰਸ ਨੇ ਦੱਸਿਆ, ਉਹਨਾਂ ਤੋਂ ਡਿਫਰੈਂਟ ਆ ਸ਼ਾਇਦ ਮੈਨੂੰ ਲੱਗਦਾ ਮੇਰੀ। ਇਹਦੇ 'ਚ ਮੈਨੂੰ ਇਹ ਲੱਗਿਆ ਮੈਮ, ਜਦੋਂ ਮਤਲਬ ਕਿ ਜਿੱਥੇ ਉਹਨਾਂ ਦਾ ਟਰਨਿੰਗ ਪੁਆਇੰਟ ਆਉਂਦਾ, ਗੌਰੀ ਜਾ ਰਹੀ ਹੈ ਨਾ, ਉਹਨਾਂ ਤੋਂ ਵਿਛੜ ਰਹੀ ਆ, ਮਤਲਬ ਕਿ ਓਮੀ ਤੋਂ ਵਿਛੜ ਰਹੀ ਹੈ, ਜਦੋਂ ਉਹਨਾਂ ਦੋਨਾਂ ਦੇ ਵਿੱਚ ਡਾਇਲੋਗ ਹੁੰਦਾ ਮੈਮ, ਵੀ ਉਹ ਕਹਿੰਦੀ ਆ ਕਿ ਉਹ ਉਹਨੂੰ ਕਹਿੰਦਾ ਵੀ ਉਹ ਲਿਲਕਲਾ ਕਰਦਾ ਨਾ ਕਿ ਗੌਰੀ ਤੂੰ ਮੈਨੂੰ ਛੱਡ ਕੇ ਨਾ ਜਾ, ਤਾਂ ਉਹ ਕਹਿੰਦੀ ਆ ਕਿ ਉਹ ਕਹਿੰਦਾ ਜਿਵੇਂ ਸਾਰਾ ਕੁਛ ਵੀ
ਜਿਵੇਂ ਉਹਨਾਂ 'ਚ ਡਾਇਲੋਗ ਹੁੰਦਾ, ਸੱਧਰਾਂ ਦੀ ਗੱਲ ਹੁੰਦੀ ਆ, ਉਹਦੀ ਜਿਹੜੀ ਸਿਸਟਰ ਨੇ, ਭੈਣ ਭਰਾ ਨੇ, ਉਹਨਾਂ ਦੀ ਗੱਲ ਹੁੰਦੀ ਆ, ਉਹਨਾਂ ਬਾਰੇ ਦੱਸਦੀ ਆ ਉਹ। ਐਂਡ ਤੇ ਫਿਰ ਮੈਮ ਜਦੋਂ ਉਹ ਜਿਹੜਾ ਲਾਸਟ ਡਾਇਲੋਗ ਕਰਦੇ ਆ, ਜਦੋਂ ਉਹ ਕੈਫੇ ਦੇ ਵਿੱਚ ਬੈਠੇ ਹੁੰਦੇ ਆ ਹੋਟਲ ਦੇ ਵਿੱਚ, ਜਿਹੜਾ ਉਹਨਾਂ 'ਚ ਉਦੋਂ ਡਾਇਲੋਗ ਹੁੰਦਾ, ਜਿਹੜਾ ਪਿਛਲਾ ਡਾਇਲੋਗ ਹੁੰਦਾ, ਉਦੋਂ ਉਹ ਉਹਨੂੰ ਕਹਿੰਦਾ ਹੁੰਦਾ ਵੀ, ਉਦੋਂ ਉਹਨੂੰ ਆਪਦੀਆਂ ਸੱਧਰਾਂ ਬਾਰੇ ਦੱਸਦਾ ਵੀ, ਜਿਵੇਂ ਮੰਨ ਲਓ ਉਹ ਆਪਦੇ ਪਿਆਰ ਦੀ ਭੀਖ ਮੰਗ ਰਿਹਾ ਨਾ ਉਹਦੇ ਤੋਂ। ਜਿਹੜਾ ਐਂਡ ਤੇ ਉਹ ਬੈਠੇ ਉਹਨਾਂ 'ਚ ਡਾਇਲੋਗ ਹੁੰਦਾ ਨਾ, ਉਹ ਉਹਨੂੰ ਕਹਿੰਦੀ ਆ ਕਿ ਓਮੀ ਪੈਸਾ ਹੀ ਸਭ ਕੁਛ ਨਹੀਂ ਹੁੰਦਾ, ਵੀ ਹਾਲਾਂਕਿ ਉਹਦਾ ਹਸਬੈਂਡ ਉਹਦੀਆਂ ਬੇਟੀਆਂ ਲਈ ਉਹਨੂੰ ਪੈਸਾ ਭੇਜਦਾ, ਸਭ ਕੁਛ ਭੇਜਦਾ। ਜਿਵੇਂ ਕਿ ਹੁਣ ਆਪਾਂ ਕਹਿੰਦੇ ਆ ਬੰਦੇ ਫੋਰਨ ਜਾਂਦੇ ਨੇ ਹਨਾ, ਪੈਸੇ ਕਰਕੇ ਜਾਂਦੇ ਨੇ, ਪਰ ਉਹ ਉਹਨੂੰ ਕਹਿੰਦੀ ਆ ਕਿ ਬੰਦੇ ਦੀਆਂ ਸੱਧਰਾਂ ਵੀ ਕੁਛ ਹੁੰਦੀਆਂ ਨੇ। ਤਾਂ ਮੈਨੂੰ ਇਹਦੇ ਤੋਂ ਇਹ ਲੱਗਿਆ ਕਿ ਉਹਨੂੰ ਇਹ ਚੀਜ਼ ਰਿਅਲਾਈਜ਼ ਹੋ ਗਈ ਸੀਗੀ, ਤੇ ਓਮੀ ਨੂੰ ਵੀ ਇਹ ਚੀਜ਼ ਪਤਾ ਲੱਗੀ ਵੀ ਉਹ ਵਿੱਚੋਂ ਵਿੱਚ ਇਹ ਚੀਜ਼ ਸੋਚ ਕੇ ਖੁਸ਼ ਹੋ ਰਿਹਾ ਸੀ ਕਿ ਯਾਰ ਵੀ ਇਹਨੂੰ ਇਹ ਚੀਜ਼ ਰਿਅਲਾਈਜ਼ ਹੋ ਗਈ ਵੀ ਬੰਦੇ ਦੀਆਂ ਸੱਧਰਾਂ ਵੀ ਕੁਛ ਹੁੰਦੀਆਂ ਨੇ, ਵੀ ਪੈਸਾ ਸਭ ਕੁਛ ਨਹੀਂ ਹੁੰਦਾ। ਜੀ ਜੀ, ਹਾਂਜੀ, ਠੀਕ ਹੈ। ਹਾਂਜੀ ਡਾਕਟਰ ਲੀਜ਼ੀਆ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਹਾਂਜੀ ਹਾਂਜੀ ਮੈਮ, ਬਿਲਕੁਲ ਜੀ। ਥੈਂਕ ਯੂ ਸੋ ਮਚ। ਮੇਰਾ ਥੋੜਾ ਜਿਹਾ ਬਸ ਇੰਨਾ ਹੀ ਕਹੂੰਗੀ, ਕਿਉਂਕਿ ਜਿੰਨੀ ਗੱਲ ਹੋਣੀ ਸੀ ਸਟੋਰੀ ਤੇ ਉਹ ਤਾਂ ਹੋ ਗਈ। ਬਹੁਤ ਅੱਛੀ ਵਿਪਨ ਜੀ ਨੇ ਕਹਾਣੀ ਲਿਖੀ ਹੈ, ਔਰ ਸਾਰੀ ਕਹਾਣੀ ਦੇ ਵਿੱਚ ਜਿਹੜੀ ਆਵਾਜ਼ ਹੈ ਉਹ ਔਰਤ ਦੀ ਹੈ। ਔਰਤ ਦੀ ਜਿਹੜੀ ਇੱਕ ਕਰੁਣਾਮਈ ਵੇਦਨਾ ਦਾ ਸੰਤਾਪ ਹੈ, ਉਹ ਸਾਰੇ ਦਾ ਸਾਰਾ ਇਸ ਕਹਾਣੀ ਦੇ ਵਿੱਚ ਹੈ। ਇਹਦੇ 'ਚ ਕਾਸਟ ਦੀ ਗੱਲ ਹੈ, ਆਰਥਿਕਤਾ ਦੀ ਗੱਲ ਹੈ, ਲਾਲਸਾਵਾਂ ਦੀ ਗੱਲ ਹੈ, ਪਰ ਉਹ ਸਾਰੀ ਦੀ ਸਾਰੀ ਜਿਹੜੀ ਗੱਲ ਹੈ, ਇੱਕ ਸੈਂਟੈਂਸ ਜਿਹੜਾ ਇਹਦੇ ਵਿੱਚ ਆਇਆ ਸੀ ਕਿ ਸਿਆਲਾਂ ਦੀ ਹੀਰ ਹੈ। ਉਹ ਜਿਹੜੀ ਸਿਆਲਾਂ ਦੀ ਹੀਰ ਦਾ ਕਰੈਕਟਰ ਹੈ, ਉਹ ਵਿਪਨ ਜੀ ਨੇ ਇਸ ਕਹਾਣੀ ਦੇ ਵਿੱਚ ਜਿਹੜਾ ਹੈ ਉਹ ਚੇਂਜ ਕੀਤਾ ਹੈ। ਜਿਹੜੀ ਸਿਆਲਾਂ ਦੀ ਹੀਰ ਹੈ, ਉਹ ਉਸ ਸਮੇਂ ਦੇ ਵਿੱਚ ਉਹ ਪਹਿਲਾਂ ਸਿਰਫ ਤੇ ਸਿਰਫ ਉਹਦੀ ਲੜਾਈ ਰਾਂਝੇ ਲਈ ਹੈ, ਰਾਂਝੇ ਨੂੰ ਪ੍ਰਾਪਤ ਕਰਨ ਦੇ ਲਈ ਹੈ। ਪਰ ਇੱਥੇ ਇਸ ਹੀਰ ਦੀ ਜਿਹੜੀ ਮਾਡਰਨ ਹੀਰ ਹੈਗੀ ਆ, ਉਹਦੀ ਜਿਹੜੀ ਲੜਾਈ ਹੈ, ਜਿਵੇਂ ਬੀਬਾ ਜੀ ਨੇ ਜ਼ਿਕਰ ਕੀਤਾ ਹੈ, ਪੰਜਾਬ ਦੀਆਂ ਲੜਕੀਆਂ ਨੂੰ ਜਿਸ ਰੂਪ ਦੇ ਵਿੱਚ ਬਾਹਰ ਭੇਜਿਆ ਜਾ ਰਿਹਾ, ਜਾਂ ਉਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ, ਜਾਂ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ, ਉਹ ਅੱਜ ਦੀ ਜਿਹੜੀ ਇਹ ਮਾਡਰਨ ਹੀਰ ਦੀ ਸਟੋਰੀ ਇਹ ਬਣ ਗਈ ਕਿ ਉਹਦੇ ਲਈ ਰਾਂਝਾ ਜਿਹੜਾ ਹੈ ਉਹ ਇੰਨਾ ਇੰਪੋਰਟੈਂਟ ਨਹੀਂ ਹੈ, ਓਮੀ ਇੰਨਾ ਇੰਪੋਰਟੈਂਟ ਨਹੀਂ ਹੈ, ਜਿੰਨਾ ਉਹਦੇ ਉੱਪਰ ਇੱਥੋਂ ਦੀਆਂ ਰੀਤਾਂ, ਰਸਮਾਂ, ਸੰਸਕਾਰਾਂ ਤੇ ਖਾਸ ਕਰਕੇ ਜਿਹੜੀਆਂ ਆਰਥਿਕਤਾ ਦੀਆਂ ਜਿਹੜੀਆਂ ਸਾਡੀਆਂ ਲੋੜਾਂ ਨੇ, ਜਿਸ ਕਦਰ ਉਸ ਔਰਤ ਨੂੰ, ਉਸ ਫੀਮੇਲ ਨੂੰ, ਉਸ ਲੜਕੀ ਨੂੰ ਦਬਾ ਦਿੱਤਾ ਗਿਆ ਕਿ ਉਹਨੇ, ਅਗਰ ਉਹਨੂੰ ਬਾਹਰ ਭੇਜਿਆ ਜਾਂਦਾ ਹੈ ਤਾਂ ਉਹਦੇ ਪਿੱਛੇ ਭੈਣ ਭਰਾ ਨੇ ਜਾਂ ਹੋਰ ਨੇ, ਮਤਲਬ ਹਰ ਕਾਸਟ ਦੇ ਉੱਪਰ ਉੱਥੇ ਉਹਨੂੰ ਕੰਪਰੋਮਾਈਜ਼ ਕਰਨਾ ਪੈ ਰਿਹਾ। ਹੁਣ ਉਹ ਜਿਹੜਾ ਇੱਕ ਉਹਦਾ ਇੱਥੇ ਇੱਕ ਬਿਲਕੁਲ ਹੀ ਰੋਲ ਪਲੇ ਹੋਇਆ ਏ, ਔਰ ਖਾਸ ਕਰਕੇ ਜਿਹੜਾ ਆਫਤਾਬ ਜੀ ਨੇ ਵੀ ਜ਼ਿਕਰ ਕੀਤਾ ਸੀਗਾ, ਉਹਨਾਂ ਨੇ ਵੀ ਇਸ ਸਾਰੀ ਸਟੋਰੀ ਦੇ ਵਿੱਚ ਔਰਤ ਦੀ ਹੀ ਜਿਹੜੀ ਹੈ ਪੈਰਵੀ ਕਰੀ ਹੈ। ਉਹ ਇਕਨੋਮਿਕਲੀ ਪੁਆਇੰਟ ਆਫ ਵਿਊ ਤੋਂ ਅਗਰ ਦੇਖਿਆ ਜਾਏ ਤਾਂ ਨੋ ਡਾਊਟ ਉਹ ਸਫਰ ਕਰ ਰਹੀ ਹੈ, ਪਰ ਉਹਦੀ ਲਾਈਫ ਦੀ ਕਾਸਟ ਦੇ ਉੱਪਰ, ਉਹਦੀਆਂ ਸਦਰਾਂ ਦੀ ਕਾਸਟ ਦੇ ਉੱਪਰ ਉਹਨੂੰ ਇੰਨਾ ਕੰਪਰੋਮਾਈਜ਼ ਕਰਨਾ ਪੈ ਰਿਹਾ ਹੈ ਕਿ ਚਾਹੇ ਉਹ ਉਸ ਤੋਂ ਵੱਡੀ ਉਮਰ ਦੇ ਪਰਸਨ ਦੇ ਨਾਲ ਉਹਦਾ ਵਿਆਹ ਹੋ ਰਿਹਾ ਹੈ, ਜਾਂ ਉਹ ਆਲਰੇਡੀ ਮੈਰਿਡ ਹੈ, ਜਾਂ ਉਹਦੀਆਂ ਕਿਸ ਤਰ੍ਹਾਂ ਦੀਆਂ ਸਥਿਤੀਆਂ ਨੇ। ਔਰ ਵਿਪਨ ਜੀ ਨੇ ਬਿਲਕੁਲ ਜਿਹੜਾ ਹੈ ਅੱਜ ਦੀ ਇੱਕ ਜਿਹੜੀ ਸਿਚੁਏਸ਼ਨ ਹੈ, ਉਹ ਸਾਰੇ ਸਿਚੁਏਸ਼ਨ ਦੇ ਵਿੱਚ ਰੱਖ ਕੇ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਉਹਦੇ ਵਿੱਚ ਦੋਸ਼ੀ ਕੌਣ ਆ। ਦੋਸ਼ੀ ਜਿਹੜੀ ਹੈ ਅਸਲ ਦੇ ਵਿੱਚ ਉਹ ਸਾਡੀ ਵਿਵਸਥਾ ਆ, ਅੱਜ ਦਾ ਜਿਹੜਾ ਸਿਸਟਮ ਆ, ਕਿ ਉਸ ਸਿਸਟਮ ਨੇ ਸਾਨੂੰ ਉੱਥੇ ਲਿਆ ਕੇ ਖੜਾ ਕਰ ਦਿੱਤਾ ਹੈ ਜਿੱਥੇ ਸਾਡੇ ਲਈ ਬਾਕੀ ਸਾਰਾ ਕੁਝ ਮਾਈਨਸ ਹੋ ਗਿਆ। ਕੋਸ਼ਿਸ਼ ਜਿਹੜੀ ਸੀਗੀ ਉਹ ਹੈਗਾ ਕਿ ਵੂਮਨ ਨੂੰ ਇੰਪਾਵਰ ਕਰਨਾ, ਉਹਨੂੰ ਤੁਸੀਂ ਇਖਤਿਆਰ ਕਿਵੇਂ ਦੇ ਸਕਦੇ ਹੋ। ਉਹ ਜਿਹੜਾ ਇਖਤਿਆਰ ਸੀ, ਉਹ ਜਿਹੜੀ ਇੰਪਾਵਰਮੈਂਟ ਉਹਨੂੰ ਮਿਲਣੀ ਸੀ, ਉਹਦਾ ਜਿਹੜਾ ਢੰਗ ਹੈ, ਤਰੀਕਾ ਹੈ, ਉਹ ਬਦਲ ਗਿਆ। ਰੀਜ਼ਨ ਕਿ ਜਿਹੜੀ ਸਾਡੀ ਇਕਨੋਮਿਕਲੀ ਜਿਹੜੀਆਂ ਸਾਡੀਆਂ ਸਿਚੁਏਸ਼ਨਸ ਹੈਗੀਆਂ ਨੇ, ਜਿਵੇਂ ਉਹਦੇ ਵਿੱਚ ਇੱਕ ਕਾਸਟ ਦੇ ਅਕੋਰਡਿੰਗ ਅਗਰ ਗੱਲ ਕੀਤੀ ਜਾਏ, ਤੇ ਜਿਹੜੀ ਉਹ ਇੱਕ ਗੱਲ ਕਰ ਰਹੀ ਹੈਗੀ ਹੈ ਕਿ ਮੈਂ ਜੱਟਾਂ ਦੀ ਲੜਕੀ ਹਾਂ, ਉਹਦੇ ਅਕੋਰਡਿੰਗ ਵੀ ਜਿਹੜੀ ਗੱਲ ਅਮਰ ਜੀ ਨੇ ਵੀ ਕੀਤੀ ਹੈ ਕਿ ਉਹ ਇੱਕ ਜਿਹੜੀਆਂ ਉਹਨਾਂ ਦੀਆਂ ਅਗਰ ਅੱਛੇ ਰਹੀਸ ਹੈ ਤਾਂ ਗੱਲ ਡਿਫਰੈਂਟ ਆ, ਅਦਰਵਾਈਜ਼ ਉਹ ਸਾਰੇ ਦਾ ਸਾਰਾ ਜਿਹੜਾ ਕਲਚਰ ਹੈ ਫਸਲਾਂ ਤੇ ਨਿਰਭਰ ਹੈ, ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਆਫਤਾਂ ਹੈਗੀਆਂ। ਸੋ ਸਮੁੱਚੀ ਕਹਾਣੀ ਦੇ ਵਿੱਚ ਜਿਹੜਾ ਇੱਕ ਪੈਰਾਮੀਟਰ ਬਣਦਾ ਹੈ, ਜਿਹੜਾ ਇੱਕ ਰੋਲ ਹੈ, ਉਹ ਇਹੀ ਹੈ ਕਿ ਉੱਥੇ ਹੀਰ ਦਾ ਰੋਲ ਚੇਂਜ ਹੋ ਗਿਆ। ਉਹਦੀ ਲੜਾਈ ਹੁਣ ਕੱਲੀ ਆਪਣੇ ਲਵਰ ਦੇ ਲਈ ਨਹੀਂ ਹੈ, ਉਹ ਪੂਰੀ ਦੀ ਪੂਰੀ ਉਹਦੇ ਉੱਪਰ ਇੱਕ
ਸਿਸਟਮ, ਇੱਕ ਵਿਵਸਥਾ ਉਹ ਸਾਰੀ ਦੀ ਸਾਰੀ ਖੜੀ ਹੋ ਗਈ, ਜਿਹਦੇ ਕਰਕੇ ਉਹਨੂੰ ਇੰਨਾ ਜ਼ਿਆਦਾ ਕੰਪਰੋਮਾਈਜ਼ ਕਰਨਾ ਪੈ ਰਿਹਾ ਹੈ। ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਲੇਜ਼ਰ ਸਮੀਨਾ ਜੀ, ਮੈਂ ਇੱਥੇ ਥੋੜੀ ਜੀ ਗੱਲ ਜੀ ਕਰਨਾ ਚਾਹਾਂਗੀ ਬਸ। ਮੈਂ ਹਾਂਜੀ ਇੱਥੇ ਇਹ ਕਹਿਣਾ ਚਾਹਾਂਗੀ ਕਿ ਇੱਥੇ ਦੋ ਕੰਟਰਡਿਕਸ਼ਨਸ ਨੇ। ਤੁਸੀਂ ਇੱਕ ਪਾਸੇ ਇੱਕ ਔਰਤ ਨੂੰ ਕਹਿ ਰਹੇ ਹੋ, ਜਿਹੜੀ ਮੇਨ ਲੀਡ ਰੋਲ ਹੈ ਦੇ ਵਿੱਚ, ਕਹਾਣੀ ਵਿੱਚ ਹੈ, ਗੌਰੀ ਦਾ, ਉਹ ਬੋਲਡ ਹੈ, ਉਹ ਖੁਦ ਪ੍ਰਪੋਜ਼ ਕਰ ਰਹੀ ਹੈ, ਖੁਦ ਰਿਜੈਕਟ ਕਰ ਰਹੀ ਹੈ। ਮੈਨੂੰ ਇਹ ਦੱਸੋ ਕਿ ਉਹ ਕਿਸ ਤਰ੍ਹਾਂ ਜਿਹੜੀ ਹੈ ਉਹ ਤੁਸੀਂ ਸਿੰਪਥੀ ਉਹਨੂੰ ਦੇ ਰਹੇ ਹੋ, ਕਿਉਂਕਿ ਉਹਦੇ ਕੋਲ ਤੇ ਉਹ ਤੇ ਖੁਦ ਪ੍ਰਪੋਜ਼ ਕਰ ਰਹੀ ਹੈ ਔਰ ਖੁਦ ਰਿਜੈਕਟ ਕਰ ਰਹੀ ਹੈ, ਔਰ ਉਹਨੂੰ ਛੋੜ ਕੇ ਜਦੋਂ ਕਿ ਉਹ ਉਹਨੂੰ ਕਹਿ ਰਿਹਾ ਹੈ, ਉਮੀ ਕਹਿ ਰਿਹਾ ਹੈ ਕਿ ਮੈਂ ਤੇਰੇ ਲਈ ਆਪਣੇ ਆਪ ਨੂੰ ਚੇਂਜ ਕਰ ਲਾਂਗਾ, ਮੈਂ ਬਾਹਰ ਚਲਾ ਜਾਵਾਂਗਾ, ਮੈਂ ਤੇਰੀਆਂ ਸਾਰੀਆਂ ਜਿਹੜੀਆਂ ਨੇ ਖਾਹਿਸ਼ਾਤ ਪੂਰੀਆਂ ਕਰਾਂਗੀ, ਉਹ ਉਹਨੂੰ ਰਿਜੈਕਟ ਕਰਕੇ ਉਹ ਮਟੀਰੀਅਲਿਸਟਿਕ ਉਹਦੇ ਵਿੱਚ ਜਾ ਰਹੀ ਹੈ। ਤੁਸੀਂ ਉਹਨੂੰ ਸਿੰਪਥੀ ਕਿਸ ਤਰ੍ਹਾਂ ਉਹ ਗੇਨ ਕਰ ਸਕਦੀ ਹੈ? ਮੈਨੂੰ ਇਹ ਸਮਝ ਨਹੀਂ ਆ ਰਿਹਾ। ਉਹ ਤੇ ਆਲਰੇਡੀ ਪਾਵਰਫੁਲ ਹੈ, ਉਹ ਲੜਕੀ ਜਿਹੜੀ ਹੈ ਬੋਲਡ ਹੈ। ਜਿਹੜੀ ਲੜਕੀ ਬੋਲਡ ਹੋਏਗੀ, ਉਹ ਤੁਸੀਂ ਉਹਨੂੰ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਉਹ ਇੱਕ ਮਾਸ਼ਰੇ ਦਾ ਵੀਕ ਰੋਲ ਹੈ? ਮੈਨੂੰ ਤੇ ਉਹ ਕਿਤੇ ਵੀਕ ਰੋਲ ਨਹੀਂ ਲੱਗੀ, ਮੈਨੂੰ ਤੇ ਉਹ ਪਾਵਰਫੁਲ ਲੱਗੀ ਹੈ। ਇਸ ਲਈ ਪਾਵਰਫੁਲ ਲੱਗੀ ਹੈ ਕਿ ਉਹ ਗੇਨ ਕਰ ਰਹੀ ਹੈ, ਉਹ ਆਪਣੀ ਮਰਜ਼ੀ ਇਸਤੇਮਾਲ ਕਰ ਰਹੀ ਹੈ, ਆਪਣੀ ਮਰਜ਼ੀ ਨਾਲ ਇੱਕ ਜ਼ਿਆਦਾ ਏਜ ਦੇ ਆਦਮੀ ਨਾਲ ਸ਼ਾਦੀ ਕਰ ਰਹੀ ਹੈ, ਆਪਣੀ ਮਰਜ਼ੀ ਨਾਲ ਇੱਕ ਛੋਟੇ ਲੜਕੇ ਨੂੰ ਰਿਜੈਕਟ ਕਰ ਰਹੀ ਹੈ ਆਪਣੀ ਉਮਰ ਤੋਂ। ਔਰ ਜਿਹੜੀ ਮੁਹੱਬਤ ਵੀ ਉਹਦੀ ਅਟਰੈਕਸ਼ਨ ਹੈ ਜਾਂ ਜੋ ਵੀ ਹੈ, ਲੇਕਿਨ ਉਹ ਚਾਹੁੰਦਾ ਹੈ ਕਿ ਉਹ ਚੇਂਜ ਹੋ ਸਕਦਾ ਹੈ, ਉਹ ਚੇਂਜ ਹੋ ਸਕਦਾ ਹੈ, ਉਹਦੇ ਲਈ ਬਾਹਰ ਵੀ ਜਾ ਸਕਦਾ ਹੈ, ਔਰ ਉਹ ਉਹਨੂੰ ਰਿਜੈਕਟ ਕਰ ਰਹੀ ਹੈ। ਯਾਨੀ ਕਿ ਉਹ ਇੱਕ ਪਾਵਰਫੁਲ ਲੜਕੀ ਹੈ, ਮੈਂ ਉਹਨੂੰ ਨਹੀਂ ਸਮਝ ਰਹੀ ਕਿ ਉਹ ਵੀਕ ਹੈ। ਬਸ ਠੀਕ ਹੈ ਥੈਂਕ ਯੂ। ਮੈਂ ਠੀਕ ਤੇ ਬਸ ਮੈਂ ਵੀ ਥੋੜੀ ਜਿਹੀ ਅੱਛਾ ਜਜ਼ਬਾਤੀ ਹੋ ਗਈ ਹਾਂ। ਬਹੁਤ ਹਾਂਜੀ ਸ਼ੁਕਰੀਆ। ਸਈਦ ਸਾਹਿਬ, ਤੁਸੀਂ ਕੁਝ ਕਹਿਣਾ ਚਾਹੋਗੇ? थैंक यू। कुछ कवर हो गया। मैं जी जी छोटी दो स्टेटमेंट देंगा। एक तो इट इज़ वेरी मच करंट इशूज़ जिन्हें ਇਹਦੇ ਚੁੱਕੇ ਗਏ ਨੇ, ਨੰਬਰ 1। ਨੰਬਰ 2, ਔਰ ਨਵੀਂ ਰਿਐਲਿਟੀ ਹੈ, ਨਵੀਂ ਦੁਨੀਆ ਦੀ, ਔਰ ਹੋ ਗਈ ਹੈ ਕਿ ਇਕਨੋਮਿਕ ਸਿਸਟਮ, ਕਿ ਜਿਹੜੀ ਇਕਨੋਮਿਕ ਫਰੀडम ਹੈ, ਜਦ ਤੱਕ ਉਹ ਇੰਡੀਵਿਜੂਅਲਸ ਨੂੰ ਨਹੀਂ ਮਿਲੇਗੀ, ਔਰ ਇਹ ਇੰਡੀਵਿਜੂਅਲ ਦੀ ਜਿਹੜੀ ਫਰੀडम ਹੈ ਉਹਦੇ ਰਸਤੇ ਜਿਹੜੀਆਂ ਰੁਕਾਵਟਾਂ ਨੇ, ਉਹ ਸਾਡੇ ਪੁਰਾਣੇ ਫਰਸੂਦਾ ਗਲਤ ਰੀਤ ਰਿਵਾਜ ਨੇ। ਕਾਸਟ ਸਿਸਟਮ ਹੋ ਗਿਆ, ਔਰ ਪੋਲੀਟੀਕਲ ਇੰਸਟੇਬਿਲਿਟੀ, बैड इकोनॉमिक सिस्टम, और ਵੂਮਨ ਜਿਹੜੀ ਹੈ ਇਮੈਂਸੀਪੇਸ਼ਨ, ਉਹਦੇ ਵਿੱਚ ਰੁਕਾਵਟਾਂ ਨੇ ਜਿਹੜੀਆਂ। ਮੈਨੂੰ ਇਹਦੇ ਵੱਲ ਮੇਰਾ ਬਹੁਤਾ ਧਿਆਨ ਗਿਆ ਕਿ ਅਸੀਂ ਇਹ ਪੁਆਇੰਟ ਆਊਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਵਿਚ ਇਜ਼ ਅ ਵੈਰੀ ਗੁੱਡ ਅਟੈਂਪਟ, ਕਿ ਜਦ ਤੱਕ ਅਸੀਂ ਇਹ ਰੁਕਾਵਟਾਂ ਨਹੀਂ ਦੂਰ ਕਰਾਂਗੇ ਤੇ ਇਹੋ ਜਿਹੇ ਜਿਹੜੇ ਟ੍ਰੈਜਡੀਜ਼ ਨੇ, ਇੰਡੀਵਿਜੂਅਲ ਟ੍ਰੈਜਡੀਜ਼ ਨੇ, ਉਮੀ ਵਰਗੀਆਂ ਦੇ ਨਾਲ ਉਹ ਹੁੰਦੇ ਰਹਿਣਗੇ। So it's very much currently rooted issues in our society. Hopefully we are going in that direction, लेकिन है कि एक अच्छी तरीके ਨਾਲ पेश की गई। Thank you. बहुत शुक्रिया सईद जी। जी हाँ जी, ਜ਼ੁਬੈਰ ਜੀ, ਤੁਸੀਂ ਜੀਤ ਹੁਣ ਕੌਰ ਜਰਾ ਜੀ ਰਹਿ ਆਪਣੇ ਗਏ ਨੇ, ਸੁਰਜੀਤ ਜੀ ਰਹਿ ਗਏ ਨੇ, ਤੁਸੀਂ ਨਹੀਂ ਕੁਝ ਕਹਿਣਾ? ਅੱਛਾ ਸੁਰਜੀਤ ਜੀ, ਸੁਰਜੀਤ ਜੀ, ਪਹਿਲੇ ਮੈਂ ਕੀਤੀ ਆਫਰ ਉਹਨਾਂ ਨੂੰ। ਸੁਰਜੀਤ ਜੀ ਨੂੰ ਮੈਂ ਕਿਹਾ ਸੀ ਤੁਸੀਂ ਗੱਲ ਕਰਨੀ ਹੈ। चला गया ना, ਚਲੋ चला गया ना मेरा हाथ। ਚਲੋ ਤੁਸੀਂ ਕਰੋ ਜ਼ੁਬੈਰ ਜੀ, ਤੁਸੀਂ ਕਰੋ ਗੱਲ। ਹਾਂਜੀ ਬਹੁਤ ਅੱਛੀ ਗੱਲ ਹੋਈ ਹੈ। ਬਹੁਤ ਜ਼ਬਰਦਸਤ। ਇੱਕ ਜਿਹੜੀ ਉਹਨਾਂ ਨੇ ਇੱਕ ਡਿਵਾਈਸ ਬਣਾਈ ਹੈ ਨਾ, ਜਿਹੜੇ ਮਰਦ ਦੇ ਰਾਹੀਂ ਉਹਨਾਂ ਨੇ ਕਹਾਣੀ ਕੀਤੀ ਹੈ, ਤੇ ਤਲਤ ਜੀ ਜਿਹੜਾ ਨਾ ਉਹਦੀ ਸ਼ਿਕਾਰੀ ਹੋ ਗਏ ਨੇ। ਉਹ ਪੁੱਠਾ ਕੰਮ ਉਹਨਾਂ ਨੇ ਪੁੱਠਾ ਕੀਤਾ ਹੈ, ਮਰਦ ਦੇ ਰਾਹੀਂ ਉਹਨਾਂ ਨੇ ਔਰਤ ਦੀ ਕਹਾਣੀ ਕੀਤੀ ਹੈ। ਉਹ ਵਾਕਈ ਜਿਹੜੀ ਉਹ ਗੋਰੀ ਕਰੈਕਟਰ ਹੈ, ਬਹੁਤ ਸਟਰੋਂਗ ਹੈਗਾ। ਉਹ ਵਿਆਹ ਨਹੀਂ ਕਰ ਸਕਦੀ ਸੀ ਉਹਦੇ ਨਾਲ, ਤੇ ਉਹ ਕਹਿ ਰਿਹਾ ਮੈਂ ਤੇਰੇ ਲਈ ਬਾਹਰ ਚਲਾ ਜਾਵਾਂਗਾ। ਬਸ ਉਹ ਗੱਲਾਂ ਹੀ ਸਨ। ਜਿਹੜੀ ਉਹਨੇ ਜ਼ਿੰਦਗੀ ਗੁਜ਼ਾਰ ਰਹੀ ਹੈ, ਜਿਹੜੀ ਉਹਨੇ ਗੁਜ਼ਾਰੀ ਹੈ, ਦੈਟ ਇਜ਼ ਦਾ ਰੀਅਲ ਲਾਈਫ। ਜਿਹੜੀ ਉਹਨੂੰ ਉਹਦੀਆਂ ਮਜਬੂਰੀਆਂ ਨੇ, ਮੁਹੱਬਤ ਨੂੰ ਕੀ ਕਰੇ ਉਹ, ਉਹਦੇ ਜਿਹੜੇ ਸਾਰੀਆਂ ਚੀਜ਼ਾਂ ਹੈ ਨੇ, ਉਹ ਉਹਦੇ ਮੁਤਾਬਕ ਉਹ ਫੈਸਲੇ ਕਰਦੀ ਹੈ। ਔਰ ਸਾਡੀ ਸੁਸਾਇਟੀ 'ਚ ਇਸ ਤਰ੍ਹਾਂ ਹੀ ਫੈਸਲੇ ਹੁੰਦੇ ਨੇ। ਔਰ ਕੁੜੀਆਂ ਨੂੰ ਵੀ ਪਾ ਰਹੀ ਹੈ, ਸਾਰਾ ਕੁਝ ਕਰ ਰਹੀ ਹੈ। ਕਹਾਣੀ ਉਹ ਗੋਰੀ ਦੀ ਹੈ, ਲੇਕਿਨ ਇਹਨਾਂ ਨੇ ਜਾਣ ਕੇ ਉਹਨੂੰ ਇੱਕ ਮਰਦ ਦੇ ਰਾਹੀਂ ਪੇਸ਼ ਕੀਤਾ ਹੈ, ਕਿ ਅਸੀਂ ਸ਼ਾਇਦ ਸਮਝੀਏ ਕਿ ਮਰਦ ਚਾਹੇ, ਕਿਉਂਕਿ ਉਹਨੂੰ ਬਣਾ ਕੇ ਪੇਸ਼ ਕੀਤਾ ਹੈ, ਉਹ ਅਸੀਂ ਲੱਗਦਾ ਜਿਵੇਂ ਉਹ ਸੱਚਾ ਹੈ, ਲੇਕਿਨ ਵਿੱਚ ਇਹਨਾਂ ਨੇ ਐਸੇ ਵਿੱਚ ਉਹਦੇ 'ਚ ਡਿਟੇਲਸ ਦਿੱਤੀਆਂ ਨੇ ਕਿ ਉਹ ਕਰੈਕਟਰ ਉਹੀ ਖੁੱਲ ਕੇ ਸਾਹਮਣੇ ਆਉਂਦਾ। ਉਹ ਤੇ ਮਜ਼ੇ ਲੈ ਰਿਹਾ ਕਿ ਇਹ ਸਫ਼ਰ ਕਰ ਰਹੀ ਹੈ, ਇਹ ਹੈ ਉਹ ਹੈ, ਉਹਦੀਆਂ ਤਕਲੀਫਾਂ ਦੇ ਤੇ ਉਹ ਇੰਜੋਏ ਕਰ ਰਿਹਾ ਉਹਦੇ। ਉਹ ਕੋਈ ਨਹੀਂ ਹੈ ਉਹਦੇ ਵਿੱਚ।
ਐਂਡ ਜਿਹੜਾ ਕੀਤਾ ਉਹਨਾਂ ਨੇ ਸ਼ਬਦਾਵਲੀ ਬਹੁਤ ਖੂਬਸੂਰਤ ਹੈ, ਜਿਹੜੀ ਉਹਨਾਂ ਨੇ ਲਫ਼ਾਜ਼ੀ ਵਰਤੀ ਹੈ, ਜਿਵੇਂ ਡਿਟੇਲਸ ਦਿੰਦੇ ਨੇ, ਅਬਜ਼ਰਵੇਸ਼ਨ ਵੀ ਉਹਨਾਂ ਦੀ ਬਹੁਤ ਅੱਛੀ ਹੈ, ਸੜਕ ਤੇ ਮੈਟਾਫਰ ਸਾਰੇ ਜਿਹੜੇ ਬਣਾਏ ਨੇ, ਰਮਜ਼ਾ, ਔਰ ਜਿਹੜਾ ਉਹਨਾਂ ਨੇ ਐਂਡ ਕੀਤਾ ਹੈ ਉਹ ਬਹੁਤ ਜ਼ਬਰਦਸਤ ਐਂਡ ਹੈ। ਇੱਕ ਤਰ੍ਹਾਂ ਦਾ ਉਹਦੇ 'ਚ ਦੋ ਕਿਸਮ ਦੇ ਮੀਨਿੰਗਸ ਨੇ। ਇੱਕ ਤੇ ਉਹ ਕਹਿ ਰਹੇ ਨੇ ਕਿ ਸ਼ਾਇਦ ਲਾਈਫ ਜਿਹੜੀ ਹੈ ਮੀਨਿੰਗਲੈਸ ਹੈ, ਇਹਦਾ ਕੋਈ ਮਤਲਬ ਨਹੀਂ ਹੈ, ਜਿਹਦਾ ਬੱਦਲ ਨੇ, ਇਹ ਹੈ ਉਹ ਹੈ। ਉਹ ਜਦੋਂ ਬੈਠਦੇ ਨੇ ਉਦੋਂ ਵੀ ਮੋਚੀ ਵਾਲਾ ਹੁੰਦਾ ਉੱਥੇ, ਜਦੋਂ ਉਹ ਬਾਹਰ ਆਉਂਦੇ ਨੇ ਉਦੋਂ ਵੀ ਮੋਚੀ ਵਾਲਾ ਹੈ, ਔਰ ਉਹਨੂੰ ਲੱਗਦਾ ਕਿ ਸ਼ਾਇਦ ਉਹ ਗੌਤਮ ਬੁੱਧ ਹੈ ਜਿਹੜਾ ਉਹ ਆਪਣਾ ਉੱਥੇ ਬੈਠਾ ਆਪਣੀਆਂ ਜੁੱਤੀਆਂ ਗੰਢ ਰਿਹਾ ਹੈ। ਹਯਾਤੀ ਜਿਹੜੀ ਹੈ ਉਹ ਇਸ ਤਰ੍ਹਾਂ ਕਈ ਦਫਾ ਸੁੱਕੜ ਜਾਂਦੀ ਹੈ, ਇਸ ਤਰ੍ਹਾਂ ਇੰਨੀ ਜ਼ਿਆਦਾ ਛੋਟੀ ਜਿਹੀ ਰਹਿ ਜਾਂਦੀ ਹੈ ਜੀਵਨ ਸਾਡਾ, ਔਰ ਅਸੀਂ ਇੰਨੇ ਜਿਹੜਾ ਪਿਸ ਕੇ ਉਹਦੇ ਵਿੱਚ ਰਹਿ ਜਾਂਦੇ ਹਾਂ ਕਿ ਉਹ ਜੁੱਤੀ ਗੰਢਣ ਵਾਲਾ ਬੰਦਾ ਵੀ ਸਾਨੂੰ ਲੱਗਦਾ ਕਿ ਉਹ ਵੀ ਜਿਹੜਾ ਹੈ ਇੱਕ ਬਾਕਮਾਲ ਕਰੈਕਟਰ ਹੈ, ਜਿਸ ਤਰ੍ਹਾਂ ਉਹ ਜੀ ਰਿਹਾ ਹੈ, ਆਪਣੀਆਂ ਜੁੱਤੀਆਂ ਗੰਢੀ ਜਾ ਰਿਹਾ ਹੈ। ਔਰ ਉਹਨੂੰ ਕੰਟਰਾਸਟ ਕਰੋ ਨਾ ਕਿ ਇਹ ਜਿਹੜੀ ਕਹਾਣੀ ਹੈ ਮਿਡਲ ਕਲਾਸ ਦੀ, ਉਹ ਜੁੱਤੀਆਂ ਗੰਢਣ ਵਾਲੇ ਨਾਲ ਉਹਨੂੰ ਕੰਟਰਾਸਟ ਤੁਸੀਂ ਕਰੋ, ਤੇ ਫਿਰ ਤਾਂ ਦੱਸੇਗਾ ਸਾਡੀ ਲਾਈਫ ਕਿੰਨੀ ਮੀਨਿੰਗਲੈਸ ਹੈ, ਅਸੀਂ ਕਿੰਨੀਆਂ ਛੋਟੀਆਂ ਗੱਲਾਂ ਦੇ ਵਿੱਚ ਫਸੇ ਆ। ਇਹ ਉਹਦੀ ਕਹਾਣੀ ਦੀਆਂ ਰਮਜ਼ਾਂ ਹੈਗੀਆਂ ਨੇ। ਐਂਡ ਮੈਨੂੰ ਬੜਾ ਅੱਛਾ ਕੀਤਾ। ਅੱਛੇ ਖੌਫ ਦੀਆਂ ਕਹਾਣੀਆਂ ਦਾ ਐਂਡ ਇਸ ਤਰ੍ਹਾਂ ਹੁੰਦਾ ਕਿ ਉਹ ਖੁੱਲਾ ਛੱਡ ਦਿੰਦੇ ਨੇ ਕਿ ਜ਼ਿੰਦਗੀ ਚੱਲਦੀ ਰਹਿੰਦੀ ਹੈ, ਜ਼ਿੰਦਗੀ ਰੁਕ ਨਹੀਂ ਜਾਂਦੀ, ਜਿੰਨੀ ਮਰਜ਼ੀ ਘਟਨਾ ਹੋ ਜਾਏ, ਜਿੰਨੀ ਮਰਜ਼ੀ ਵਾਕਿਆ ਹੋ ਜਾਏ, ਤੇ ਉਹ ਚੱਲਦੀ ਰਹਿੰਦੀ ਹੈ। ਬੜੀ ਮੈਂ ਆਪਣੇ ਵਿਪਨ ਜੀ ਨਾਲ ਮੇਰਾ ਰਾਬਤਾ ਹੋਇਆ ਸੀ ਪਹਿਲੇ ਵੀ, ਐਕਚੁਅਲੀ ਇਹਨਾਂ ਨੂੰ ਮੇਰੀਆਂ ਕਹਾਣੀਆਂ ਬੜੀਆਂ ਆਈਆਂ ਸੀ ਤੇ ਇਹਨਾਂ ਨੇ ਫਿਰ ਕੀਤਾ ਕੁਛ, ਇਹਨਾਂ ਦੀ ਕਹਾਣੀਆਂ ਪਹਿਲੇ ਵੀ ਪੜ੍ਹੀਆਂ ਨੇ। ਇਹ ਬੜੇ ਇਸ ਵੇਲੇ ਐਸਟੈਬਲਿਸ਼ ਕਹਾਣੀਕਾਰ ਨੇ, ਟਰਾਂਸਲੇਸ਼ਨ ਬੜੀਆਂ ਇਹਨਾਂ ਨੇ ਕਈ ਕਿਤਾਬਾਂ ਕੀਤੀਆਂ ਨੇ, ਕਹਾਣੀਆਂ ਦੀਆਂ ਵੀ 2-3 ਆ ਚੁੱਕੀਆਂ ਨੇ, ਤੇ ਮੇਰਾ ਖਿਆਲ ਹੈ ਬੜੀ ਇੱਕ ਅੱਛੀ ਕਹਾਣੀ ਲਿਖੀ ਹੈ। ਮੁਬਾਰਕਬਾਦ ਦੇਣਾ ਮੈਂ, ਤੇ ਮੇਰਾ ਖਿਆਲ ਹੈ ਥੋੜਾ ਜਿਹਾ ਇਹਨਾਂ ਨੂੰ ਮੌਕਾ ਦਿੱਤਾ ਜਾਏ ਕਿ ਉਹ ਵੀ ਆਪਣੀ ਗੱਲਬਾਤ ਜਿਹੜੀ ਹੈ ਵਿਪਨ ਜੀ ਕਰਨ। ਸਮੀਲਾ ਜੀ 1 ਮਿੰਟ ਮੈਂ ਗੱਲ ਕਰ ਸਕਦੀ ਹਾਂ? ਹਾਂਜੀ, ਤੁਹਾਨੂੰ ਤੇ ਪਹਿਲੇ ਵੀ ਮੈਂ ਬਾਰ-ਬਾਰ ਕਿਹਾ। ਹਾਂਜੀ, ਕਰੋ ਜ਼ਰੂਰ ਸੁਰਜੀਤ ਜੀ, ਜੀ ਆਇਆਂ ਨੂੰ। ਥੈਂਕ ਯੂ ਜੀ, ਥੈਂਕ ਯੂ। ਪਤਾ ਕੀ ਸੀ, ਮੈਂ ਟੈਲੀਫੋਨ ਤੋਂ ਜੁਆਇਨ ਕੀਤਾ ਹੈ ਤੇ ਮੈਨੂੰ ਅਨਮਿਊਟ ਕਰਨ ਦਾ ਪਤਾ ਨਹੀਂ ਸੀ ਲੱਗ ਰਿਹਾ ਕਿੱਥੋਂ ਕਰਾਂ, ਕਿਉਂਕਿ ਮੈਂ ਪਹਿਲੀ ਵਾਰੀ ਟੈਲੀਫੋਨ ਤੋਂ ਜੁਆਇਨ ਕੀਤਾ। ਮੈਂ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਉਹਦੇ ਤੇ ਜੀ, ਤੁਹਾਨੂੰ ਤੇ ਮੈਂ 2-3 ਦਫਾ ਤੁਹਾਨੂੰ ਮੈਂ ਨਾ ਮੈਂ ਕਿਹਾ ਸੁਣ ਹੈ ਰਹੀ ਕਿ ਸੀਗੀ, ਪਰ ਮੈਂ ਬੋਲ ਨਹੀਂ ਸੀ ਸਕਦੀ। ਅੱਛਾ, ਹਾਂਜੀ, ਚਲੋ ਤੁਸੀਂ ਹਾਂਜੀ ਗੱਲ ਕਰੋ ਜ਼ਰੂਰ ਜੀ। ਪਹਿਲੀ ਤੇ ਗੱਲ ਹੈ ਕਿ ਥੈਂਕ ਯੂ, ਤੁਸੀਂ ਹਮੇਸ਼ਾ ਹੀ ਇਹ ਸ਼ੇਅਰ ਕਰਦੇ ਹੋ ਕਹਾਣੀ, ਤੇ ਬਹੁਤ ਵਧੀਆ ਗੱਲ ਕਰਦੇ ਹੋ। ਮੈਂ ਤੇ ਸਿੱਖਣ ਲਈ ਆਉਂਦੀ ਹਾਂ, ਜਦੋਂ ਵੀ ਮੈਂ ਆਉਂਦੀ ਹਾਂ ਇੱਥੇ ਮੈਂ ਸਿੱਖਣ ਲਈ ਆਉਂਦੀ ਹਾਂ। ਤੇ ਵਿਪਨ ਗਿੱਲ ਨੂੰ ਮੈਂ ਬਹੁਤ ਚਿਰਾਂ ਤੋਂ ਜਾਣਦੀ ਹਾਂ। ਇਹ ਬਹੁਤ ਅੱਛੀ ਕਵਿਤਰੀ ਹੈ, ਬਹੁਤ ਅੱਛੀ ਕਵਿਤਾ ਲਿਖਦੀ ਹੈ ਤੇ ਬਹੁਤ ਅੱਛੀ ਕਹਾਣੀ ਲਿਖਦੀ ਹੈ। ਇਸ ਵੇਲੇ ਜਿਵੇਂ ਕਹਾਂ ਕਿ ਪੰਜਾਬ ਦੀਆਂ ਕਹਾਣੀਕਾਰਾਂ ਵਿੱਚੋਂ ਇਹਨਾਂ ਦਾ ਟੌਪ ਤੇ ਨਾਮ ਹੈ, ਕਿਉਂਕਿ ਤੁਸੀਂ ਅੱਜ ਦੀ ਵੀ ਕਹਾਣੀ ਸੁਣ ਕੇ ਦੇਖੀ ਹੈ ਕਿ ਬੜੀ ਮਾਡਰਨ ਕਹਾਣੀ, ਬੜੀ ਮਤਲਬ ਕਿ ਵਿਚਿੱਤਰ ਕਹਾਣੀ ਇਹ ਲਿਖਦੇ ਨੇ। ਸੋ ਮੈਂ ਇਹਨਾਂ ਨੂੰ ਵੀ ਵਧਾਈ ਦਿੰਦੀ ਹਾਂ ਤੇ ਤੁਹਾਨੂੰ ਵੀ ਵਧਾਈ ਦਿੰਦੀ ਹਾਂ, ਅਦਬੀ ਸੰਗਤ ਵਾਲਿਆਂ ਨੂੰ, ਕਿ ਤੁਸੀਂ ਇੰਨਾ ਅੱਛਾ ਕੰਮ ਕਰ ਰਹੇ ਹੋ। ਔਰ ਮੈਂ ਤਾਂ ਲਰਨਰ ਹਾਂ, ਮੈਂ ਸਿੱਖਦੀ ਹਾਂ ਕਿ ਤੁਸੀਂ ਕਹਾਣੀ ਤੇ ਕਿਵੇਂ ਗੱਲ ਕਰਦੇ ਹੋ। ਸਾਰਿਆਂ ਨੇ ਕਿੰਨੀ ਵਧੀਆ ਗੱਲ ਕੀਤੀ ਹੈ, ਮਤਲਬ ਉਹਦੀ ਕਹਾਣੀ ਦੇ ਕਿੰਨੇ ਆਸਪੈਕਟਸ ਖੋਲ੍ਹੇ ਨੇ, ਤੇ ਮੈਨੂੰ ਬਹੁਤ ਅੱਛਾ ਲੱਗਿਆ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਸੁਰਜੀਤ ਜੀ, ਬਹੁਤ ਸ਼ੁਕਰੀਆ। ਤੇ ਬਿਲਕੁਲ ਤੁਸੀਂ ਸਹੀ ਕਿਹਾ, ਇਹ ਸਾਰਿਆਂ ਲਈ ਇਹ ਇੱਕ ਸਿੱਖਣ ਦਾ ਪਲੇਟਫਾਰਮ ਹੀ ਹੈ। ਮੈਂ ਸਮਝਦੀ ਹਾਂ ਕਿ ਸਾਰੀ ਉਮਰ ਬੰਦਾ ਸਿੱਖਦਾ ਹੈ। ਤੇ ਬਹੁਤ ਸ਼ੁਕਰੀਆ ਤੁਹਾਡਾ ਸੁਰਜੀਤ ਜੀ। ਹੁਣ ਮੈਂ ਵਿਪਨ ਜੀ ਦੀ ਵਿਪਨ ਜੀ ਦੀ ਗੱਲਬਾਤ ਸੁਣਨੇ ਵਿੱਚ। ਜੀ ਵਿਪਨ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਬਹੁਤ ਖੂਬਸੂਰਤ ਤੁਹਾਡੀ ਕਹਾਣੀ ਜੀ। ਸ਼ੁਕਰੀਆ ਤੁਹਾਡਾ ਬਹੁਤ ਸਭ ਦਾ। ਤੁਸੀਂ ਵੱਖ-ਵੱਖ ਐਂਗਲਸ ਤੋਂ ਤੁਸੀਂ ਕਹਾਣੀ ਨੂੰ ਦੇਖਿਆ। ਕਈ ਵਾਰੀ ਲੇਖਕ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਹਾਣੀ ਮੈਂ ਇਸ ਤਰ੍ਹਾਂ ਲਿਖੀ ਜਾਂ ਇਸ ਤਰ੍ਹਾਂ ਕਹਾਣੀ ਲਿਖੀ ਜਾਂਦੀ ਹੈ ਸਾਡੇ ਕੋਲ। ਪਰ ਇਹ ਮੈਨੂੰ ਚੰਗਾ ਲੱਗਾ ਕਿ ਤੁਸੀਂ ਵੱਖ-ਵੱਖ ਐਂਗਲਸ ਤੋਂ ਤੁਸੀਂ ਕਹਾਣੀ ਦੇਖੀ ਹੈ, ਵੱਖ-ਵੱਖ ਐਂਗਲ ਤੋਂ ਸਮਝੀ ਹੈ। ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਮੈਨੂੰ ਇਸ ਤੇ ਕਹਾਣੀ ਪੜ੍ਹਨ ਦਾ ਮੌਕਾ ਦਿੱਤਾ, ਇਹਦੇ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਏ ਹੋ, ਤੁਸੀਂ ਬੜੀ ਰੌਣਕ ਲਾਈ ਹੈ ਔਰ ਬਹੁਤ ਹੀ ਖੂਬਸੂਰਤ ਡਿਸਕਸ਼ਨ ਹੋਈ ਹੈ। ਜਿੰਨੀ ਸੋਹਣੀ ਕਹਾਣੀ ਸੀ ਉਨੀ ਖੂਬਸੂਰਤ ਡਿਸਕਸ਼ਨ ਹੋਈ ਹੈ, ਗੱਲਬਾਤ ਹੋਈ ਹੈ। ਸਾਰੇ ਦੋਸਤਾਂ ਨੇ ਬਹੁਤ ਸੋਹਣੀ ਗੱਲਬਾਤ ਕੀਤੀ ਹੈ
ਔਰ ਇੱਕ ਯਾਦਗਾਰ ਇਹ ਸਾਡੀ ਇੱਕ ਸ਼ਾਮ ਸੀ ਜਿਹਦੇ ਵਿੱਚ ਕਿ ਵਿਪਨ ਜੀ ਦੀ ਕਹਾਣੀ ਨੂੰ ਡਿਸਕਸ ਕੀਤਾ ਗਿਆ ਹੈ। ਤੇ ਮੈਂ ਆਪਣੇ ਸਾਰੇ ਦੋਸਤਾਂ ਦਾ, ਸਾਰੇ ਮਿੱਤਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਕਿ ਉਹਨਾਂ ਨੇ ਉਹ ਆਏ ਔਰ ਰਲਤ ਕੀਤੀ ਹੈ ਸਾਡੀ ਇਸ ਸੰਗਤ 'ਚ। ਇਹ ਸੰਗਤ ਜਿਹੜੀ ਹੈ ਇਹ ਰੀਅਲੀ ਇਹ ਇੱਕ ਸਿੱਖਣ ਦਾ ਇੱਕ ਪਲੇਟਫਾਰਮ ਹੈ। ਅਸੀਂ ਸਾਰੇ ਜਿੰਨੇ ਵੀ ਰਾਈਟਰਸ ਹਾਂ ਅਸੀਂ ਸਿੱਖਣੇ ਵੇਂ ਗੱਲਬਾਤ ਤੋਂ, ਇੱਕ ਦੂਜੇ ਦੇ ਵਿਚਾਰ ਜਿਹੜੇ ਨੇ ਉਹ ਅਸੀਂ ਜਦੋਂ ਸਾਂਝੇ ਕਰਨੇ ਵੇਂ ਤੇ ਸਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਹੁੰਦੀ ਹੈ। ਮੈਂ ਇੱਕ ਵਾਰੀ ਫੇਰ ਸਭ ਦਾ ਬਹੁਤ ਸ਼ੁਕਰੀਆ ਅਦਾ ਕਰਨੀ ਹੈ। ਫੇਰ ਮਿਲਾਂਗੇ ਕੁਝ ਦਿਨਾਂ ਬਾਅਦ ਕੋਈ ਨਵਾਂ, ਇਨਸ਼ਾਅੱਲਾ ਨੈਕਸਟ ਜਿਹੜਾ ਸਾਡਾ ਮੇਰੇ ਖਿਆਲ 'ਚ ਆਰਟੀਕਲ ਆਏਗਾ ਤੇ ਫਿਰ ਮਿਲਾਂਗੇ। ਸਭ ਦਾ ਬਹੁਤ ਸ਼ੁਕਰੀਆ ਜੀ। ਸਭ ਦਾ ਰੱਬ ਰਾਖਾ ਰੱਬ ਜੀ, ਰੱਖਾ, ਬਹੁਤ ਰੱਬ ਬਹੁਤ ਰੱਖਾ ਜੀ, ਸ਼ੁਕਰੀਆ, ਰੱਬ ਬਹੁਤ ਰੱਖਾ। ਸ਼ੁਕਰੀਆ। ਵਿਪਨ ਜੀ ਅਗਲੀ ਵਾਰ ਪੋਇਟਰੀ ਵੀ ਸੁਣਾਣੀ ਹੈ ਤੁਸੀਂ, ਆਪਣੀ ਕਵਿਤਾ ਵੀ ਸੁਣਾਣੀ ਹੈ ਹਾਂ ਅਗਲੀ ਵਾਰ। ਜ਼ਰੂਰ ਰੱਖਾਂਗੇ, ਬਿਲਕੁਲ ਹਾਂ ਇਹਨਾਂ ਦੀ ਕਵਿਤਾ ਵੀ ਸੁਣਾਂਗੇ ਜ਼ਰੂਰ। ਬਹੁਤ ਮਜ਼ਾ ਆਇਆ ਜੀ।